ਦਿੱਲੀ ਤੋਂ ਜਿਹੜਾ ਪ੍ਰੋਜੈਕਟ ਸਿੱਧਾ ਹੀ ਖੱਟੜਾ ਕਰ ਦਿੱਤਾ ਹੋਇਆ ਹੈ ਔਰ ਦਰਸ਼ਕਾਂ ਨੂੰ ਦੱਸਦੇ ਚੱਲੀਏ ਕਿ ਅੰਮ੍ਰਿਤਸਰ ਨੂੰ ਜਿਹੜਾ ਹੈ ਇਸ ਤੋਂ ਜਿਹੜਾ ਬਾਹਰ ਕਰ ਦਿੱਤਾ ਗਿਆ ਹੈ। ਸਭ ਤੋਂ ਵੱਡੀ ਜਿਹੜੀ ਦੁਨੀਆ ਦੇ ਵਿੱਚ ਵਿਲੱਖਣਤਾ ਹੈ ਸਾਡੇ ਸ਼ਹਿਰ ਦੀ, ਉਹ ਸ੍ਰੀ ਹਰਿਮੰਦਰ ਸਾਹਿਬ। NH1 ਜਿਹੜਾ GT ਰੋਡ ਪਹਿਲੋਂ ਜਾਂਦਾ ਹੈ, ਸ਼ੇਰਸ਼ਾਹ ਸ਼ੂਰੀ ਮਾਰਗ ਜਿਹੜਾ ਸਦੀਆਂ ਪਹਿਲੋਂ ਸਾਨੂੰ ਬਣਿਆ ਆ, ਆਂਦੇ ਜੀ ਉਹਦੀ ਵਾਈਡਨਿੰਗ ਕਰਕੇ ਅੰਮ੍ਰਿਤਸਰ ਨੂੰ 6 ਲੇਨ ਅਸੀਂ ਬਣਾ ਦਿਆਂਗੇ। ਭਾਈ ਤੁਸੀਂ ਕੀ ਬਣਾ ਦਿਓਗੇ? 6 ਲੇਨ ਤੇ ਪਹਿਲਾਂ ਹੀ ਬਣਿਆ। ਲੋਕ ਬੈਠੇ ਨੇ ਦਿੱਲੀ, ਉਹਨਾਂ ਨੂੰ ਕੀ ਪਤਾ ਧਰਾਤਲ ਸਥਿਤੀ ਕੀ ਹੈ। ਉਹ ਸ਼ੁਰੂਆਤ ਤੇ ਸਾਡੇ ਨਾਂ ਤੇ ਹੋਈ, ਗੁਰੂ ਦੀ ਨਗਰੀ ਦੇ ਨਾਂ ਤੇ ਅਨਾਉਂਸ ਹੋਇਆ। ਅੱਜ ਤੁਸੀਂ ਚੱਕ ਕੇ ਉਹਨੂੰ ਕੱਟੜੇ ਦੇ ਨਾਲ ਜੋੜ ਕੇ ਤੇ ਤੁਸੀਂ ਸਾਨੂੰ ਗੱਲਾਂ ਕਰਦੇ ਜੇ। ਤੇ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਣਾ। ਬਹੁਤ ਧੱਕੇ ਅੱਗੇ ਹੋਏ ਨੇ ਸਾਡੇ ਨਾਲ, ਹੁਣ ਦੀ ਵਾਰ-ਵਾਰ ਇਹ ਬਰਦਾਸ਼ਤ ਨਹੀਂ ਕਰਨੀ। ਤੇ ਜੇ ਅੱਜ ਆਪਾਂ ਰੋਕ ਲਾਂਗੇ ਤੇ ਫਿਰ ਕੋਈ ਹਿੰਮਤ ਨਹੀਂ ਕਰੂਗਾ, ਹਮਾਕਤ ਨਹੀਂ ਕਰੂਗਾ ਗਾਂ ਗੁਰੂ ਨਗਰੀ ਦੇ ਨਾਲ ਧੱਕਾ ਕਰਨ। ਜੇ ਅੱਜ ਐਕਸਪ੍ਰੈਸਵੇ ਆ ਗਿਆ, ਕਿਸੇ ਵੀ ਚੀਜ਼ ਦੀ ਤੁਹਾਨੂੰ ਤੋਟ ਨਹੀਂ ਰਹਿਣੀ ਹੈ। ਮੈਂ ਤੁਹਾਨੂੰ ਦੱਸ, ਇਸ ਤਰੀਕੇ ਦੀ ਲਹਿਰ ਬਣਾ ਦਿਓ ਕਿ ਇਹ ਲੋਕ ਆਉਣ ਵਾਲੇ ਸਮੇਂ 'ਚ ਪੀੜ੍ਹੀਆਂ ਯਾਦ ਕਰਨ ਵੀ ਇੱਕ ਧੱਕਾ ਹੋਣ ਲੱਗਾ ਸੀ, ਉਹ ਦੁਬਾਰਾ ਨਹੀਂ ਹੋਊਗਾ। ਤੇ ਕਿਰਪਾ ਕਰਕੇ ਮੇਰੀ ਬੇਨਤੀ ਹੱਥ ਜੋੜ ਕੇ ਵੀ ਸਾਰੇ ਤਗੜੇ ਹੋ ਕੇ ਸਾਥ ਦਿਓ ਗੁਰੂ ਨਗਰੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਸਕਾਈ 770। UK ਦੇ ਦਰਸ਼ਕਾਂ ਦਾ ਜਿੱਥੇ ਅਸੀਂ ਸਵਾਗਤ ਕਰਦੇ ਹਾਂ, ਉੱਥੇ ਯੂਰਪ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ, ਤੇ ਨਾਲ ਹੀ USA ਦੇ ਵਿੱਚ ਸਲਿੰਗ ਤੇ ਜਿਹੜੇ ਸਾਡੇ ਦਰਸ਼ਕ ਜੁੜ ਚੁੱਕੇ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ। ਤੇ ਦੁਨੀਆ ਭਰ ਦੇ 143 ਮੁਲਕਾਂ ਦੇ ਵਿੱਚ ਇਸ ਟਾਈਮ ਜਿਹੜਾ ਪ੍ਰੋਗਰਾਮ ਹੈ ਉਹ ਚੱਲ ਰਿਹਾ ਹੈਗਾ। ਫੇਸਬੁੱਕ ਤੇ ਵੀ ਸਾਡੇ ਨਾਲ ਦਰਸ਼ਕ ਜਿਹੜੇ ਨੇ ਲਾਈਵ ਜੁੜੇ ਹੋਏ ਨੇ। ਤੇ ਅੱਜ ਆਪਾਂ ਇੱਕ ਮਹੱਤਵਪੂਰਨ ਮੁੱਦੇ ਤੇ ਜਿਹੜੀ ਆਪਾਂ ਗੱਲਬਾਤ ਕਰਨੀ ਹੈਗੀ ਹੈ। ਦਰਸ਼ਕਾਂ ਨੂੰ ਦੱਸ ਚੱਲੀਏ ਕਿ 2016-17 ਦੇ ਵਿੱਚ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਦੇ ਵਿੱਚ ਇੱਕ ਐਕਸਪ੍ਰੈਸ ਹਾਈਵੇ ਜਿਹੜਾ ਸੀ ਉਹ ਜਿਹੜਾ ਸ਼ੁਰੂ ਕਰਨ ਦੀ ਜਿਹੜੀ ਗੱਲਬਾਤ ਸੀ ਉਹ ਕੀਤੀ ਗਈ ਸੀ, ਜਿਹੜਾ ਪ੍ਰੋਜੈਕਟ ਪਾਸ ਕੀਤਾ ਗਿਆ ਸੀ। ਤੇ ਬਾਅਦ ਦੇ ਵਿੱਚ ਜਿਹੜਾ ਦਿੱਲੀ ਅੰਮ੍ਰਿਤਸਰ ਹਾਈਵੇ ਐਕਸਪ੍ਰੈਸ ਹਾਈਵੇ ਦੇ ਨਾਲ ਖੱਟੜਾ ਨੂੰ ਵੀ ਜੋੜ ਲਿਆ ਗਿਆ ਤੇ ਇਹ ਜਿਹੜਾ ਐਕਸਪ੍ਰੈਸ ਹਾਈਵੇ ਹੋ ਗਿਆ ਦਿੱਲੀ ਤੋਂ ਅੰਮ੍ਰਿਤਸਰ ਤੇ ਅੰਮ੍ਰਿਤਸਰ ਤੋਂ ਖੱਟੜਾ, ਤਾਂ ਕਿ ਜਿਹੜਾ ਬਹੁਤ ਸਾਰਾ ਜਿਹੜਾ ਪੈਂਡਾ ਹੈਗਾ ਹੈ ਇਸ ਨੂੰ ਜਿਹੜਾ ਜਲਦੀ ਹੀ ਕਵਰ ਕੀਤਾ ਜਾ ਸਕੇ। ਪਰ ਦਰਸ਼ਕਾਂ ਨੂੰ ਦੱਸ ਚੱਲੀਏ ਕਿ ਹੁਣ ਜਦੋਂ ਇਹ ਪ੍ਰੋਜੈਕਟ ਲੀਹੇ ਆਉਣ, ਜਦੋਂ ਆਪਾਂ ਕਹੀਏ ਕਿ ਸ਼ੁਰੂ ਹੋਣ ਤੇ ਆ ਗਿਆ ਹੈ, ਤੇ ਹੁਣ ਇਹਨਾਂ ਨੇ ਕੀ ਕੀਤਾ ਹੈਗਾ ਹੈ ਕਿ ਦਿੱਲੀ ਤੋਂ ਜਿਹੜਾ ਪ੍ਰੋਜੈਕਟ ਸਿੱਧਾ ਹੀ ਖੱਟੜਾ ਕਰ ਦਿੱਤਾ ਹੋਇਆ ਹੈ ਔਰ ਦਰਸ਼ਕਾਂ ਨੂੰ ਦੱਸਦੇ ਚੱਲੀਏ ਕਿ ਅੰਮ੍ਰਿਤਸਰ ਨੂੰ ਜਿਹੜਾ ਹੈ ਇਸ ਤੋਂ ਜਿਹੜਾ ਬਾਹਰ ਕਰ ਦਿੱਤਾ ਗਿਆ ਹੈ। ਇਸ ਵਿਸ਼ੇ ਤੇ ਸਾਡੇ ਨਾਲ ਜਾਣਕਾਰੀ ਦੇਣ ਦੇ ਲਈ ਜਾਂ ਆਪਾਂ ਕਹੀਏ ਕਿ ਜਿਹੜੇ ਇਹਦੀ ਕੈਂਪੇਨਿੰਗ ਕਰ ਰਹੇ ਨੇ MP ਨੇ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਜੀ ਔਜਲਾ, ਆਓ ਉਹਨਾਂ ਦਾ ਸਵਾਗਤ ਕਰੀਏ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅਕਾਲ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਔਰ ਖਾਸ ਕਰ ਜਗਜੀਤ ਜੀ ਤੁਹਾਡਾ ਧੰਨਵਾਦ ਕਰਦਾ ਹਾਂ। ਔਰ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਕਰੋਨਾ ਵਾਇਰਸ ਜਿਹੜੀ ਕਿ ਬਹੁਤ ਵੱਡੀ ਬਿਮਾਰੀ ਮਹਾਮਾਰੀ ਦੁਨੀਆ ਤੇ ਫੈਲੀ ਹੋਈ ਹੈ, ਆਸ ਕਰਦਾ ਹੈ ਕਿ ਸਾਰੇ ਇਸ ਦੀਆਂ ਪ੍ਰੀਕਾਸ਼ਨ ਲੈਂਦੇ ਹੋਏ ਆਪਾਂ ਬਾਹਰ ਨਿਕਲੀਏ ਔਰ ਆਪਣੇ ਆਪ ਨੂੰ ਬਚਾਈਏ। ਤੇ ਧੰਨਵਾਦ ਤੁਹਾਡਾ, ਤੁਸੀਂ ਆਪਣਾ ਪਲੇਟਫਾਰਮ ਦਿੱਤਾ ਗੱਲ ਕਰਨ ਲਈ ਜੀ। ਤੇ ਗੁਰਜੀਤ ਸਿੰਘ ਜੀ, ਤੁਹਾਡੇ ਵੱਲੋਂ ਜਿਹੜੀ ਹੈਗੀ ਆਪਾਂ ਕਹੀਏ ਇੱਕ ਤਰ੍ਹਾਂ ਦੀ ਕੈਂਪੇਨਿੰਗ ਜਿਹੜੀ ਵੀ ਸ਼ੁਰੂ ਕੀਤੀ ਗਈ, ਜਾਂ ਪਹਿਲੀ ਵਾਰੀ ਤੁਹਾਡੇ ਵੱਲੋਂ ਵੀ ਜਿਹੜੀ ਇਹ ਗੱਲ ਨਸ਼ਰ ਕੀਤੀ ਗਈ, ਜਿਸ ਦੇ ਵਿੱਚ ਤੁਸੀਂ ਬਹੁਤ ਸਾਰੇ ਐਵੀਡੈਂਸ ਵੀ ਸਾਬਿਤ ਕੀਤੇ ਕਿ ਕੀ ਕੁਝ ਹੋਇਆ ਹੈਗਾ। ਥੋੜਾ ਜਿਹਾ ਆਪਾਂ ਸ਼ੁਰੂਆਤ ਤੋਂ ਤੁਸੀਂ ਥੋੜਾ ਜਿਹਾ ਦੱਸੋਗੇ ਕਿ ਇਹ ਪ੍ਰੋਜੈਕਟ ਕਦੋਂ ਸ਼ੁਰੂ ਹੋਇਆ ਤੇ ਅੱਜ ਇਹਦੀ ਰੂਪਰੇਖਾ ਕਿੱਥੇ ਪਹੁੰਚ ਚੁੱਕੀ ਹੈ? ਮੈਂ ਜਗਜੀਤ ਜੀ ਗੱਲ ਕਰਨੀ ਚਾਹੁੰਦਾ ਕਿ ਜਿੱਦਾਂ ਇਤਿਹਾਸ ਇਸ ਚੀਜ਼ ਦਾ ਗਵਾਹ ਹੈ ਕਿ ਅੰਮ੍ਰਿਤਸਰ ਬਾਰਡਰ ਡਿਸਟ੍ਰਿਕਟ ਹੈ ਔਰ ਪਾਕਿਸਤਾਨ ਨਾਲ ਲੱਗਦਾ ਆ ਜੀ, ਔਰ ਬੜੀ ਗੱਲਾਂ ਚੱਲਦੀਆਂ ਨੇ ਦਿੱਲੀ ਦੇ ਗਲਿਆਰੇ 'ਚ ਵੀ ਔਰ ਹਰ ਜਗ੍ਹਾ ਤੇ ਵੀ ਕਿਤੇ ਹੋ ਸਕਦਾ ਬਾਰਡਰ ਖੁੱਲਣ ਔਰ ਇੱਧਰ ਦੀ ਜਿਹੜਾ ਵਪਾਰ ਆ ਉਹ ਯੂਰਪ ਤੱਕ ਔਰ ਅੱਗੇ ਵੱਧ ਸਕਦਾ ਹੈ, ਸਾਰੇ UAE ਤੱਕ ਜਾ ਸਕਦੇ ਬਾਈ ਰੋਡ। ਤੁਸੀਂ ਸਾਡੇ ਕਿਸਾਨ ਜਿਹੜੇ ਆ ਉਹ, ਕਿਉਂਕਿ ਹਾਲਾਤ ਮਾਲੀ ਮਾੜੀ ਆ ਔਰ ਡਿਵਰਸੀਫਿਕੇਸ਼ਨ ਫਸਲਾਂ ਦਾ ਹੋਵੇ ਤੇ ਇਹ ਕਿਤੇ ਨਾ ਕਿਤੇ ਇਹਦਾ ਫਾਇਦਾ ਸਾਨੂੰ ਹੋ ਸਕਦਾ। ਸੋ ਇਹ ਜਿਹੜਾ ਹਾਈਵੇ ਸੀ, ਬੜੇ ਚਿਰ ਦੀ ਗੱਲ ਚੱਲ ਰਹੀ ਸੀ ਕਿ ਇੱਕ ਐਕਸਪ੍ਰੈਸ ਵੇ ਜਿਹੜਾ ਅੰਮ੍ਰਿਤਸਰ ਨੂੰ ਚਾਹੀਦਾ ਆ, ਜਿਹੜਾ ਦਿੱਲੀ ਨਾਲ ਜੁੜੇ, ਕਿਉਂਕਿ ਦਿੱਲੀ ਸਾਡੀ ਕੇਂਦਰ ਆ ਔਰ ਉੱਥੋਂ ਹੀ ਹਰ ਚੀਜ਼ ਚੱਲਦੀ ਹੈ। ਦੂਜਾ, ਇਹਦੀ ਬਾਰਡਰ ਡਿਸਟ੍ਰਿਕਟ ਦੀ ਬਹੁਤ ਮਹੱਤਤਾ ਹੈ ਕਿ ਜੰਗਾਂ ਲੱਗਦੀਆਂ ਨੇ, ਮਿਲਟਰੀ ਹੈ ਔਰ ਨਾਲ ਦੀ ਨਾਲ BSF ਹਮੇਸ਼ਾ ਤਾਇਨਾਤ ਰਹਿੰਦੀ। ਕੋਈ ਵੀ ਗੱਲਬਾਤ ਹੋਵੇ ਤੇ ਸਾਨੂੰ ਡਾਇਰੈਕਟ ਹਾਈਵੇ ਦਿੱਲੀ ਦੇ ਨਾਲ ਜੁੜਨਾ ਚਾਹੀਦਾ ਹੈ, ਜਿਹੜਾ ਸ਼ਾਰਟੈਸਟ ਵੀ ਹੋਵੇ ਔਰ ਐਕਸਪ੍ਰੈਸ ਵੇ ਵੀ ਹੋਵੇ ਜੀ। ਉਹਦੇ ਨਾਲ ਸਭ ਤੋਂ ਵੱਡੀ ਜਿਹੜੀ ਦੁਨੀਆ ਦੇ ਵਿੱਚ ਵਿਲੱਖਣਤਾ ਹੈ ਸਾਡੇ ਸ਼ਹਿਰ ਦੀ, ਉਹ ਸ੍ਰੀ ਹਰਿਮੰਦਰ ਸਾਹਿਬ ਕਰਕੇ
ਔਰ ਨਾਲ ਦੀ ਨਾਲ ਹੋਰ ਅਨੇਕਾਂ ਜਿਹੜੇ ਧਾਰਮਿਕ ਸਥਲ ਨੇ ਉਹਨਾਂ ਦੇ ਕਰਕੇ ਖਿੱਚ ਦਾ ਕੇਂਦਰ ਹੈ। ਕੋਈ ਇਹੋ ਜਿਹਾ ਇਨਸਾਨ ਹੋਏਗਾ ਦੁਨੀਆ ਦੇ ਉੱਤੇ ਜਿਹਦੇ ਮਨ ਦੇ ਵਿੱਚ ਇਹੋ ਜਿਹੀ ਗੱਲ ਕਦੀ ਨਾ ਹੀ ਹੋਵੇ ਵੀ ਹਰਿਮੰਦਰ ਸਾਹਿਬ ਮੈਂ ਨਾ ਨਤਮਸਤਕ ਹੋਵਾਂ। ਹਰ ਨਿੱਕੇ ਤੋਂ ਲੈ ਕੇ ਵੱਡਾ ਕੋਈ ਕਾਰੋਬਾਰ ਸ਼ੁਰੂ ਕਰੇ ਤਾਂ ਹਰਿਮੰਦਰ ਸਾਹਿਬ, ਜੇ ਕੋਈ ਜਿੱਤ ਪ੍ਰਾਪਤ ਕਰੇ, ਕੋਈ ਜਿੱਤ ਲੜਾਈ ਦੇ ਵਿੱਚ ਜਾਵੇ, ਕੋਈ ਇਲੈਕਸ਼ਨ ਲੜੇ ਤਾਂ ਉੱਥੇ, ਚਾਹੇ ਪ੍ਰਾਈਮ ਮਿਨਿਸਟਰ ਹੋਣ ਕੰਟਰੀਜ਼ ਦੇ, ਅਲੱਗ-ਅਲੱਗ ਕੰਟਰੀ ਦੇ, ਚਾਹੇ ਕੋਈ ਛੋਟੇ ਤੋਂ ਲੈ ਕੇ ਵੱਡੇ, ਹਰ ਇਨਸਾਨ ਦੀ ਖਾਸੀਅਤ। 2 ਲੱਖ ਦੇ ਕਰੀਬ ਟੂਰਿਸਟ ਕਦੀ-ਕਦੀ ਔਰ 1.25 ਲੱਖ ਐਵਰੇਜ ਟੂਰਿਸਟ ਡੇਲੀ ਅੰਮ੍ਰਿਤਸਰ ਆਉਂਦਾ ਹੈ। ਔਰ ਮੋਸਟਲੀ ਟੂਰਿਸਟ ਜਿਹੜਾ ਆ ਉਹ ਬਾਈ ਰੋਡ ਆਉਂਦਾ ਹੈ, ਕਿਉਂਕਿ ਟ੍ਰੇਨ ਦਾ ਦੇ ਰਾਹੀਂ ਵੀ ਆਉਂਦਾ ਹੈ, ਜਹਾਜ਼ਾਂ ਰਾਹੀਂ ਵੀ ਆਉਂਦਾ, ਪਰ ਜ਼ਿਆਦਾਤਰ ਬਾਈ ਰੋਡ ਆਉਂਦਾ ਹੈ। ਔਰ ਇਹ ਟੂਰਿਸਟ ਦਿੱਲੀ ਤੋਂ ਔਰ ਅਲੱਗ-ਅਲੱਗ ਸਟੇਟਸ ਦੇ ਵਿੱਚੋਂ ਵੀ ਇੱਥੇ ਪਹੁੰਚਦਾ ਹੈ। ਔਰ ਇੱਕ ਗੱਲ ਆਪਾਂ ਨੂੰ ਪਤਾ ਹੈ ਕਿ ਜਿਹੜੀ ਸ੍ਰੀ ਹਰਿਮੰਦਰ ਸਾਹਿਬ ਦੇ ਜਿਹੜੇ ਦਰਸ਼ਨ ਨੇ ਉਹ ਹਰ ਜਾਤ ਦੇ, ਹਰ ਧਰਮ ਦੇ ਲੋਕ ਕਰਨ ਆਉਂਦੇ ਨੇ। ਇਹਦੇ ਚ ਆਪਾਂ ਇਹ ਨਹੀਂ ਕਹਦੇ, ਕਹਿਣ ਨੂੰ ਇਹ ਸਿੱਖਾਂ ਦਾ ਧਾਰਮਿਕ ਸਥਾਨ ਕਹਿ ਸਕਦੇ ਆ ਔਰ ਸਾਡਾ ਇੱਕ ਕੈਪੀਟਲ ਵੀ ਕਹਿ ਸਕਦੇ ਆ, ਪਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਇਹਦੇ ਚ ਆਸਥਾ ਹਰ ਧਰਮ ਦੀ ਹੈ। ਇਹਦੀ ਵਿਲੱਖਣਤਾ ਸੰਤ ਮੀਆਂ ਮੀਰ ਜੀ ਦੀ ਨੀਂਹ ਦੇ ਰੱਖਣ ਤੋਂ ਹੀ ਹਰ ਬੰਦੇ ਨੂੰ ਪਤਾ ਹੈ। ਸੋ ਇਹ ਸਾਰੀਆਂ ਗੱਲਾਂ ਨੂੰ ਨਜ਼ਰ ਚ ਰੱਖਦੇ ਹੋਏ 2016 ਦੇ ਵਿੱਚ ਇਹਨੂੰ ਅਮਲੀ ਜਾਮਾ ਪਹਿਨਾਇਆ ਜਾਂਦਾ, ਇਸ ਐਕਸਪ੍ਰੈਸਵੇ ਨੂੰ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ। ਉਸ ਮੀਟਿੰਗ ਦੇ ਵਿੱਚ ਸੁਖਬੀਰ ਬਾਦਲ ਜੀ, ਉਸ ਮੀਟਿੰਗ ਦੇ ਵਿੱਚ ਮਨੋਹਰ ਲਾਲ ਖੱਟਰ ਜੀ ਜਿਹੜੇ ਸੀਐਮ, ਉਦੋਂ ਇਹ ਡਿਪਟੀ ਸੀਐਮ ਹੁੰਦੇ ਸੀ, ਉਸ ਮੀਟਿੰਗ ਦੇ ਵਿੱਚ ਨਿਤਨ ਗਡਕਰੀ ਜੀ ਦੀ ਹਾਜ਼ਰੀ ਦੇ ਵਿੱਚ ਅਨਾਉਂਸ ਕੀਤਾ ਜਾਂਦਾ ਕਿ ਅਲਾਈਨਮੈਂਟ ਜਿਹੜੀ ਹੈ ਉਹ ਦਿੱਲੀ ਤੋਂ ਅੰਮ੍ਰਿਤਸਰ ਤੱਕ ਫਾਈਨਲ ਹੋ ਗਈ ਜੀ। ਪਰ ਕੁਝ ਸਾਡੇ ਜਿਵੇਂ ਯੂਨੀਅਨ ਮਿਨਿਸਟਰ ਨੇ ਜੰਮੂ ਦੇ ਡਾਕਟਰ ਜਤਿੰਦਰਾ ਸਿੰਘ, ਉਹ ਲੱਗੇ ਸੀ ਕਿ ਕੱਟੜੇ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਸ਼ਨਾਂ ਵਾਸਤੇ ਵੀ ਲੋਕ ਜਿਹੜੇ ਆ ਉੱਥੇ ਆਉਂਦੇ ਨੇ, ਕਿਉਂਕਿ ਜਿਹੜਾ ਸੰਗਤ ਉੱਥੋਂ ਆਉਂਦੀ ਹੈ ਉਹ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਦੁਰਗਿਆਣਾ ਤੀਰਥ, ਰਾਮ ਤੀਰਥ ਦਰਸ਼ਨ ਕਰਦੇ ਹੋਏ, ਬਾਲਮੀਕ ਤੀਰਥ ਤੇ ਅਨੇਕਾਂ ਧਾਰਮਿਕ ਸਥਲਾਂ ਦੇ, ਉਹ ਫਿਰ 1 ਦਿਨ 2 ਦਿਨ ਇੱਥੇ ਲਾਉਂਦੇ ਨੇ, ਫਿਰ ਉਹ ਕੱਟੜੇ ਚਲੇ ਜਾਂਦੇ ਨੇ, ਫਿਰ ਕੱਟੜੇ ਤੋਂ ਵਾਪਸ ਦਿੱਲੀ ਨੂੰ ਜਾਂਦੇ ਨੇ। ਇੱਕ ਸਾਡਾ ਇੱਕ ਕਹਿ ਲਓ ਕਿ ਮਾਰ ਗਿਆ ਸਾਡਾ ਟੂਰਿਸਟ ਦਾ। ਨਾਲ ਦੀ ਨਾਲ ਰੀਟਰੀਟ ਸੈਰਾਮਨੀ ਇੱਥੇ ਹੁੰਦੀ ਹੈ, 40,000 50,000 ਬੰਦਾ ਡੇਲੀ ਉਹਨੂੰ ਦੇਖਦਾ ਹੈ, ਦਰਸ਼ਕ। ਸੋ ਇਹਨੂੰ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਪਾਸ ਕੀਤਾ ਗਿਆ, ਪਰ ਡਾਕਟਰ ਜਤਿੰਦਰਾ ਸਿੰਘ ਜੀ ਨੇ ਇਹਨੂੰ ਮਾਤਾ ਵੈਸ਼ਨੋ ਦੇਵੀ ਤੱਕ ਵਧਾਉਣ ਕਰਕੇ ਥੋੜਾ ਡਿਲੇ ਹੋ ਗਿਆ ਜੀ, ਔਰ ਉਹਨਾਂ ਨੇ ਉੱਥੋਂ ਤੱਕ ਪਾਸ ਕਰਾ ਲਿਆ। ਨਰਿੰਦਰ ਮੋਦੀ ਜੀ ਦੇ ਬਹੁਤ ਲਾਗੇ ਨੇ, ਯੂਨੀਅਨ ਮਿਨਿਸਟਰ ਨੇ। ਪਰ ਹੋਇਆ ਕੀ ਕਿ ਜਦੋਂ ਅਖੀਰ ਤੇ ਆ ਕੇ ਹੁਣ ਇਹਦੀ ਅਮਲੀ ਜਾਮਾ ਪਹਿਨਾਉਣ ਦੀ ਘੜੀ ਆਈ, ਉਹ ਘੜੀ ਜਦੋਂ ਆਈ ਤੇ ਉਦੋਂ ਚੱਕ ਕੇ ਇਹ ਜਿਹੜਾ ਸਾਡਾ ਰਸਤਾ ਆ ਇਹ ਚੇਂਜ ਕਰ ਦਿੱਤਾ। ਇਹਦੀ ਪਹਿਲੀ ਅਲਾਈਨਮੈਂਟ ਜਿਹੜੀ ਸੀ ਉਹ ਜੀਂਦ ਪਾਤੜਾਂ ਦੇ ਲਾਗੋਂ ਦੀ, ਸੰਗਰੂਰ ਦੇ ਲਾਗੋਂ ਦੀ ਅੱਗੇ ਸਿੱਧੀ ਦੀ ਸਿੱਧੀ ਬਰਨਾਲੇ ਤੁਰੀ ਆਉਂਦੀ। ਤੁਹਾਨੂੰ ਮੈਂ ਨਕਸ਼ਾ ਭੇਜਿਆ ਵੀ ਸੀ, ਤੁਸੀਂ ਦੇਖਿਆ ਹੋਵੇਗਾ ਜੀ। ਉਹਦੇ ਲਾਗੋਂ ਦੀ ਹੋ ਕੇ ਜਗਰਾਵਾਂ ਤੇ ਮੋਗੇ ਦੇ ਵਿਚਕਾਰ ਦੀ, ਫਿਰ ਅੱਗੇ ਨਕੋਦਰ ਦੇ ਲਾਗੋਂ ਦੀ, ਕਪੂਰਥਲੇ ਦੇ ਲਾਗੋਂ ਦੀ, ਨਕੋਦਰ ਦੇ ਮਾਲਵਾੜੀ ਸਾਈਡ ਦੀ, ਔਰ ਸਿੱਧੀ ਆ ਕੇ ਕਰਤਾਰ ਜਿਹੜਾ ਆਪਾਂ 550 ਸਾਲਾ ਸੁਲਤਾਨਪੁਰ ਲੋਧੀ ਮਨਾਇਆ ਗਿਆ, ਸਾਰੀ ਸਿੱਖ ਸੰਗਤ ਨੇ ਔਰ ਸਮੁੱਚੀ ਮਾਨਵਤਾ ਨੇ ਉੱਥੇ ਆਸਥਾ ਸੀ, ਉਹਦੇ ਲਾਗੋਂ ਦੀ ਹੁੰਦੇ ਹੋਏ ਸ਼੍ਰੀ ਗੋਂਦਵਾਲ ਸਾਹਿਬ ਦੇ ਲਾਗੋਂ ਦੀ ਜਿੱਥੇ ਇੰਡਸਟਰੀ ਪਾਰਕ ਬਣਿਆ ਉੱਥੇ ਆ ਜਾਂਦਾ ਆ, ਔਰ ਉੱਥੋਂ ਕੇ ਖਡੂਰ ਸਾਹਿਬ ਦੇ ਹੋ ਕੇ ਸਾਈਡ ਤੋਂ ਇਹ ਨਿਕਲ ਜਾਂਦਾ ਆ ਕਾਦੀਆਂ ਨੂੰ। ਪਹਿਲੋਂ ਇਹ ਅੰਮ੍ਰਿਤਸਰ ਤੱਕ ਸੀ ਐਕਸਪ੍ਰੈਸਵੇ, ਅਟਾਰੀ ਤੱਕ ਆਉਂਦਾ ਸੀ, ਬਾਰ-ਬਾਰ ਇਹਦੇ ਰਿੰਗ ਰੋਡ ਬਣਨਾ ਸੀ। ਪਰ ਇਹਨੂੰ ਜਦੋਂ ਵੈਸ਼ਨੋ ਦੇਵੀ ਦਾ ਵਿੱਚ ਜੋੜਿਆ ਗਿਆ, ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਕਰਕੇ, ਉੱਥੋਂ ਇਹਨੂੰ ਪਿਛਾਂਹ ਨੂੰ ਬਟਾਲੇ ਵੱਲ ਨੂੰ ਮੋੜ ਦਿੱਤਾ ਗਿਆ। ਟਾਂਗਰੇ ਖਲਚੀਆਂ ਦੇ ਜਿਹੜੇ ਲੋਕ ਭੂਗੋਲਿਕ ਤੌਰ ਤੇ ਅੰਮ੍ਰਿਤਸਰ ਦੀ ਜਾਣਕਾਰੀ ਰੱਖਦੇ ਆ, ਟਾਂਗਰੇ ਲਾਗੋਂ ਦੀ ਇਹਨੂੰ ਭੇਜ ਦਿੱਤਾ ਗਿਆ ਕਾਦੀਆਂ ਨੂੰ, ਬਟਾਲੇ ਦੇ ਲਾਗੋਂ ਦੀ ਹੁੰਦਾ ਹੋਇਆ, ਔਰ ਅੱਗੇ ਗੁਰਦਾਸਪੁਰ, ਫਿਰ ਇਹ ਜੰਮੂ ਨੂੰ ਸਿੱਧਾ ਚਲੇ ਜਾਂਦਾ ਹੈ ਜੀ। ਤੇ ਇਹ ਚੀਜ਼ਾਂ ਇਹਦੀ ਅਲਾਈਨਮੈਂਟ ਜੇ ਹੁਣ ਜਿਹੜੀ ਅਲਾਈਨਮੈਂਟ ਹੋਈ ਹੈ, ਮੈਂ ਦੱਸਣੀ ਚਾਹੁੰਦਾ ਕਿ ਹੁਣ ਅਲਾਈਨਮੈਂਟ ਇਹਨਾਂ ਨੇ ਕੀ ਕੀਤੀ ਹੈ, ਇਹਨਾਂ ਨੇ ਪਾਤੜਾ ਤੋਂ ਧੂਰੀ ਤੇ ਧੂਰੀ ਤੋਂ ਮਲੇਰਕੋਟਲੇ ਦੇ ਦੁਆਲੋਂ ਦੀ ਘੁਮਾ ਕੇ ਤੇ ਜਗਰਾਵਾਂ ਦੇ ਹੇਠਲੇ ਬੰਨੇ ਤੇ ਲੁਧਿਆਣੇ ਵਾਲੀ ਸਾਈਡ, ਫਿਰ ਨਕੋਦਰ ਦੇ ਹੇਠਲੇ ਬੰਨੇ ਦੀ ਕੱਢ ਕੇ ਤੇ ਸਿੱਧਾ ਹੀ ਕਰਤਾਰਪੁਰ ਜਿਹੜਾ ਫਰਨੀਚਰ ਦੀ ਹੱਬ ਆ, ਉੱਥੋਂ ਭਲੱਥ ਤੇ ਭਲੱਥ ਤੋਂ ਕਾਦੀਆਂ ਨੂੰ ਭੇਜ ਦਿੱਤਾ। ਹੁਣ ਦੇਖੋ ਹੁਣ ਸਾਡੇ ਨਾਲ ਕਿੱਡੀ ਵੱਡੀ ਨਾਇਨਸਾਫੀ ਹੈ ਕਿ ਸਾਨੂੰ ਦਿੱਤਾ ਪ੍ਰੋਜੈਕਟ, ਸਾਨੂੰ ਅਨਾਉਂਸ ਹੋਇਆ ਪ੍ਰੋਜੈਕਟ ਜਿਹੜਾ ਆ, ਸਾਨੂੰ ਉਹਦੇ 'ਚ ਨਕਸ਼ੇ ਤੋਂ ਬਾਹਰ ਕੱਢ ਦਿੱਤਾ ਗਿਆ ਜੀ। ਦੁੱਖ ਦੀ ਗੱਲ ਇਹ ਹੈ ਕਿ ਜਿਹੜੇ ਵੀ ਸਾਜ਼ਿਸ਼ ਚ ਕਰ ਰਹੇ ਨੇ, ਮੈਂ ਉਹਨਾਂ ਨੇ ਮਤਲਬ ਤਰੀਕਾ ਕੀ ਲੱਭਿਆ ਹੈ ਕਿ ਉਹ ਹਰ ਜਗ੍ਹਾ ਤੁਹਾਨੂੰ ਵੀ ਸੁਣਿਆ ਹੋਵੇਗਾ, ਨਹੀਂ ਜੀ ਅੰਮ੍ਰਿਤਸਰ ਬਾਹਰ ਨਹੀਂਗਾ, ਅੰਮ੍ਰਿਤਸਰ ਵਿੱਚ ਆ, ਅੰਮ੍ਰਿਤਸਰ ਬਾਹਰ ਨਹੀਂਗਾ, ਅੰਮ੍ਰਿਤਸਰ ਇਹਦਾ ਹਿੱਸਾ ਆ। ਕਿਸ ਤਰ੍ਹਾਂ ਹਿੱਸਾ ਹੈ ਅੰਮ੍ਰਿਤਸਰ? ਜਿਹੜੀ ਡਿਟੇਲ ਪ੍ਰੋਜੈਕਟ ਰਿਪੋਰਟ ਬਣੀ ਹੈ, ਜਿਹੜਾ ਹੁਣ ਇਹ ਪ੍ਰੋਜੈਕਟ ਜਿਹੜਾ ਕਹਿ ਰਹੇ ਨੇ, ਜਿਹੜਾ ਦਿੱਲੀ ਤੋਂ ਚੱਲ ਕੇ ਜਲੰਧਰ ਤੇ ਲੁਧਿਆਣੇ ਦੇ ਲਾਗੋਂ ਦੀ ਕਰਤਾਰਪੁਰ ਥੜੀ ਜਾਣਾ ਹੈ ਕੱਟੜੇ ਨੂੰ, ਉਹਦੇ ਵਿੱਚ ਹਰ ਸ਼ਹਿਰ ਦੀ ਇੱਕ ਵਿਲੱਖਣਤਾ ਦੱਸੀ ਗਈ ਹੈ ਵੀ ਜੀਂਦ ਦੀ ਕੀ ਵਿਲੱਖਣਤਾ ਆ, ਪਾਤੜਾਂ ਦੀ ਕੀ ਆ, ਸੰਗਰੂਰ ਦੀ ਕੀ ਹੈ,
ਲੁਧਿਆਣਾ ਇੰਡਸਟਰੀ ਏਰੀਆ ਹੈ, ਜਲੰਧਰ ਇੰਡਸਟਰੀ ਏਰੀਆ ਆ, ਕਰਤਾਰਪੁਰ ਫਰਨੀਚਰ ਦੀ ਹੱਬ ਹੈ, ਅੱਗੇ ਭੁਲੱਥ ਦਾ ਦੱਸਿਆ ਗਿਆ, ਫਿਰ ਅਗਲੇ ਬੰਨੇ ਗੁਰਦਾਸਪੁਰ ਕਾਦੀਆਂ ਦਾ ਦੱਸਿਆ ਗਿਆ। ਉਹਦੇ ਤੇ ਅੰਮ੍ਰਿਤਸਰ ਦੀ ਵਿਲੱਖਣਤਾ ਦੱਸੀ ਨਹੀਂ ਗਈ ਜਦੋਂ, ਕਿਉਂਕਿ ਉਹਦੀ ਲਾਈਨ 'ਚ ਨਹੀਂ ਹੈਗਾ। ਜੀ ਅੱਛਾ, ਉਹ ਕਿਉਂ? ਉਹ ਵੀ ਹੋਰ ਮੈਂ ਦੱਸਦਾ ਜਗਜੀਤ ਜੀ, ਮੈਂ ਡਿਟੇਲ 'ਚ ਦੱਸਣਾ ਚਾਹੁੰਦਾ, ਸਾਰੀ ਸੰਗਤ ਧਿਆਨ ਨੂੰ ਇਹਨੂੰ ਸਮਝੇ। ਜਿਹੜਾ ਇਹ ਪ੍ਰੋਜੈਕਟ ਹੈ, ਇਹ ਗ੍ਰੀਨਲੈਂਡ ਐਕਸਪ੍ਰੈਸ ਹਾਈਵੇ, ਇਹ ਕੇਂਦਰ ਦਾ ਇੱਕ ਬੜਾ ਵੱਡਾ ਤੋਹਫਾ ਹੈ ਸਾਡੇ ਵਾਸਤੇ। ਜੀ ਇਹਨੇ ਸਕ੍ਰੈਚ ਤੋਂ ਸ਼ੁਰੂ ਹੋਣਾ ਹੈ, ਇਹਨੇ ਜ਼ੀਰੋ ਤੋਂ ਸ਼ੁਰੂ ਹੋਣਾ ਹੈ। ਇਹਦੇ ਵਿੱਚ ਕੋਈ ਪੁਰਾਣੀ ਸੜਕ ਨਹੀਂ ਆਉਣੀ, ਕੋਈ ਪੁਰਾਣੀ ਚੀਜ਼ ਨਹੀਂ ਯੂਜ਼ ਹੋਣੀ, ਇਹਨੇ ਸਾਰਾ ਜ਼ੀਰੋ ਤੋਂ ਲੈ ਕੇ ਐਂਡ ਤੱਕ ਨਵਾਂ ਬਣਨਾ ਹੈ। ਓਕੇ ਜੀ ਠੀਕ ਹੈ ਜੀ। ਜਦੋਂ ਉਹ ਅੰਮ੍ਰਿਤਸਰ ਜ਼ਿਲ੍ਹੇ ਨੂੰ ਟੱਚ ਹੀ ਨਹੀਂ ਕਰਨਾ, ਇਹ ਆਂਦੇ ਜੀ ਤੁਹਾਨੂੰ NH1 ਜਿਹੜਾ GT ਰੋਡ ਪਹਿਲੋਂ ਜਾਂਦਾ ਹੈ, ਸ਼ੇਰਸ਼ਾਹ ਸ਼ੂਰੀ ਮਾਰਗ ਜਿਹੜਾ ਸਦੀਆਂ ਪਹਿਲੋਂ ਸਾਨੂੰ ਬਣਿਆ ਆ, ਆਂਦੇ ਜੀ ਉਹਦੀ ਵਾਈਡਨਿੰਗ ਕਰਕੇ ਅੰਮ੍ਰਿਤਸਰ ਨੂੰ 6 ਲੇਨ ਅਸੀਂ ਬਣਾ ਦੇਵਾਂਗੇ। ਭਾਈ ਤੁਸੀਂ ਕੀ ਬਣਾ ਦਿਓਗੇ? 6 ਲੇਨ ਤੇ ਪਹਿਲਾਂ ਹੀ ਬਣਿਆ, ਅੱਧਾ ਬਣਿਆ ਹੈ, ਅੱਧਾ ਉਹਨੇ ਬਣ ਜਾਣਾ, ਉਹ ਤਾਂ ਪਹਿਲਾਂ ਪ੍ਰਪੋਜ਼ਡ ਹੈ ਨਾ। ਤੁਸੀਂ ਸਾਨੂੰ, ਫਿਰ ਅਸੀਂ ਤੇ ਉਹਦਾ ਹਿੱਸਾ ਨਾ ਹੋਏ, ਕਿਉਂਕਿ ਉਹ ਤੇ ਪ੍ਰੋਜੈਕਟ ਹੀ ਇੱਕ ਵੱਖਰਾ ਹੈ। ਉਹ ਨਰਿੰਦਰ ਮੋਦੀ ਜੀ ਨੇ ਪ੍ਰੋਜੈਕਟ ਭਾਰਤਮਾਲਾ ਦੇ ਤਹਿਤ ਇਹਨੂੰ ਲੈਣ ਦਾ ਸੀ। ਉਹਦੇ ਵਿੱਚ ਜਿੰਨੇ ਕੋਸਟਲ ਡਿਸਟ੍ਰਿਕਟ ਹੈ ਇੰਡੀਆ ਦੇ ਤੇ ਜਿੰਨੇ ਬਾਰਡਰ ਡਿਸਟ੍ਰਿਕਟ ਆ, ਉਹਨਾਂ ਨੂੰ ਕੇਂਦਰ ਦੇ ਨਾਲ ਜੋੜਨ ਦੀ ਇੱਕ ਇਹਨਾਂ ਨੇ ਪ੍ਰੋਜੈਕਟ ਬਣਾਇਆ ਭਾਰਤਮਾਲਾ ਜੀ। ਉਸ ਮਾਲਾ ਦਾ ਤਾਂ ਅਸੀਂ ਹਿੱਸਾ ਹੀ ਨਹੀਂ ਰਹਿੰਦੇ, ਉਸ ਮਾਲਾ ਦਾ, ਤੇ ਇਹ ਅੰਮ੍ਰਿਤਸਰ ਦੇ ਨਾਲ ਤੇ ਟੱਚ ਨਹੀਂ ਦੀ, ਨਾ ਅੰਮ੍ਰਿਤਸਰ ਦੇ ਉੱਪਰੋਂ ਦੀ ਜਾਂਦੀ, ਤੇ ਅੰਮ੍ਰਿਤਸਰ ਹਿੱਸਾ ਕਿੱਦਾਂ ਬਣ ਗਿਆ? ਅੰਮ੍ਰਿਤਸਰ ਨੂੰ ਤਾਂ ਤੁਸੀਂ ਇੱਕ ਡੰਡੀ ਲਾ ਕੇ ਕਹਿ ਰਹੇ ਜੀ, ਡੰਡੀ ਦੇ ਰਾਹੀਂ ਅਸੀਂ ਤੁਹਾਨੂੰ ਉੱਥੇ ਅੰਮ੍ਰਿਤਸਰ ਭੇਜ ਦਾਂਗੇ, ਸੜਕ ਦੇ ਰਾਹੀਂ। ਪ੍ਰੋਜੈਕਟ ਸਾਨੂੰ ਅਨਾਉਂਸ ਹੋਵੇ, ਬੰਦ ਸਾਡੇ ਨਾਂ ਤੇ, ਬਿਲਕੁਲ, ਕਿਉਂਕਿ ਜਦੋਂ ਵੀ ਕੋਈ ਧਾਰਮਿਕ ਸਥਾਨ ਤੇ ਹਰਿਮੰਦਰ ਸਾਹਿਬ ਮੱਥਾ ਟੇਕਣ ਦਾ ਪ੍ਰਧਾਨ ਮੰਤਰੀ ਜਾਂ ਯੂਨੀਅਨ ਮਿਨਿਸਟਰ ਉਹਦੀ ਖਾਹਿਸ਼ ਹੁੰਦੀ, ਅਸੀਂ ਲੋਕ ਮੰਗ ਕਰਦੇ, ਕੋਈ ਨਾ ਕੋਈ ਉਹ ਖਾਹਿਸ਼ ਹੁੰਦੀ ਹੈ ਵੀ ਚਲੋ ਕੁਛ ਨਾ ਕੁਛ ਅੰਮ੍ਰਿਤਸਰ ਗੁਰੂ ਨਗਰੀ ਨੂੰ ਦਿੱਤਾ ਜਾਵੇ। ਬਿਲਕੁਲ, ਜੇ ਆਪਾਂ ਕਹੀਏ ਕਿ ਤਕਰੀਬਨ 100 ਕਿਲੋਮੀਟਰ ਦਾ ਜਿਹੜਾ ਪੈਂਡਾ ਹੈਗਾ ਦਿੱਲੀ ਤੋਂ ਅੰਮ੍ਰਿਤਸਰ ਦਾ, ਇਹਦੇ ਪ੍ਰੋਜੈਕਟ ਦੇ ਨਾਲ ਘਟ ਜਾਣਾ ਸੀ। ਤੇ ਜੇ ਆਪਾਂ ਕਹੀਏ ਕਿ ਦਿੱਲੀ ਤੋਂ ਸਿੱਧਾ ਹੀ ਜਿਹੜਾ ਜਾਣ ਨਾਲ ਬਹੁਤ ਸਾਰਾ ਜਿਹੜਾ ਟ੍ਰੈਫਿਕ ਉਹ ਘਟ ਜਾਣਾ ਸੀ, ਆਵਾਜਾਈ ਜਿਹੜੀ ਹੋਰ ਜ਼ਿਆਦਾ ਹੋਣੀ ਸੀ, ਜਿਹੜੇ ਕਈ ਯਾਤਰੀ ਨਹੀਂ ਵੀ ਜਾ ਸਕਦੇ ਉਹਨਾਂ ਨੂੰ ਵੀ ਇਹ ਹੋਣਾ ਸੀ ਕਿ ਭਾਈ ਅਸੀਂ ਹੁਣ ਸੌਖਾ ਹੋ ਗਿਆ ਕੰਮ ਤੇ ਜਾ ਸਕਦੇ ਹੈਗੇ ਆ। ਤੇ ਤੁਹਾਨੂੰ ਇਹਦੇ ਬਾਰੇ ਪਤਾ ਕਿੱਦਾਂ ਲੱਗਿਆ ਤੇ ਕਦੋਂ ਲੱਗਿਆ ਕਿ ਇਹ ਜਿਹੜਾ ਕੰਮ ਇਹਨਾਂ ਨੇ ਵਿੱਚੋਂ ਕੱਢ ਦਿੱਤਾ ਹੋਇਆ ਅੰਮ੍ਰਿਤਸਰ ਨੂੰ? ਦੇਖੋ ਅੰਮ੍ਰਿਤਸਰ ਨੂੰ ਪਿਆਰ ਕਰਨ ਵਾਲੇ ਬਹੁਤ ਜਿਹੜੇ ਹਰ ਵੇਲੇ ਸਾਡੇ, ਕਿਉਂਕਿ ਸਾਡੀ ਟੀਮ ਵਰਕ ਹੈ ਆਪਣਾ ਸਾਰਿਆਂ ਦਾ, ਅਸੀਂ ਧਿਆਨ ਰੱਖਦੇ ਰਹਿੰਦੇ ਆ, ਵੈਬਸਾਈਟ ਤੇ ਚੈੱਕ ਕਰਦੇ ਰਹੀਦਾ ਕੋਈ ਪ੍ਰੋਜੈਕਟ ਕਿੱਥੇ ਖੜਾ ਹੈ ਕਿੱਥੇ ਨਹੀਂ ਖੜਾ। ਇੱਕ ਮੇਰਾ ਆਫਿਸ ਕੰਮ ਕਰਦਾ ਹੈ, ਇੱਕ ਅੰਮ੍ਰਿਤਸਰ ਵਿਕਾਸ ਮੰਚ ਕੰਮ ਕਰਦੇ ਨੇ। ਸੋ ਅੰਮ੍ਰਿਤਸਰ ਵਿਕਾਸ ਮੰਚ ਦੇ ਧਿਆਨ 'ਚ ਵੀ ਆਇਆ, ਤੇ ਜਦੋਂ ਇਹ ਡਿਟੇਲ 'ਚ ਅਸੀਂ ਇਹਦੇ ਗਏ, ਉਹਨਾਂ ਨੇ ਮੇਰੇ ਨਾਲ ਗੱਲ ਕੀਤੀ, ਫਿਰ ਅਸੀਂ ਡਿਟੇਲ 'ਚ ਗਏ ਵੀ ਇਹਦੇ ਨਕਸ਼ੇ ਵੀ ਇਹਨਾਂ ਨੇ ਅਲਾਟ ਕਰਤੇ, ਔਰ ਇਹਨਾਂ ਨੇ ਇਹਦੀ ਟੈਂਡਰਿੰਗ ਕਰਨੀ ਵੀ ਸ਼ੁਰੂ, ਇਹਨਾਂ ਅਲਾਉ ਕਰਤਾ ਵੀ ਜ਼ਮੀਨ ਅਕਵਾਇਰ ਕਰੋ। ਫਿਰ ਅਸੀਂ ਐਕਟਿਵ ਹੋਏ। ਮੈਂ ਦਾਦਾ ਜਗਜੀਤ ਸਿੰਘ ਜੀ ਪ੍ਰੋਜੈਕਟ ਨੂੰ, ਮਤਲਬ ਤੁਸੀਂ ਇਹ ਵੇਖੋ ਕਿ ਕਿਸ ਤਰੀਕੇ ਦੇ ਨਾਲ ਝੂਠ ਮਾਰ ਕੇ, ਔਰ ਜਦੋਂ DPR ਫਾਈਨਲ ਹੋ ਜਾਂਦੀਆਂ ਨੇ ਉਹਨੂੰ ਚੇਂਜ ਕਿੱਦਾਂ ਕਰਦੇ, ਕਿਉਂਕਿ ਜਦੋਂ ਅਖੀਰ ਤੇ ਜਾਣਾ ਨਾ, ਜਦੋਂ ਫਾਈਨਲ ਹੋਣਾ ਆ, ਉਹਦੇ 'ਚ 2-3 ਆਪਸ਼ਨ ਹੁੰਦੀਆਂ ਨੇ। ਉਹਨਾਂ ਵਿੱਚ ਹਾਈ ਪਾਵਰ ਕਮੇਟੀ ਦੇ ਲੋਕ ਬੈਠੇ ਨੇ ਦਿੱਲੀ, ਉਹਨਾਂ ਨੂੰ ਕੀ ਪਤਾ ਧਰਾਤਲ ਸਥਿਤੀ ਕੀ ਹੈ। ਹਰ ਵਾਰ ਅੰਮ੍ਰਿਤਸਰ ਦੇ ਜਿੰਨੇ ਪ੍ਰੋਜੈਕਟ ਆਏ ਆ, ਝੂਠ ਮਾਰ ਕੇ ਜਦੋਂ ਅਖੀਰ ਤੇ ਅਪਰੂਵ ਹੋ ਜਾਂਦੇ ਆ, ਉਹਨਾਂ ਨੂੰ 2-4 ਲਾਈਨਾਂ ਲਿਖ ਕੇ ਤੇ ਕਹਿ ਦਿੰਦੇ ਜੀ। ਹੁਣ ਜਿੱਦਾਂ ਅੰਮ੍ਰਿਤਸਰ ਦੀ ਸਭ ਮਤਲਬ ਡਾਕਟਰ ਮਨਮੋਹਨ ਸਿੰਘ ਜੀ ਜਿਹੜੇ ਸੈਂਟਰਲ ਯੂਨੀਵਰਸਿਟੀ ਹੈ ਜੀ, ਉਹ ਅੰਮ੍ਰਿਤਸਰੋਂ ਇਸ ਕਰਕੇ ਸ਼ਿਫਟ ਕਰ ਦਿੱਤੀ ਗਈ, BC ਬਰਾੜ ਦੇ ਵਾਈਸ ਚਾਂਸਲਰ, ਉਹਦੇ ਕਮੇਟੀ ਦੇ ਮੈਂਬਰ ਜਿਹੜੀ ਜ਼ਮੀਨ ਅਕਵਾਇਰ ਕਰਨਾ ਹੈ। ਇਹਨਾਂ ਨੇ ਅਕਾਲੀ ਦਲ BJP ਦੀ ਗਵਰਨਮੈਂਟ ਸੀ ਉਦੋਂ, ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਇੱਥੋਂ ਉਹਦੇ ਕੋਲ ਲਿਖਵਾ ਲਿਆ ਵੀ ਅੰਮ੍ਰਿਤਸਰ ਦੇ ਵਿੱਚ ਜ਼ਮੀਨ ਨਹੀਂ ਹੈਗੀ, ਜਦ ਕਿ ਉਹ ਜ਼ਮੀਨ ਅੰਮ੍ਰਿਤਸਰ ਤੇ ਹਜ਼ਾਰਾਂ ਕੀ ਲੱਖਾਂ ਏਕੜ ਜ਼ਮੀਨ ਹੈ। ਅਵਾਨ ਪਿੰਡ ਦੇ ਲਾਗੇ 600 ਏਕੜ ਜ਼ਮੀਨ, 에ਅਰਪੋਰਟ ਦੇ ਅਗਲੇ ਬੰਨੇ ਖੁੱਲੀ ਜ਼ਮੀਨ ਉੱਤੇ ਉਹ ਬਣ ਜਾ ਰਹੀ ਸੀ। ਇਹਨਾਂ ਨੇ ਲਿਖਵਾ ਕੇ ਚੁੱਕ ਕੇ ਬਠਿੰਡੇ ਲੈ ਗਏ। ਇਹ ਵੀ ਨਹੀਂ ਇਹਨਾਂ ਵੇਖਿਆ ਵੀ ਸੈਂਟਰਲ ਯੂਨੀਵਰਸਿਟੀ ਚਲਾਉਣ ਵਾਸਤੇ ਇੱਕ ਇਨਫਰਾਸਟ੍ਰਕਚਰ ਚਾਹੀਦਾ ਆ, ਇੱਕ ਵਿਕਸਿਤ ਸ਼ਹਿਰ ਚਾਹੀਦਾ ਜਿਹੜਾ ਕਿ ਅੰਮ੍ਰਿਤਸਰ ਆ। ਇੰਟਰਨੈਸ਼ਨਲ 에ਅਰਪੋਰਟ ਇੱਥੇ ਆ, ਇੰਟਰਨੈਸ਼ਨਲ ਬਾਈ ਰੋਡ ਅਸੀਂ ਜਾ ਸਕਦੇ, ਇੰਟਰਨੈਸ਼ਨਲ ਬਾਈ ਰੇਲ ਅਸੀਂ ਜਾ ਸਕਦੇ। ਵਿਲੱਖਣਤਾ ਹੈ ਸ਼ਹਿਰ ਦੀ, ਹੋਟਲ ਇੰਡਸਟਰੀ ਇੱਥੇ ਆ, ਜਿਹੜੇ ਬੰਦੇ ਨੇ ਉੱਥੇ ਕੰਮ ਕਰਨਾ, ਜਿਹੜੇ ਸਟੂਡੈਂਟ ਨੇ ਰਹਿਣਾ, ਉਹਨਾਂ ਦੀਆਂ ਕੁਝ ਜ਼ਰੂਰਤਾਂ ਹੁੰਦੀਆਂ ਨੇ ਜਿਹੜੀਆਂ ਇਹ ਸ਼ਹਿਰ ਪੂਰਾ ਕਰਦਾ। ਅੱਜ ਉਹ ਬਠਿੰਡੇ ਬਣਾ ਕੇ ਇਹਨਾਂ ਨੇ, ਤੁਸੀਂ ਵੇਖੋ ਉਹਦੇ ਕਦੇ ਨਾਂ ਸੁਣਿਆ ਸੈਂਟਰਲ ਯੂਨੀਵਰਸਿਟੀ ਬਠਿੰਡੇ ਦਾ? ਤੁਸੀਂ ਕਦੇ ਵੀ ਨਹੀਂ ਸੁਣਿਆ। ਏਮਸ ਅਨਾਉਂਸ ਹੋਇਆ, ਜੇਤਲੀ ਜੀ ਨੇ ਅੰਮ੍ਰਿਤਸਰ ਵਾਸਤੇ ਚੁੱਕ ਕੇ ਬਠਿੰਡੇ ਲੈ ਗਏ। ਕ੍ਰਿਕਟ ਸਟੇਡੀਅਮ ਇੰਟਰਨੈਸ਼ਨਲ ਅਨਾਉਂਸ ਹੋਇਆ, ਮੋਹਾਲੀ ਦੂਜਾ ਬਣ ਲੱਗ ਗਿਆ, ਅੰਮ੍ਰਿਤਸਰ ਦਾ ਕ੍ਰਿਕਟ ਸਟੇਡੀਅਮ ਨਹੀਂ ਮਿਲ ਰਿਹਾ ਕਿੱਥੇ। SEZ ਅਨਾਉਂਸ ਹੋਇਆ, ਉਹਦਾ ਨਹੀਂ ਪਤਾ ਲੱਗਿਆ। ਸਾਰਕ ਨੇਸ਼ਨ ਹਸਪੀਟਲ 1800 ਕਰੋੜ ਦਾ ਬਣਦਾ ਸੀ, ਇਹਨਾਂ ਨੂੰ ਜ਼ਮੀਨ ਮੰਗਦੇ ਰਹੇ ਹੋ ਪਿਛਲੀ ਗਵਰਨਮੈਂਟ ਦੇ ਵੇਲੇ, ਕਿਸੇ ਨੇ ਜ਼ਮੀਨ ਨਹੀਂ ਦਿੱਤੀ, ਉਹ ਸਾਡੇ ਤੋਂ ਸ਼ਿਫਟ ਹੋ ਗਿਆ। ਜੇ ਅਜਿਹੇ ਕਈ ਪ੍ਰੋਜੈਕਟ ਜਿਹੜੇ IIM ਮਿਲਿਆ, ਤੁਹਾਨੂੰ ਤੁਸੀਂ ਦੱਸੀਏ ਵੀ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਬੜੇ ਜੱਦੋ-ਜਹਿਦ ਦੇ ਨਾਲ ਪਹਿਲੋਂ ਮਿਲਿਆ, ਫਿਰ 5 ਸਾਲ ਹੋ ਗਏ ਦਾ ਡਾਇਰੈਕਟਰ ਹੀ ਨਹੀਂ ਲਾਇਆ। ਜੇ ਡਾਇਰੈਕਟਰ ਲੱਗੇ ਤਾਂ ਫਿਰ ਸਿਵਲ ਦਾ ਕੰਮ ਸ਼ੁਰੂ ਹੋਣਾ ਹੁੰਦਾ। ਇਹ ਡਾਕਟਰ ਮਨਮੋਹਨ ਸਿੰਘ ਜੀ ਦੇ ਵੇਲੇ ਦਾ ਮਿਲਿਆ ਇਸ ਸਾਨੂੰ। ਪਰ ਵੇਖੋ ਉਹ IIM ਅਸੀਂ ਲੜ ਕੇ ਪਿਛਲੇ 2 ਸਾਲ ਜਦੋਂ ਮੈਂ ਬਣਿਆ ਤੇ ਫਿਰ ਡਾਇਰੈਕਟਰ ਲੱਗਾ, ਤੇ ਫਿਰ ਅੱਜ ਉਹਦੀ ਬਿਲਡਿੰਗ ਸ਼ੁਰੂ ਹੋਈ, ਜਦ ਕਿ ਉਹਦੇ ਨਾਲ ਦੇ ਜਿੰਨੇ IIM
7 ਦੇ ਕਰੀਬ ਸਾਰੇ ਇੰਡੀਆ 'ਚ ਦਿੱਤੇ ਸੀ, ਸਾਰਿਆਂ ਦੀਆਂ ਬਿਲਡਿੰਗਾਂ ਬਣ ਕੇ ਤਿਆਰ ਆ, ਸਾਰੇ ਚੱਲ ਰਹੇ ਆ। ਉਹਦੀ ਵੀ ਸਾਜ਼ਿਸ਼ ਰਚੀ ਕਿ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਬਾਹਰ ਲੈ ਜਾਓ, ਪਰ ਜਦੋਂ ਉਹਦਾ ਵਿਰੋਧ ਕੀਤਾ, ਬਾਰ-ਬਾਰ ਗੱਲ ਕੀਤੀ, ਤੇ ਫਿਰ ਉਹ ਇਹਨਾਂ ਨੂੰ ਇੱਥੇ ਲਿਆਉਣਾ ਪਿਆ। ਉਹਦੇ ਨਾਲ ਇਹਨਾਂ ਨੇ ਉਹਦਾ ਇੱਕ ਸਬ ਸੈਂਟਰ ਜਿਹੜਾ ਮੋਹਾਲੀ ਵੀ ਅਨਾਉਂਸ ਕਰ ਦਿੱਤਾ ਹੈ, ਅਜੇ ਉਹ ਬਣਿਆ ਨਹੀਂ, ਅਗਲੇ ਬੰਨੇ ਹੋਰ ਵੀ ਚਲੇ ਗਏ। ਸੋ ਪੀਜੀਆਈ ਚੰਗਾ ਹਸਪਤਾਲ ਸਾਡੇ ਕੋਲ ਐਨੀ ਗਾ, ਦੇਖੋ ਦਰਿਆ ਤੋਂ ਪਾਰ ਚੰਗਾ ਹਸਪੀਟਲ, ਏਮਸ, ਪੀਜੀਆਈ, ਚੰਡੀਗੜ੍ਹ, ਸੰਗਰੂਰ, ਬਠਿੰਡੇ, ਦੇਖੋ ਅਸੀਂ ਕਿਸੇ ਦੀ ਤਰੱਕੀ ਦੇ ਅਗੇਂਸਟ ਨਹੀਂ ਹੈਗੇ, ਬਿਲਕੁਲ। ਤੁਸੀਂ ਮੁੱਖ ਮੰਤਰੀ ਸਾਰੇ ਉੱਥੋਂ ਦੇ ਜੇ, ਤੁਸੀਂ ਜਦੋਂ ਮਰਜ਼ੀ ਬਣਾ ਲਓ, ਤੁਹਾਨੂੰ ਤਾਂ ਕੋਈ ਨਾ ਹੀ ਨਹੀਂ, ਜਿੰਨੇ ਮਰਜ਼ੀ ਹਸਪੀਟਲ ਬਣਾਓ, ਯੂਨੀਵਰਸਿਟੀ ਬਣਾਓ, ਪਰ ਜਿਹੜੀ ਚੀਜ਼ ਅੰਮ੍ਰਿਤਸਰ ਨੂੰ ਤੁਸੀਂ ਅਨਾਉਂਸ ਕਰਕੇ ਜਾਂਦੇ, ਜਿਹੜੀ ਚੀਜ਼ ਤੁਸੀਂ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਤੱਕ, ਜਿਹੜੀ ਕੇਂਦਰ ਦੀ ਵਜ਼ਾਰਤ ਜਿਹੜੀ ਉਹ ਅਨਾਉਂਸ ਕਰ ਦਿੰਦੀ ਹੈ ਵੀ ਹੋ ਗਿਆ, ਫਿਰ ਉਸ ਤੋਂ ਬਾਅਦ ਤੁਸੀਂ ਚੇਂਜ ਕਰ ਦਿੰਦੇ ਨੇ। ਤੇ ਇਹਦੇ ਪਿੱਛੇ ਤੁਸੀਂ ਕਾਰਨ ਕੀ ਸੋਚਦੇ ਹੈਗੇ ਕਿ ਕਾਰਨ ਕੀ ਹੋਊਗਾ? ਕਿਉਂਕਿ ਕਾਫੀ ਸਾਰੇ ਤੁਸੀਂ ਪ੍ਰੋਜੈਕਟਸ ਦੇ ਨਾਮ ਜਿਹੜੇ ਲਏ ਹੈਗੇ ਆ ਕਿ ਇਹ ਸਾਰੇ ਪ੍ਰੋਜੈਕਟ ਜਿਹੜੇ ਅਲਾਟ ਹੁੰਦੇ ਆ ਅੰਮ੍ਰਿਤਸਰ ਨੂੰ, ਤੇ ਪਰ ਜਿਹੜਾ ਹੈਗਾ ਜੇ ਆਪਾਂ ਕਹੀਏ ਕਿ ਚਲੇ ਜਾਂਦੇ ਆ ਦੂਜੇ ਬੰਨੇ ਜਗ੍ਹਾ ਤੇ ਮੂਵ ਕਰ ਦਿੱਤੇ ਜਾਂਦੇ ਆ, ਜੇ ਕੋਈ ਪ੍ਰੋਜੈਕਟ ਲਾਗੂ ਵੀ ਹੋਇਆ ਤੇ ਉਹ ਤੇ ਕੰਮ ਨਹੀਂ ਹੋਇਆ, ਕੀ ਇਹਦੇ ਪਿੱਛੇ ਕਾਰਨ ਕੀ ਜਾਂ ਸਾਈਕੀ ਕੀ ਕੰਮ ਕਰਦੀ ਹੈ? ਸਾਈਕੀ ਇਹਦੀ ਜੀ ਵੇਖੋ ਗੱਲ ਇਹ ਹੈ ਵੀ ਇਹ ਤੇ ਤਦ ਹੀ ਨਿਕਲ ਸਕਦੀ ਹੈ ਵੀ ਜੇ ਕੋਈ ਹਾਈ ਐਂਡ ਇਨਕੁਆਰੀ, ਕੋਈ ਸੀਬੀਆਈ ਦੀ ਇਨਕੁਆਰੀ ਹੋਵੇ, ਕੋਈ ਸਿਟਿੰਗ ਜੱਜ ਸੁਪਰੀਮ ਕੋਰਟ ਦਾ ਇਨਕੁਆਰੀ ਕਰੇ, ਕੋਈ ਅੰਮ੍ਰਿਤਸਰ ਨੂੰ ਪਿਆਰ ਕਰਨ ਵਾਲਾ ਇਨਕੁਆਰੀ ਕਰਾਵੇ। ਇਹ ਨਹੀਂ ਕਿ ਕਾਗਜ਼ਾਂ ਦਾ ਢਿੱਡ ਭਰੇ, ਇਹ ਕਾਗਜ਼ਾਂ ਸਾਰਾ ਕੁਝ ਨਿਕਲ ਆਉਂਦਾ। ਜਿੱਦਾਂ ਹੁਣ ਕਹਿਤਾ ਜ਼ਮੀਨ ਅੰਮ੍ਰਿਤਸਰ ਹੈ ਨਹੀਂ, ਹੁਣ ਮੈਂ ਤੁਹਾਨੂੰ ਜਗਜੀਤ ਜੀ ਦੱਸਦਾ, ਜਿਹੜਾ ਇਹ ਵੀ ਹਾਈਵੇ ਕੈਂਸਲ ਕੀਤਾ ਗਿਆ, ਕਿਹਾ ਕੀ ਗਿਆ ਉਹਦੇ ਚ? ਜੀ ਉਹਦੇ ਚ ਕਿਹਾ ਗਿਆ ਕਿ ਜਦੋਂ ਅੰਮ੍ਰਿਤਸਰ ਥਾਣੀ ਅਸੀਂ ਜਾਣੇ, ਕਿਉਂਕਿ ਇਹ ਕੀ ਕਰ ਬੈਠੇ ਇਹਨਾਂ ਨੇ, ਜਦੋਂ ਘੁਮਾ ਲਿਆ ਨਾ ਉੱਥੇ ਮਲੇਰਕੋਟਲੇ ਦੇ ਆਲੇ ਦੁਆਲੇ 40 ਕਿਲੋਮੀਟਰ, ਹੁਣ ਲੈਂਥ ਬਣੀ ਸੀ, ਪ੍ਰੋਜੈਕਟ ਪਾਸ ਸੀ, ਪੈਸੇ ਇਹਦੇ ਸੈਂਕਸ਼ਨ ਹੋ ਗਏ ਸੀ, 35,000 ਕਰੋੜ ਪਿਆ ਵਾ। ਹੁਣ ਉਹਨੂੰ ਜੇ ਤੁਸੀਂ ਨਵੇਂ ਸਿਰੋਂ ਵਧਾਓਗੇ ਤੇ ਟਾਈਮ ਲੱਗਦਾ ਹੈ। ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਜਦੋਂ ਲੈਂਥ ਜਦੋਂ ਲੈਂਥ ਉੱਥੇ ਜਦੋਂ ਘੁੰਮ ਗਿਆ, ਲੈਂਥ ਘਟਣੀ ਸੀ, ਇਹਨਾਂ ਨੇ ਚੱਕ ਕੇ ਇਹਦੀ ਲੈਂਥ ਦਰਿਆਓਂ ਪਾਰ ਲੈ ਗਏ, ਜਦ ਕਿ ਇਹਨੇ ਗੋਂਦਵਾਲ ਸਾਹਿਬ ਦੇ ਲਾਗੋਂ ਦੀ ਲੰਘਣਾ ਸੀ ਦਰਿਆ ਬਿਆਸ ਅਗਲੇ ਬੰਨੇ, ਦਰਿਆਓਂ ਪਾਰ ਕਰਕੇ ਨਾਲੇ ਉੱਥੇ ਲਿਖ ਦਿੱਤਾ ਇਹਨਾਂ ਨੇ। ਝੂਠ ਵੇਖੋ, ਚਿੱਟਾ ਝੂਠ ਕਿੱਡਾ ਮਾਰਦੇ ਆ ਕਿ ਜਦੋਂ ਅੰਮ੍ਰਿਤਸਰ ਥਾਣੀ ਅਸੀਂ ਜਾਂਦੇ ਆ ਗੁਰਦਾਸਪੁਰ ਵੱਲ ਨੂੰ, ਪਠਾਨਕੋਟ, ਜਦੋਂ ਇਹ ਰਾਹ ਅਡਾਪਟ ਕਰਾਂਗੇ, ਰਸਤੇ 'ਚ ਪਹਾੜ ਆਉਣੇ ਨੇ, ਰਸਤੇ 'ਚ ਟਨਲ ਆਉਣੀਆਂ ਨੇ, ਉਹਦੇ ਕਰਕੇ ਖਰਚਾ ਬਹੁਤ ਜ਼ਿਆਦਾ ਪੈਂਦਾ। ਜਿਹਦਾ ਸੈਂਟਰਲ ਯੂਨੀਵਰਸਿਟੀ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਢੁਕਵੀਂ ਜ਼ਮੀਨ ਹੀ ਨਹੀਂ ਮਿਲੀ ਸਾਨੂੰ, ਇੰਨੀ ਇੱਥੇ ਇਕੱਠੀ ਜ਼ਮੀਨ ਨਹੀਂ ਮਿਲ ਸਕਦੀ, ਉਹ ਬਹਾਨਾ ਇਹਨਾਂ ਨੇ ਐਤਕੀ ਲਾਇਆ ਤੇ ਨਾਲ ਕਹਿਤਾ ਜੀ 11 ਕਿਲੋਮੀਟਰ ਲੈਂਥ ਇਹਦੀ ਘਟ ਗਈ। ਬਈ ਭਲਿਓ ਮਾਨਸੋ, ਉਹਦੇ ਮਿਲਿਆ ਹੀ ਅੰਮ੍ਰਿਤਸਰ ਨੂੰ, ਘਟਾ ਸਾਨੂੰ ਕਿੱਧਰ ਦਿੱਤਾ? ਜਿੱਧਰੋਂ ਦਿੱਲੀੋਂ ਸ਼ੁਰੂ ਹੋਇਆ ਅੰਮ੍ਰਿਤਸਰ ਆਪਣੀ ਸ਼ੁਰੂ ਹੋਇਆ ਸੀ। ਬਿਲਕੁਲ, ਜਾਂ ਤੇ ਤੁਸੀਂ ਸਾਨੂੰ ਦਿੱਲੀ ਕੱਟੜਾ ਅਨਾਉਂਸ ਹੋਇਆ ਤਾਂ ਸਾਨੂੰ ਐਡ ਕਰਦੇ ਹੋ, ਤੇ ਨਹੀਂ ਐਡ ਹੋਏ ਸੀ ਚਲੋ ਮੰਨ ਲਾਂਗੇ ਯਾਰ ਨਹੀਂ ਹੋਇਆ। ਉਹ ਸ਼ੁਰੂਆਤ ਤੇ ਸਾਡੇ ਨਾਂ ਤੇ ਹੋਈ, ਗੁਰੂ ਦੀ ਨਗਰੀ ਦੇ ਨਾਂ ਤੇ ਅਨਾਉਂਸ ਹੋਇਆ। ਅੱਜ ਤੁਸੀਂ ਚੱਕ ਕੇ ਉਹਨੂੰ ਕੱਟੜੇ ਦੇ ਨਾਲ ਜੋੜ ਕੇ ਤੇ ਤੁਸੀਂ ਸਾਨੂੰ ਗੱਲਾਂ ਕਰਦੇ ਜੇ ਵੀ ਇਹਦੀ ਲੈਂਥ ਘਟ ਗਈ ਹੈ। ਲੈਂਥ ਤੇ ਘਟ ਹੀ ਜਾਣੀ, ਜੋ 50 ਕਿਲੋਮੀਟਰ ਤੁਸੀਂ ਉੱਤੇ ਘੁਮਾ ਲਿਆ, ਤੇ 65 ਕਿਲੋਮੀਟਰ ਜੋ 50 ਕਰ ਲਓ, 15 ਤੇ 11-12 ਤੁਸੀਂ ਵੈਸੇ ਲਿਖਤੀ ਵੀ ਘੱਟ ਹੋਗੀ। ਆਹ ਦੇ ਹਾਲਾਤ ਨੇ ਇੱਥੋਂ ਦੇ। ਜੀ ਬਿਲਕੁਲ, ਜੇ ਆਪਾਂ ਕਹੀਏ ਕਿ ਅੰਮ੍ਰਿਤਸਰ ਦੇ ਨਾਲ ਧੱਕੇ ਦੀ ਜਿਹੜੀ ਕਹਾਣੀ ਹੈ ਕੋਈ ਅੱਜ ਦੀ ਨਹੀਂ ਹੈਗੀ, ਜੇ ਆਪਾਂ ਕਹੀਏ ਕਿ ਪਵਿੱਤਰ ਸ਼ਹਿਰ ਦੇ ਦਰਜੇ ਨੂੰ ਲੈ ਕੇ ਵੀ ਲੰਬੀ ਜਦੋਜਹਿਦ ਅੱਜ ਵੀ ਜਿਹੜੀਆਂ ਕੁਛ ਆਪਾਂ ਕਹੀਏ ਕਿ ਲੋਕ ਜਾਂ ਕੁਛ ਆਗੂ ਜਿਹੜੇ ਨੇ ਸਰਗਰਮ ਨੇ ਇਸ ਵਾਸਤੇ ਕਿ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਜਿਹੜਾ ਦਰਜਾ ਹੈ ਉਹ ਦੇਣਾ ਚਾਹੀਦਾ, ਪਰ ਇਹ ਚੀਜ਼ਾਂ ਜਿਹੜੀਆਂ ਸਮੇਂ ਤੋਂ ਨਹੀਂ ਹੋ ਸਕੀਆਂ। ਤੇ ਅੱਜ ਹੁਣ ਜਿਹੜੀ ਆਹ ਵਾਲੀ ਗੱਲ ਹੋਈ ਹੈ ਕਿ ਐਕਸਪ੍ਰੈਸ ਪਹਿਲਾਂ ਅਨਾਉਂਸ ਜਿਹੜਾ ਅੰਮ੍ਰਿਤਸਰ ਦੇ ਨਾਮ ਤੇ ਹੁੰਦਾ ਹੈਗਾ, ਪਰ ਬਾਅਦ ਦੇ ਵਿੱਚ ਜਿਹੜਾ ਹੈ ਅੰਮ੍ਰਿਤਸਰ ਦੇ ਨਾਲ ਜਿਹੜਾ ਖੱਟੜਾ ਐਡ ਕਰ ਦਿੱਤਾ ਜਾਂਦਾ, ਔਰ ਬਾਅਦ ਚੋਂ ਅੰਮ੍ਰਿਤਸਰ ਨੂੰ ਵਿੱਚੋਂ ਕੱਢ ਦਿੱਤਾ ਜਾਂਦਾ ਤੇ ਦਿੱਲੀ ਖੱਟੜਾ ਹੀ ਰਹਿ ਜਾਂਦਾ। ਕਿਤੇ ਨਾ ਕਿਤੇ ਜਿਹੜਾ ਸਵਾਲੀਆ ਚਿੰਨ੍ਹ ਸਰਕਾਰਾਂ ਦੀ ਕਾਰਗੁਜ਼ਾਰੀ ਤੇ ਲੱਗਦਾ ਹੈਗਾ। ਤੇ ਗੁਰਜੀਤ ਸਿੰਘ ਜੀ, ਇਹਦਾ ਇਲਾਜ ਕੀ ਹੋ ਸਕਦਾ? ਤੁਸੀਂ ਇਹ ਕੈਂਪੇਨ ਸ਼ੁਰੂ ਕੀਤੀ ਹੈਗੀ ਆ, ਤੇ ਕਿਸ ਤਰੀਕੇ ਦੇ ਨਾਲ ਲੋਕ ਇਸ ਦੇ ਨਾਲ ਜੁੜਨ ਤਾਂ ਕਿ ਜਿਹੜਾ ਇਹ ਚੀਜ਼ ਨੂੰ ਰੋਕਿਆ ਜਾਵੇ ਤੇ ਅਗਲੇ ਲੈਵਲ ਤੱਕ ਜਿਹੜਾ ਲੈ ਕੇ ਜਾਇਆ ਜਾਵੇ, ਤਾਂ ਕਿ ਜਿਹੜੀ ਸਰਕਾਰਾਂ ਦੇ ਕੰਨ ਦੇ ਵਿੱਚ ਕੋਈ ਨਾ ਕੋਈ ਜੂੰ ਤੇ ਰਹਿੰਗੇ, ਉਹਨਾਂ ਦੇ ਕੰਨ ਦੇ ਗੱਲ ਤਾਂ ਪਹੁੰਚੇ ਕਿ ਲੋਕ ਇਹਦਾ ਵਿਰੋਧ ਕਰ ਰਹੇ ਨੇ। ਇੱਕ ਵਾਰੀ ਤੁਸੀਂ ਇੱਕ ਗੱਲ ਕਹਿ ਦਿੰਦੇ ਹੋ, ਬਾਅਦ ਚੋਂ ਤੁਸੀਂ ਪਿੱਛੇ ਹਟ ਜਾਂਦੇ ਹੋ, ਤੇ ਇਹਦਾ ਇਲਾਜ ਕੀ ਹੈਗਾ? ਦੇਖੋ ਜਗਜੀਤ ਜੀ, ਗੱਲ ਹੈ ਜਿੱਦਾਂ ਦਾ ਮੇਰੇ ਧਿਆਨ 'ਚ ਆ, ਮੈਂ ਪਹਿਲਾਂ ਪ੍ਰਾਈਮ ਮਿਨਿਸਟਰ ਜੀ ਨੂੰ ਚਿੱਠੀ ਲਿਖੀ ਜੀ, ਫਿਰ ਮੈਂ ਸੀਐਮ ਸਾਹਿਬ ਨੂੰ ਲਿਖੀ। ਪ੍ਰਾਈਮ ਮਿਨਿਸਟਰ ਦੀ ਜਿੱਦਾਂ ਚਿੱਠੀ ਮੈਂ ਲਿਖਦਾ ਆ ਤੇ ਅਗਲੇ ਦਿਨ ਵਿਜੇਂਦਰ ਸਿੰਗਲਾ ਜੀ ਦਾ ਬਿਆਨ ਆ ਜਾਂਦਾ ਕਿ ਨਹੀਂ ਜੀ ਅਸੀਂ ਸਪਰ ਲਾ ਰਹੇ ਹਾਂ, ਗਲਤ ਆਏ, ਅੰਮ੍ਰਿਤਸਰ ਦੇ ਨਾਲ ਜੁੜਿਆ ਵਾ। ਭਾਈ ਉਹ ਉਹਦਾ ਪ੍ਰੋਜੈਕਟ ਦਾ ਹਿੱਸਾ ਨਹੀਂ, ਉਹਦਾ ਪੁਰਾਣੀ ਰੋਡ ਨੂੰ ਵਾਈਟ ਕਰਕੇ ਤੁਸੀਂ ਦੇ ਰਹੇ ਜੇ, ਉਹ ਤਾਂ ਸਾਡੇ ਕੋਲ ਆਲਰੇਡੀ ਰੋਡ ਹੈਗੀ, ਉਹਦਾ ਹਿੱਸਾ ਕਿਵੇਂ ਹੈ? ਕਿਉਂਕਿ ਇਹ ਪ੍ਰੋਜੈਕਟ ਬਿਲਕੁਲ ਬ੍ਰੈਂਡ ਨਿਊ, ਇਹ ਜਿਹਦਾ ਜ਼ਮੀਨ ਅਕਵਾਇਰ ਕਰਕੇ ਨਵਾਂ ਬਣਨਾ ਹੈ ਜੀ। ਫਿਰ ਉਹ ਕਹਿੰਦੇ ਜੀ ਅਸੀਂ ਐਕਸਪ੍ਰੈਸ ਵੇ ਲਾ ਕੇ ਅੰਮ੍ਰਿਤਸਰ ਨੂੰ ਲਾ ਦੇਣਾ। ਮੈਂ ਉਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਜੀ ਤੁਸੀਂ ਬਿਲਕੁਲ ਗਲਤ ਜਾਂਦੇ, ਮੈਂ ਕੀ ਕਰਾਂ? ਜੋ ਮੈਨੂੰ ਕੇਂਦਰ ਨੇ ਕਿਹਾ, ਜੋ ਉਹਦੀਆਂ ਗਾਈਡਲਾਈਨ ਨੇ, ਮੈਂ ਤੁਹਾਨੂੰ ਦੱਸ ਦਿੱਤੀ। ਮੈਂ ਕਿਹਾ ਜੀ ਉਹਦੇ ਕਰਦੇ ਤੁਸੀਂ ਵਿਰੋਧ ਕਰੋ ਇਸ ਗੱਲ ਦਾ ਵੀ ਅੰਮ੍ਰਿਤਸਰ ਤੱਕ, ਜਦੋਂ ਪ੍ਰੋਜੈਕਟ ਹੀ ਅੰਮ੍ਰਿਤਸਰ ਦਾ ਤੇ ਇਹਦੇ ਨਾਂ ਤੇ ਕਿਉਂ ਨਹੀਂ? ਸੇਮ ਬਿਆਨ ਅਗਲੇ ਦਿਨ ਬੀਬਾ ਹਰਸਿਮਰਤ ਕੌਰ ਬਾਦਲ ਜੀ ਦਾ ਆ ਜਾਂਦਾ, ਸੇਮ ਹੀ ਜੀ ਨਹੀਂ ਜੀ ਅੰਮ੍ਰਿਤਸਰ ਨਾਲ ਟੱਚ ਹੋ ਰਿਹਾ। ਇਵਨ ਕਿ ਬਿਆਨ ਤੱਕ ਨਹੀਂ ਸੀਮਿਤ ਰਹਿੰਦੇ। ਜਦੋਂ ਬਿਆਨ ਆਇਆ, ਮੈਂ ਕੋਸ਼ਿਸ਼ ਕੀਤੀ ਉਹਨਾਂ ਨਾਲ ਗੱਲ ਕਰਨ ਦੀ, ਮੈਂ ਉਹਨਾਂ ਦੇ
ਮੈਸੇਜ ਛੱਡਿਆ ਉਹਨਾਂ ਦੇ ਫਾਰਮ ਹਾਊਸ ਤੇ ਵੀ ਬਾਈ ਨਾਲ ਗੱਲ ਕਰਨਾ, ਤੇ ਉਹਨਾਂ ਮੇਰੇ ਨਾਲ ਗੱਲ ਨਹੀਂ ਕੀਤੀ। ਚਲੋ ਖੈਰ ਪਤਾ ਨਹੀਂ ਕਿਉਂ ਨਹੀਂ ਕੀਤੀ, ਪਰ ਉਸ ਤੋਂ ਬਾਅਦ ਮੈਂ ਸੋਚਿਆ ਵੀ ਸ਼ਾਇਦ ਇਹਨਾਂ ਨੂੰ ਪਤਾ ਨਹੀਂ ਹੋਣਾ, ਚਲੋ ਇਹਨਾਂ ਨੂੰ ਧਰਾਤਲ ਸਥਿਤੀ ਦੱਸਣੀ ਚਾਹੀਦੀ ਵੀ ਆਹ ਪੋਜੀਸ਼ਨ ਹੈ ਜੀ। ਉਹਨਾਂ ਨੇ ਇਹਦੀ ਐਡ ਪੀਟੀਸੀ ਤੇ ਆਪਣੇ ਚੈਨਲ, ਜਿਹੜੇ ਵੈਬ ਚੈਨਲ ਬਣੇ, ਉਹਨਾਂ ਤੇ ਕਰਨੀ ਸ਼ੁਰੂ ਕਰ ਦਿੱਤੀ। ਫਿਰ ਮੈਨੂੰ ਲੱਗਾ ਵੀ ਇਹ ਤੇ ਬੜਾ ਵੱਡਾ, ਇਹਨਾਂ ਨੂੰ ਪਤਾ ਲੱਗਿਆ ਵੀ ਸਾਨੂੰ ਪਤਾ ਲੱਗ ਗਿਆ, ਇਹਨਾਂ ਨੇ ਸਪੀਡ ਫੜ ਲਈ। ਫਿਰ ਸਿੰਗਲਾ ਸਾਹਿਬ ਨੇ ਗਡਕਰੀ ਜੀ ਨਾਲ ਪ੍ਰੈਸ ਕਾਨਫਰੰਸ ਕਰਤੀ, ਵੀਡੀਓ ਕਾਨਫਰੰਸ। ਉਹਨਾਂ ਨੂੰ ਕਹਿ ਰਹੇ ਆ ਕਿ ਗਡਕਰੀ ਸਾਹਿਬ ਤੁਸੀਂ ਇਹਦਾ ਨਾਂ ਦਿੱਲੀ ਲੁਧਿਆਣਾ ਕੱਟੜਾ ਕਰ ਦਿਓ ਤੇ ਪੈਸੇ ਜਲਦੀ ਪਾਓ, ਅਸੀਂ ਜ਼ਮੀਨ ਅਕਵਾਇਰ ਕਰਨੀ ਹੈ। ਮੇਰਾ ਦਿਮਾਗ ਖੜਕ ਗਿਆ। ਮੈਂ ਕਿਹਾ ਇਹਦੇ ਰਲਿਆ ਮਿਲਿਆ ਜਿਹਾ ਕੰਮ ਆ, ਇਹ ਤਾਂ ਸਾਡਾ ਤੇ ਬਹੁਤ ਵੱਡਾ ਨੁਕਸਾਨ ਹੈ। ਅਸੀਂ ਤਾਂ ਦੇਖੋ, ਆਪਾਂ ਨੂੰ ਗੁਰੂ ਮਹਾਰਾਜ ਨੇ, ਪਰਮਾਤਮਾ ਨੇ 2 ਵਾਰੀ ਮੈਂਬਰ ਪਾਰਲੀਮੈਂਟ ਬਣਾਇਆ, ਇੱਕ ਜੱਟ ਦਾ ਪੁੱਤ ਕਿਸਾਨੀ ਕਰਦਾ ਇੱਕ ਥੋੜਾ ਬਹੁਤ ਛੋਟਾ ਮੋਟਾ ਵਪਾਰ ਸੀ, ਤੇ ਮੈਂ ਤੇ ਪਿੱਠ ਨਹੀਂ ਕਰ ਸਕਦਾ ਕਿਸੇ ਕੀਮਤ ਤੇ ਵੀ। ਜਿਹੜੀ ਮੁਹਿੰਮ ਆ ਕੱਲੀ ਮੈਂ ਨਹੀਂ ਚਲਾ ਰਿਹਾ, ਮੈਂ ਉਹ ਮੁਹਿੰਮ ਦਾ ਹਿੱਸਾ। ਮੈਂ ਇੱਕ ਹੋਰ ਜਗਜੀਤ ਜੀ ਤੁਹਾਨੂੰ ਕਹਿਣੀ ਚਾਹੁੰਦਾ, ਕਿਉਂਕਿ ਮੇਰੀ ਤੇ ਤਾਂ ਕੇਂਦਰ ਹੋਇਆ ਕਿਉਂਕਿ ਮੈਂ ਮੈਂਬਰ ਪਾਰਲੀਮੈਂਟ ਤੇ। ਇਹਦੀ ਮੁਹਿੰਮ ਨੂੰ ਬਹੁਤ ਲੋਕ ਪਿਆਰ ਦੇ ਰਿਹਾ, ਬਹੁਤ ਲੋਕ ਦੂਰ ਦੇ ਰਿਹਾ। ਫਿਰ ਉਸ ਤੋਂ ਬਾਅਦ ਦੇਖੋ ਜੀ, ਮੈਂ ਸ਼ਵੇਤ ਮਲਕੋੜਾ ਨਾਲ ਗੱਲ ਕੀਤੀ, ਜਿਹੜੇ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਤੇ। ਮੈਂ ਉਹਨਾਂ ਦੇ ਘਰ ਗਿਆ, ਜਾ ਕੇ ਉਹਨਾਂ ਦਾ ਬਰਥਡੇ ਸੀ, ਨਾਲ ਕੇਕ ਦਿੱਤਾ, ਨਾਲੇ ਮੈਂ ਕਿਹਾ ਜੀ ਤੁਸੀਂ ਵੱਡੇ ਭਰਾ ਜੇ, ਸਾਡੇ ਬਿਆਨਬਾਜ਼ੀ ਇੱਕ ਦੂਜੇ ਦੇ, ਕਿਉਂਕਿ ਪਾਰਟੀ ਦੇ ਅਸੀਂ ਸਿਪਾਹੀ ਹਾਂ ਔਰ ਪਾਰਟੀ ਦੀ ਆਈਡੀਓਲੋਜੀ ਤੇ ਚੱਲਦੇ ਹਾਂ, ਤਾਂ ਪਾਰਟੀ ਦੀ ਆਈਡੀਓਲੋਜੀ ਦੇ ਮੁਤਾਬਕ ਅਸੀਂ ਇੱਕ ਦੂਜੇ ਨੂੰ ਜੀ ਨਾਚ ਕਰਦੇ ਹਾਂ। ਅਜੇ ਤੁਹਾਡੀ ਵਜ਼ਾਰਤ ਆ, ਤੁਸੀਂ ਅੱਗੇ ਲੱਗੋ, ਮੈਂ ਮਗਰ ਲੱਗੂਗਾ। ਆਪਾਂ ਅੰਮ੍ਰਿਤਸਰ ਨੂੰ ਇਹ ਪ੍ਰੋਜੈਕਟ ਨਹੀਂ ਜਾਣ ਦੇਣਾ, ਕੁਛ ਹੋਵੇ ਭਾਵੇਂ ਕੋਈ ਕੁਰਬਾਨੀ ਕਰਨੀ ਪਵੇ, ਕੁਛ ਹੋਵੇ, ਆਪਾਂ ਤਗੜੇ ਹੋ ਕੇ ਲੱਗਣਾ ਹੈ। ਚਲੋ ਖੈਰ, ਉਹਨਾਂ ਨੇ ਵੀ ਪਿਆਰ ਕੀਤਾ। ਫਿਰ ਮੈਂ ਭਗਵੰਤ ਮਾਨ ਹੋਣਾ ਨਾਲ ਗੱਲ ਕੀਤੀ, ਉਹਨੇ ਵੀ ਕਿਹਾ ਭਾਈ ਇਹ ਸੰਗਰੂਰ ਨੂੰ, ਸਾਡੇ ਸੰਗਤ ਇੱਧਰ ਮਾਲਵੇ ਦੀ, ਉਹ ਵੀ ਬੜਾ ਪਿਆਰ ਕਰਦੀ ਹੈ ਹਰਿਮੰਦਰ ਸਾਹਿਬ ਨੂੰ, ਸਾਨੂੰ ਤਾਂ ਬੜਾ ਵਾਧਾ ਹੈ। ਜਿੰਨਾ ਮਾਲਵਾ ਬਠਿੰਡੇ ਵਾਲਾ ਏਰੀਆ ਤੁਸੀਂ ਕਹਿ ਲਓ, ਇਹਦੇ ਮੁਕਤਸਰ ਵਾਲਾ ਏਰੀਆ, ਇਹ ਫਰੀਦਕੋਟ ਵਗੈਰਾ ਹੋ ਗਿਆ, ਇਹਨਾਂ ਸਾਰਿਆਂ ਨੇ ਬੜਾ ਸੂਟ ਕਰਦਾ ਹੈ, ਕਿਉਂਕਿ ਨਾ ਦਿੱਲੀ ਨੂੰ ਜਾਣਾ ਤਾਂ ਸੱਜੇ ਹੋਏ ਨਾ, ਜੇ ਇੱਧਰ ਨੂੰ ਆਉਣਾ ਤੇ ਤਾਂ ਖੱਬੇ ਹੋਏ ਨਾ। ਸੋ ਇਹ ਚੀਜ਼ਾਂ ਜਿਹੜੀਆਂ ਨੇ, ਮੈਂ ਤੇ ਕੋਸ਼ਿਸ਼ ਕਰਕੇ ਫਿਰ ਮੈਂ ਸ਼੍ਰੋਮਣੀ ਕਮੇਟੀ ਨਾਲ ਗੱਲ ਕੀਤੀ, ਮੈਂ ਉਹਨਾਂ ਦੀ ਬੇਨਤੀ ਕੀਤੀ ਉਹਨਾਂ ਨੂੰ ਕਿ ਤੁਸੀਂ ਆਪਣੇ ਤੌਰ ਤੇ ਆਵਾਜ਼ ਉਠਾਓ। ਸੋ ਅਲੱਗ-ਅਲੱਗ ਧਾਰਮਿਕ ਸੰਸਥਾਵਾਂ, ਦੁਰਗਿਆਣੇ ਕਮੇਟੀ ਦੇ ਨਾਲ ਬੇਨਤੀ ਕੀਤੀ, ਡੇਰਾ ਬਿਆਸ ਵਾਲਿਆਂ ਨੂੰ ਬੇਨਤੀ ਕੀਤੀ, ਔਰ ਜਿਹੜੇ ਬਿਊਰੋਕਰੇਟਸ ਕਈ ਨੇ, ਬਹੁਤ ਪਿਆਰ ਕਰਨ ਵਾਲੇ ਨੇ ਗੁਰੂ ਨਬੀ ਨੂੰ, ਉਹ ਵੀ ਸਾਰੇ ਵਿਚਾਰੇ ਲੱਗੇ ਨੇ। ਆਪਾਂ ਕਈ ਬਹੁਤ ਚਿੰਤਾ ਕਰਦੇ ਆ, ਕਈ ਤੇ ਸ਼ਰਾਰਤੀ ਹੈਗੇ ਨੇ ਵਿੱਚ, ਇਹ ਚ ਕੋਈ ਦੋ ਰਹਿ ਕੰਮ ਤੇ ਸਾਜ਼ਿਸ਼, ਤੇ ਇਹ ਕਿਸੇ ਦੇ ਆਖੇ ਤੋਂ ਬਗੈਰ ਤੇ ਹੋਈ ਨਹੀਂ ਗਈ। ਅੱਜ ਮੁੱਕਰ ਜਾਣ, 100 ਵਾਰੀ ਮੁੱਕਰ ਜਾਣ। ਸੋ ਮੈਂ ਤੇ ਇਹਨਾਂ ਨੂੰ ਇਹ ਕਿਹਾ ਕਿ ਤੁਸੀਂ ਇਹਨੂੰ ਪੁਆਇੰਟ ਕਰਨ ਤੋਂ ਪਹਿਲਾਂ ਆਪਾਂ ਅੱਜ ਇਸ ਗੱਲ ਨੂੰ ਛੱਡਣ ਨੂੰ ਤਿਆਰ ਆ ਵੀ ਚਲੋ ਗਲਤੀ ਹੋ ਗਈ, ਛੱਡ ਦਈਏ। ਪਰ ਜੇ ਤੁਸੀਂ ਅੰਮ੍ਰਿਤਸਰ ਨੂੰ ਬਾਹਰ ਰੱਖੋਗੇ ਤੇ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਣਾ। ਬਹੁਤ ਧੱਕੇ ਅੱਗੇ ਹੋਏ ਨੇ ਸਾਡੇ ਨਾਲ, ਹੁਣ ਤੁਸੀਂ ਬਾਰ-ਬਾਰ ਇਹ ਬਰਦਾਸ਼ਤ ਨਹੀਂ ਕਰਨੀ। ਜੀ ਜੀ ਬਿਲਕੁਲ। ਤੇ ਜੇ ਆਪਾਂ ਕਹੀਏ ਕਿ ਇਹਦੇ ਪਿੱਛੇ ਕੀ ਕਾਰਨ, ਜੇ ਆਪਾਂ ਦੂਸਰੇ ਬੰਨੇ ਜਾਈਏ, ਤੇ ਕੀ ਇਹਦੇ ਵਿੱਚ ਇਨਵੋਲਵਮੈਂਟ ਕਿਹਦੀ ਹੋਰ ਹੋਣੀ ਚਾਹੀਦੀ ਹੈ, ਜਿਸ ਦੇ ਨਾਲ ਕਿ ਇਹ ਪ੍ਰੋਜੈਕਟ ਨੂੰ ਦੁਬਾਰਾ ਅੰਮ੍ਰਿਤਸਰ ਨੂੰ ਵਿੱਚ ਐਡ ਕੀਤਾ ਜਾਵੇ? ਕਿਉਂਕਿ ਜਦੋਂ ਆਪਾਂ ਅੰਮ੍ਰਿਤਸਰ ਦੀ ਗੱਲਬਾਤ ਕਰਦੇ ਹਾਂ ਤੇ ਉੱਥੇ ਇਕੱਲਾ ਸਿੱਖ ਹੀ ਨਹੀਂ ਉੱਥੇ ਇਕੱਲੇ ਜਾਂਦੇ ਹੈਗੇ, ਉੱਥੇ ਬਾਕੀ ਦੇ ਧਰਮਾਂ ਦੇ ਲੋਕ ਵੀ ਜਾਂਦੇ ਨੇ। ਹੋਰ ਵੀ ਅੰਮ੍ਰਿਤਸਰ ਆਪਣੇ ਆਪ ਦੇ ਵਿੱਚ ਹੀ ਇੱਕ ਕੇਂਦਰੀ ਸਥਾਨ ਜਿਹੜਾ ਹੈਗਾ, ਤੇ ਇੱਥੇ ਇਹਦੇ ਵਿੱਚ ਹੋਰ ਤੁਸੀਂ ਕੀ ਸੋਚਦੇ ਕੀ ਹੈਗੇ ਆ ਕਿ ਸੈਂਟਰ ਦੀ ਇਨਵੋਲਵਮੈਂਟ ਕਿੰਨੀ ਹੋਣੀ ਚਾਹੀਦੀ, ਜਾਂ ਪੰਜਾਬ ਦੇ ਵਿੱਚੋਂ ਵੀ ਮੰਤਰੀ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਵਿੱਚ ਲੈਣਾ ਚਾਹੀਦਾ, ਓਪੋਜੀਸ਼ਨ ਪਾਰਟੀਆਂ ਨੂੰ ਵੀ ਅਪਰੋਚ ਕਰਨੀ ਚਾਹੀਦੀ ਆ? ਕੀ ਉਹ ਤੁਹਾਨੂੰ ਲੜਸੇਰਾ ਕੋਈ ਫੜਾ ਰਹੇ ਨੇ ਜਾਂ ਨਹੀਂ ਫੜਾ ਰਹੇ? ਦੇਖੋ, ਢੀਂਡਸਾ ਸਾਹਿਬ ਨੇ ਵੀ ਕੱਲ ਲੈਟਰ ਲਿਖੀ ਹੈ, ਬ੍ਰਹਮਪੁਰਾ ਸਾਹਿਬ ਨੇ ਵੀ ਲਿਖੀ ਹੈ ਜੀ, ਸੇਖਵਾ ਸਾਹਿਬ ਹੋਣਾ ਵੀ ਮੇਰੇ ਨਾਲ, ਉਹਨਾਂ ਨੇ ਵਧੀਆ ਤਰੀਕੇ ਦੇ ਨਾਲ ਉਹਨਾਂ ਵੀ ਬਿਆਨਬਾਜ਼ੀ, ਪ੍ਰੈਸ ਕਾਨਫਰੰਸ ਪ੍ਰੋਪਰ ਉਹਨਾਂ ਨੇ ਕੀਤੀ ਸੇਖਵਾ ਸਾਹਿਬ ਹੋਣਾ। ਔਰ ਉਹਦੇ ਨਾਲ ਬਾਰ ਕੌਂਸਲ ਅੰਮ੍ਰਿਤਸਰ ਦੀ ਉਹ ਪੂਰਨ ਤੌਰ ਤੇ ਮਗਰ ਆ ਗਏ ਨੇ, ਕਿਉਂਕਿ ਇਹ ਇਕੱਲਾ ਸਾਡਾ ਮਸਲਾ ਪੋਲੀਟੀਕਲ ਮਸਲਾ ਨਹੀਂਗਾ, ਇਹ ਅੰਮ੍ਰਿਤਸਰ ਦੀ ਸ਼ਾਖ ਨਾਲ ਜੁੜਿਆ ਮਸਲਾ ਆ। ਅੱਜ ਇਹ ਸਾਬਤ ਹੋਣਾ ਆ ਵੀ ਅੰਮ੍ਰਿਤਸਰ ਨਾਲ ਕਿਹੜਾ ਖੜਿਆ, ਮਾਝੇ ਨਾਲ ਕਿਹੜਾ ਖਲੋਤਾ, ਹਰਿਮੰਦਰ ਸਾਹਿਬ ਵਾਲੇ ਬੰਨੇ ਕਿਹੜਾ ਖਲੋਤਾ, ਤੇ ਦੂਜੇ ਬੰਨੇ ਜਿਹੜੇ ਇਹਦੇ ਵਿਰੋਧੀ ਨੇ ਉਹਨਾਂ ਨਾਲ ਕਿਹੜਾ ਖਲੋਤਾ। ਅੱਜ ਤਾਂ ਬੜੀ ਕਲੀਅਰ ਪਿਕਚਰ ਆ। ਤੇ ਮੈਂ ਇਹਦੇ ਵਾਸਤੇ ਦੇਖੋ ਨਰਿੰਦਰ ਮੋਦੀ ਜੀ ਨੂੰ ਮੈਂ ਪਹਿਲੀ ਗੱਲ ਧੰਨਵਾਦ ਕਰਦਾ। ਦੇਖੋ, ਉਹਨਾਂ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੇ ਵਿੱਚ ਉਹਨਾਂ ਨੇ ਸਹਿਮਤੀ ਦਿੱਤੀ ਆ। ਆਪਾਂ ਜਿੰਨਾ ਮਰਜ਼ੀ ਕਹੀ ਜਾਂਦੇ, ਚਲੋ ਕਿਹਾ ਗਿਆ ਕਿ ਇਮਰਾਨ ਖਾਨ ਹੋਣਾ ਵੀ ਪਹਿਲ ਕੀਤੀ, ਕਿਸੇ ਨੇ ਕੀਤੀ, ਪਰ ਜੇ ਹਿੰਮਤ, ਜੇ ਨਰਿੰਦਰ ਮੋਦੀ ਹੁਣੀ ਮਦਦ ਨਾ ਚਾਹੁੰਦੇ ਤੇ ਆਪਾਂ ਖੋਲ ਹੀ ਨਹੀਂ ਸਕਦੇ। ਇਹ ਗੱਲ ਤੇ ਆਪਾਂ ਮੰਨਦੇ ਹਾਂ ਜੀ। ਸੋ ਉਹਨਾਂ ਦੇ ਮਨ 'ਚ ਇੱਕ ਸੁਹਿਰਦਤਾ ਹੈਗੀ ਹੈ। ਮੈਂ ਉਹਨਾਂ ਤੱਕ ਮੈਸੇਜ ਤੁਹਾਡੇ ਮੀਡੀਆ ਰਾਹੀਂ ਪਹੁੰਚਾਉਣਾ ਚਾਹੁੰਦਾ, ਔਰ ਮੈਂ ਬਾਰ-ਬਾਰ ਵੀ ਕਹਿ ਰਿਹਾ, ਉਹ ਗੁਰੂ ਤੇਗ ਬਹਾਦਰ ਜੀ, ਕਿਉਂਕਿ ਕਸ਼ਮੀਰੀ ਪੰਡਤਾਂ ਜੀ ਦੇ ਕਰਕੇ ਉਹਨਾਂ ਨੇ ਬਲੀਦਾਨ ਦਿੱਤਾ। ਉਹਨਾਂ ਦਾ ਜਨਮ ਸਥਾਨ ਗੁਰੂ ਕੇ ਮਹਿਲ, ਉਹਨਾਂ ਦਾ ਤਪ ਸਥਾਨ ਬਾਬਾ ਬਕਾਲਾ, ਉਹ ਵੀ ਚਾਹੁੰਦੇ ਆ ਕਿ ਇੱਧਰ ਦੀ ਕਿਤੇ ਨਾ ਕਿਤੇ ਮਤਲਬ ਉਹਨਾਂ ਦੇ ਮਨ 'ਚ ਹੈਗੀ ਆ, ਉਹਨਾਂ ਤੱਕ ਵੀ ਆਵਾਜ਼ ਪਹੁੰਚਣੀ ਚਾਹੀਦੀ ਕਿ 400 ਸਾਲਾ ਅਗਲੇ ਸਾਲ ਆਪਾਂ ਮਨਾ ਰਹੇ ਹਾਂ। ਤੇ ਜੇ ਲੰਘਿਆ, ਤੁਸੀਂ ਦੇਖੋ ਹਾਈਵੇ ਪਰੇ ਆਉਂਦੀ ਜੀ ਪਿੱਛੋਂ ਦੀ,
ਤੇ ਫਿਰ ਤੇ ਬਿਲਕੁਲ ਹੀ ਕੰਮ ਆਪਣੇ ਜਿਹੜੀ ਕੀਤਾ ਕਰਾਇਆ ਵੀ ਜਿਹੜਾ ਤੁਸੀਂ ਇੱਕ ਵੀ ਕੀਤਾ ਉਹ ਵੀ ਗੱਲ ਨਹੀਂ ਬਣਨੀ, ਕਿਉਂਕਿ ਜਿਹੜਾ ਇਹ ਹਾਈਵੇ ਨਾ ਇਹਦੇ ਦੇਖੋ ਗੋਇੰਦਵਾਲ ਸਾਹਿਬ ਸਾਡਾ ਇਤਿਹਾਸਿਕ ਸਥਾਨ, ਜੀ ਖਡੂਰ ਸਾਹਿਬ ਸਾਡਾ ਇਤਿਹਾਸਿਕ ਸਥਾਨ, ਤਰਨਤਾਰਨ ਸਾਹਿਬ ਸਾਡਾ, ਹਰਿਮੰਦਰ ਸਾਹਿਬ, ਦੁਰਗਿਆਣਾ ਤੀਰਥ, ਰਾਮ ਤੀਰਥ, ਵਾਲਮੀਕ ਤੀਰਥ, ਬਾਬਾ ਬੁੱਢਾ ਸਾਹਿਬ ਜੀ ਦੀ ਵੱਡੀ ਮਤਲਬ ਸ਼ਖਸੀਅਤ ਜਿਹੜੇ ਕਿ ਸਾਡੇ ਮਤਲਬ ਜਿਨ੍ਹਾਂ ਨੇ ਸਾਡੇ ਗੁਰੂ ਸਾਹਿਬਾਨਾਂ ਦੇ ਤਿਲਕ ਕਰਦੇ ਰਹੇ ਨੇ, ਉਹਨਾਂ ਦੇ ਧਾਰਮਿਕ ਸਥਾਨ। ਫਿਰ ਵੱਡੀ ਗੱਲ ਮੈਂ ਤੁਹਾਨੂੰ ਦੱਸਿਆ, ਸਾਰੀ ਸੰਗਤ ਜਿਹੜੀ ਆ ਇਹ ਪੁਰਾਣਾ ਇਤਿਹਾਸ ਆ ਕਿ ਜਿੰਨੇ ਵੀ ਟੂਰਿਸਟ ਆਉਂਦੇ ਨੇ ਅੰਮ੍ਰਿਤਸਰ ਇੱਕ ਦੋ ਰਾਤਾਂ ਅੰਮ੍ਰਿਤਸਰ ਰਹਿੰਦੇ, ਇੱਕ ਰਾਤ ਕੱਟਣੀ ਰਹਿੰਦੀ, ਉਹਨਾਂ ਦਾ ਇੱਕ ਰਸਤਾ ਹੈ ਇਹ, ਤੇ ਬਣਾਇਆ ਤਾਂ ਉਹਨਾਂ ਨੂੰ ਤਿਆਰ ਕਰਕੇ ਗਿਆ। ਦੂਜੀ ਗੱਲ ਲੌਜਿਸਟਿਕ ਪਾਰਕ ਇੱਥੇ ਬਣਨਾ ਇਹਦੇ ਹਾਈਵੇ ਤੇ, ਕਿ ਸਾਡੀ ਜਿੰਨੀ ਕਿਸਾਨੀ ਆ ਉਹ ਜਦੋਂ ਵੀ ਕੋਈ ਚਾਹੂਗਾ ਦਿੱਲੀ ਜਾ ਕੇ ਆਪਣਾ ਸਮਾਨ ਵੇਚ ਆਵੇ, ਉਹ ਵੇਚ ਆਵੇ ਦਿੱਲੀ ਤੋਂ ਅੱਗੇ ਜਾ ਕੇ, ਉਹ 4 ਘੰਟੇ 'ਚ ਦਿੱਲੀ ਪਹੁੰਚੂ, 5 'ਚ ਨੈਕਸਟ ਬਣਾਇਆ ਹੀ ਉਹਨਾਂ ਕਰਕੇ ਗਿਆ। ਜਿਹੜੇ ਲੌਜਿਸਟਿਕ ਪਾਰਕ ਬਣੇ ਨੇ ਉਹਨਾਂ ਤੇ ਜਿੰਨੇ ਵੱਡੇ ਸਮਾਨ ਟਰੱਕਾਂ ਦੇ ਆਉਣੇ ਨੇ ਉੱਥੇ ਬਣ ਜਾਣੇ, ਉੱਥੇ ਲੱਦਿਆ ਕਰਨੇ ਆ, ਜਿੱਦਾਂ ਤੁਹਾਡੇ ਵਿਕਸਿਤ ਸ਼ਹਿਰਾਂ ਦੇ ਵਿੱਚ ਆ, ਉੱਥੋਂ ਅੱਗੇ ਛੋਟੀਆਂ ਗੱਡੀਆਂ ਤੇ ਛੋਟੇ ਸ਼ਹਿਰਾਂ ਨੂੰ ਫੀਡ ਕਰਿਆ ਕਰਨਾ, ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦੀ ਹੈ। ਸਾਡੀ ਜਿਹੜੀ ਕੋਸ਼ਿਸ਼ ਆ, ਜਿੱਥੇ ਮੈਂ ਕੋਸ਼ਿਸ਼ ਹਰ ਬੰਦੇ ਨਾਲ ਕਰ ਰਿਹਾ, ਉੱਥੇ ਸਮਝਾਉਣ ਦੀ ਵੀ ਕੋਸ਼ਿਸ਼ ਕਰ ਰਿਹਾ, ਭਾਈ ਇੱਕੋ ਸਾਡੇ ਕੋਲ ਬਿਆਸ ਪਾਰ ਕਰਨ ਵਾਸਤੇ ਬਿਆਸ ਵਾਲਾ ਪੁਲ ਹੈ। ਜਿੱਦਣ ਡੇਰਾ ਬਿਆਸ ਦੇ ਰਾਧਾ ਸਵਾਮੀਆਂ ਦੇ ਜਿਸ ਦਿਨ ਵੱਡਾ ਇਕੱਠ ਹੁੰਦਾ ਆ ਜਾਂ ਉਹਨਾਂ ਦਾ ਕੋਈ ਵੱਡਾ ਭੰਡਾਰਾ ਹੁੰਦਾ ਆ, ਜਗਜੀਤ ਜੀ ਸਾਡੇ ਕੋਲ ਲੰਘਿਆ ਨਹੀਂ ਜਾਂਦਾ ਕਿਸੇ ਕੋਲੋਂ ਇਸ ਏਰੀਏ ਨੂੰ, ਇਹ ਆਪਾਂ ਸਾਰੇ ਜਾਣਦੇ ਭਲੇ, ਤੇ ਲੰਘਣਾ ਔਖਾ ਹੁੰਦਾ ਹੈ, ਤੁਸੀਂ ਇੱਥੋਂ ਲੰਘ ਨਹੀਂ ਸਕਦੇ, ਜਾਮ ਲੱਗੇ ਹੁੰਦੇ ਆ। ਤੇ ਸਾਨੂੰ ਤੇ ਐਕਸਪ੍ਰੈਸਵੇ ਤੇ ਵੈਸੇ ਵੀ ਚਾਹੀਦਾ, ਜਿੰਨੀ ਆਬਾਦੀ ਵੱਧ ਗਈ 2 ਲੱਖ ਟੂਰਿਸਟ ਆਉਣ ਡਿਆ, ਔਰ ਇਹ ਹਿੰਦੁਸਤਾਨ 'ਚ ਪਹਿਲਾ ਧਾਰਮਿਕ ਸਥਲ ਆ ਜਿੱਥੇ ਇੰਨੀ ਤਾਦਾਦ ਦੇ ਵਿੱਚ ਲੋਕ ਆਉਂਦੇ ਆ। ਇਹਨਾਂ ਨੂੰ ਇਹ ਵੀ ਨਹੀਂ ਸਮਝ ਆ ਰਹੀ ਇਸ ਗੱਲ, ਸੋ ਮੈਂ ਕੋਸ਼ਿਸ਼ ਤੇ ਕਰ ਰਿਹਾ ਹਰ ਇੱਕ ਵਾਰ ਨਾਲ ਸੰਪਰਕ ਕਰਨ ਦੀ। ਮੈਂ ਕਹਿਣਾ ਚਾਹੁੰਦਾ ਕਿ ਇਹ ਪ੍ਰੋਜੈਕਟ ਹੈ ਸੈਂਟਰ ਦਾ, ਸੈਂਟਰ ਨੇ ਇਹਦੇ ਸਾਰੇ ਪੈਸੇ ਜਿਹੜੇ, ਸਟੇਟ ਦਾ ਕੋਈ ਰੋਲ ਨਹੀਂ ਇਹਦੇ 'ਚ। ਸੈਂਟਰ ਨੇ ਇਹਨੂੰ ਸਟੇਟ ਨੂੰ ਸਰਵਿਸ ਵਾਸਤੇ ਵੱਖਰੇ ਪੈਸੇ ਦੇਣੇ, ਉਹਨਾਂ ਨੇ ਜਿਹੜੀ ਸਰਵਿਸ ਦੇਣੀ, ਤੇ ਸੈਂਟਰ ਨੂੰ ਇਹਦੇ ਤੇ ਰਿਵਿਊ ਕਰਾਉਣਾ ਚਾਹੀਦਾ, ਚਾਹੇ ਕਿਸੇ ਨੇ ਗਲਤੀ ਕੀਤੀ ਆ, ਕੁਝ ਕਹਿ ਰਹੇ ਸਟੇਟ ਨੇ ਕੀਤੀ, ਮੈਂ ਕਿਸੇ ਨੂੰ ਪਿਨ ਪੁਆਇੰਟ ਨਹੀਂ ਕਰਦਾ, ਜਿੰਨਾ ਚਿਰ ਇਹ ਸਾਨੂੰ ਜਾਂ ਤੇ ਉਹ ਬਿਆਨ ਦੇਣ ਵੀ ਇਸ ਬੰਦੇ ਦੀ ਲੈਟਰ ਕਰਕੇ ਅਸੀਂ ਇਹਨੂੰ ਚੇਂਜ ਕੀਤਾ ਹੈ। ਜਦੋਂ ਤੁਸੀਂ ਪਿਛਲਾ ਪ੍ਰੈਸ ਕਾਨਫਰੰਸ ਬੋਲਦੇ ਜੇ, ਇਹ 18 ਤੱਕ ਤੇ ਪ੍ਰੋਪਰ ਇਹਦੀਆਂ ਲੈਟਰਸ ਆ ਰਹੀਆਂ ਨੇ, ਸੀਐਮ ਸਾਹਿਬ ਵੱਲੋਂ ਜਾ ਰਹੀਆਂ ਕਿ ਜਲਦੀ ਪੂਰਾ ਕਰੋ, ਮਤਲਬ ਚਿੱਠੀਆਂ ਦਾ ਆਦਾਨ ਪ੍ਰਦਾਨ ਹੋ ਰਿਹਾ, ਪ੍ਰੈਸ ਰਿਲੀਜ਼ ਹੋ ਰਹੀਆਂ। 18 ਤੋਂ ਬਾਅਦ ਇਹਦਾ ਬਿਲਕੁਲ ਕੋਈ ਡਾਟਾ ਹੀ ਨਹੀਂ ਮਿਲਦਾ ਵੀ ਕੀ ਹੋ ਰਿਹਾ, ਸਿੱਧਾ ਆ ਕੇ ਇਹ ਪੋਸਟ ਹੋ ਜਾਂਦਾ ਹੈ ਵੈਬਸਾਈਟ। ਮੈਂ ਤੇ ਇਹ ਕਹੂੰਗਾ ਕਿ ਇਹ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਇਹ ਜਿਹੜੀ ਸਾਜ਼ਿਸ਼ ਇਹਦੇ ਵਿੱਚ ਜ਼ਰੂਰ ਜਿਹੜੀ ਹੋਈ ਹੈਗੀ ਆ, ਤੇ ਐਜ਼ ਏ ਪੰਥਕ ਚੈਨਲ ਹੋਣ ਦੇ ਨਾਤੇ ਅਸੀਂ ਦੁਨੀਆ ਭਰ ਦੀਆਂ ਸੰਗਤਾਂ ਨੂੰ ਅਪੀਲ ਕਰਾਂਗੇ ਕਿ ਇਸ ਪ੍ਰੋਜੈਕਟ ਦੇ ਨਾਲ ਜ਼ਰੂਰ ਜੁੜਨਾ ਚਾਹੀਦਾ ਹੈ, ਕਿਉਂਕਿ ਅੰਮ੍ਰਿਤਸਰ ਦੇ ਨਾਲ ਹਰ ਦਿਨ ਆਏ ਦਿਨ ਕੋਈ ਨਾ ਕੋਈ ਜਿਹੜਾ ਧੱਕਾ ਹੁੰਦਾ ਰਹਿੰਦਾ। ਅਸੀਂ ਪਹਿਲਾਂ ਵੀ ਕਿਹਾ ਕਿ ਜਿੱਦਾਂ ਗੁਰਜੀਤ ਸਿੰਘ ਔਜਲਾ ਹੋਣਾ ਨੇ, ਇਹਨਾਂ ਨੇ ਵੀ ਦੱਸਿਆ ਕਿ ਬਹੁਤ ਸਾਰੇ ਜਿਹੜੇ ਪ੍ਰੋਜੈਕਟ ਪਹਿਲਾਂ ਅਲਾਟ ਕੀਤੇ ਗਏ, ਬਾਅਦ ਦੇ ਵਿੱਚ ਅੰਮ੍ਰਿਤਸਰ ਤੋਂ ਲੈ ਲਏ ਜਾਂਦੇ ਆ, ਜਾਂ ਉਹ ਪ੍ਰੋਜੈਕਟ ਪੂਰੇ ਹੀ ਨਹੀਂ ਕੀਤੇ ਜਾਂਦੇ। ਇਹਦੇ ਤੇ ਕੋਈ ਨਾ ਕੋਈ ਇਨਕੁਆਇਰੀ ਜਿਹੜੀ ਵੱਡੇ ਪੱਧਰ ਤੇ ਹੋਰ ਹੋਣੀ ਚਾਹੀਦੀ ਹੈ। ਔਰ ਦੂਸਰੀ ਗੱਲ ਕਹੀਏ ਕਿ ਇਸ ਪ੍ਰੋਜੈਕਟ ਦੇ ਨਾਲ ਅੰਮ੍ਰਿਤਸਰ ਨੂੰ ਬਹੁਤ ਵੱਡਾ ਜਿਹੜਾ ਫਾਇਦਾ ਹੋਣਾ ਸੀ, ਪਰ ਜੇ ਇਹਨੂੰ ਅੰਮ੍ਰਿਤਸਰ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਤੇ ਕਿਤੇ ਨਾ ਕਿਤੇ ਜਿਹੜਾ ਅੰਮ੍ਰਿਤਸਰ ਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ। ਤੇ ਇਹਦੇ ਲਈ ਖਾਸ ਤੌਰ ਤੇ ਇਸ ਪ੍ਰੋਜੈਕਟ ਦੇ ਵਿੱਚ ਜੁੜਨਾ ਚਾਹੀਦਾ ਹੈ, ਖਾਸ ਕਰਕੇ NRI ਜਿਹੜੀਆਂ ਸਾਡੀਆਂ ਸੰਗਤਾਂ ਨੇ ਉਹਨਾਂ ਨੂੰ ਵੀ ਜ਼ਰੂਰ ਇਹਦੇ ਵਿੱਚ ਆਉਣਾ ਚਾਹੀਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਪ੍ਰੋਜੈਕਟ ਨੂੰ ਅੱਗੇ ਲੈ ਕੇ ਜਾ ਕੇ ਤਾਂ ਕਿ ਜਿਹੜੀ ਸਰਕਾਰਾਂ ਤੱਕ ਆਵਾਜ਼ ਪਹੁੰਚੇ। ਕਿਉਂਕਿ ਜੇ ਸੈਂਟਰ ਨੇ ਅਲਾਟ ਕੀਤਾ ਸੀ ਤੇ ਜੇ ਆਪਾਂ ਕਹੀਏ ਕਿ ਲੋਕ ਪ੍ਰੈਸ਼ਰ ਪਾਉਣਗੇ ਤੇ ਇਹ ਨਹੀਂ ਹੋ ਸਕਦਾ ਕਿ ਲੋਕਾਂ ਦੀ ਮਰਜ਼ੀ ਤੋਂ ਬਗੈਰ ਜਾ ਕੇ ਸਰਕਾਰ ਕੋਈ ਕੰਮ ਕਰ ਦਊਗੀ। ਕੀ ਕਹੋਗੇ ਤੁਸੀਂ ਇਸ ਦੇ ਬਾਰੇ ਜੀ? ਬਿਲਕੁਲ ਜੀ, ਦੇਖੋ ਇਸ ਵੇਲੇ ਹਰ ਬੰਦਾ ਜਿਹੜਾ ਪ੍ਰੇਮ ਕਰਦਾ ਹੈ, ਬਹੁਤ ਲੋਕ ਨੇ ਅੰਮ੍ਰਿਤਸਰ ਇਕੱਲੇ ਮਾਝੇ ਦੀ ਗੱਲ ਨਹੀਂ ਕਰਦੇ, ਇਸ ਧਰਤੀ ਤੇ ਆਉਣ ਵਾਲੇ ਦਿੱਲੀ ਜਿੰਨੇ ਵੀ ਸਟੇਟ ਨੇ ਔਰ ਜਿੰਨੇ ਵੀ ਦੁਨੀਆ ਦੇ ਮੁਲਕ ਨੇ, ਉਹਨਾਂ 'ਚ ਜਿੰਨੇ ਵੀ ਪਿਆਰ ਕਰਨ ਵਾਲੇ, ਮੇਰੀ ਇੱਕ ਹੀ ਬੇਨਤੀ ਹੈ, ਮੋਦੀ ਸਾਹਿਬ ਨੂੰ ਕਹੋ, ਨਿਤਿਨ ਗਡਕਰੀ ਜੀ ਦੇ ਉਹਨਾਂ ਦੇ ਕੰਨਾਂ 'ਚ ਪਾਓ ਵੀ ਇਹ ਕੀ ਹੋ ਰਿਹਾ। ਬੇਸਿਕਲੀ ਹੋ ਸਕਦਾ ਉਹਨਾਂ ਨੂੰ ਇਲਮ ਨਾ ਹੋਵੇ, ਕਈ ਵਾਰੀ ਇਹ ਗੱਲਾਂ ਅਫਸਰਾਂ ਲੈਵਲ ਤੇ, ਬਿਊਰੋਕ੍ਰੇਸੀ ਲੈਵਲ ਤੇ ਹੋ ਜਾਂਦੀਆਂ। ਜੀ ਪਰ ਜੇ ਤੁਸੀਂ ਗੱਲ ਸਾਰੇ ਮੀਡੀਆ ਰਾਹੀਂ, ਸਾਰੇ ਚੈਨਲਾਂ ਦੇ ਉੱਤੇ ਇਸ ਚੀਜ਼ ਨੂੰ ਹਾਈਲਾਈਟ ਕਰ ਦੋ ਕਿ ਮੈਂ ਤੁਹਾਨੂੰ ਗੱਲ ਦੱਸਦਿਆਂ, ਅੱਜ ਗੱਲ ਇਹ ਨਹੀਂ, ਜੇ ਅੱਜ ਰਸਤਾ ਪੈ ਗਿਆ ਇੰਨਾ ਰੌਲਾ ਪਾਉਣ ਦੇ ਬਾਵਜੂਦ ਵੀ, ਤੇ ਫਿਰ ਤੇ ਦੇਖੋ ਫਿਰ ਸਾਨੂੰ ਕਿੰਨੇ ਪੁੱਛਣਾ ਹੈ। ਬਿਲਕੁਲ। ਤੇ ਜੇ ਅੱਜ ਆਪਾਂ ਰੋਕ ਲਾਂਗੇ ਤੇ ਫਿਰ ਕੋਈ ਹਿੰਮਤ ਨਹੀਂ ਕਰੂਗਾ, ਹਮਾਕਤ ਨਹੀਂ ਕਰੂਗਾ ਗਾਂ ਗੁਰੂ ਨਗਰੀ ਦੇ ਨਾਲ ਧੱਕਾ ਕਰਨ। ਜੀ ਬਿਲਕੁਲ। ਇਹਨੂੰ ਅੱਜ ਲਾਕਡਾਊਨ ਹੈ, ਸਾਰੇ ਤੁਸੀਂ ਘਰਾਂ 'ਚ ਬੈਠੇ ਜੇ, ਮੈਕਸਿਮਮ ਜਿਹੜੇ ਲੋਕ ਤੁਹਾਡੇ ਕੋਲ ਲੀਡਰ ਸਾਰਿਆਂ ਦੇ ਆਲਣੇ ਬਾਹਰ ਹੈਗੇ ਆ, ਸਾਰੇ ਬਾਹਰ ਤੁਰੇ ਫਿਰਦੇ ਆ, ਜਾਂ ਤਾਂ ਉਹਨਾਂ ਦੇ ਰਿਸ਼ਤੇਦਾਰੀਆਂ ਬਾਹਰ ਚੰਗੀਆਂ ਨੇ, ਜਾਂ ਉਹਨਾਂ ਦੇ ਪਰਿਵਾਰ ਬਾਹਰ ਬੈਠੇ ਨੇ।
ਜੀ ਮੈਂ ਬੇਨਤੀ ਕਰੂੰਗਾ ਉਹਨਾਂ ਨੂੰ, ਇੱਕ ਬੇਨਤੀ ਕਰੋ ਵੀ ਅੱਜ ਤਗੜੇ ਹੋ ਗਏ, ਗੁਰੂ ਨਗਰੀ ਨਾ ਖਲੋ, ਹਰਿਮੰਦਰ ਸਾਹਿਬ ਵਾਲੇ ਬੰਨੇ ਖਲੋ, ਉਹਦੇ ਵਿਰੋਧੀਆਂ ਵਾਲੇ ਬੰਨੇ ਨਾ ਖਲੋ। ਅੱਜ ਸਮਾਂ ਆਇਆ ਤੁਹਾਨੂੰ ਖਲੋਣ ਦਾ। ਵੇਖੋ ਇਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤੇ ਹੋ ਕੇ ਰਹਿਣਾ ਹੈ। ਇਹ ਤੇ ਮਤ ਸੋਚਣ ਜਿਹੜੇ ਸਾਜ਼ਿਸ਼ ਕਰ ਰਹੇ ਵੀ ਸ਼ਾਇਦ ਅਸੀਂ ਲਪੇਟ ਕੇ ਤੇ ਖਵਾ ਕੇ ਨਿਕਲ ਜਾਗੇ, ਇਹ ਨਹੀਂ ਹੋਣਾ। ਇਹ ਤੇ ਐਤਕੀ ਨਿਰਣਾਇਕ ਲੜਾਈ ਲੜਨੀ ਪੈਣੀ ਹੈ। ਦੇਖੋ ਜੇ ਨਹੀਂ ਲੜਾਂਗੇ ਤੇ ਫਿਰ ਜੋ ਹੋ ਰਿਹਾ ਤੁਹਾਨੂੰ ਪਤਾ ਹੀ ਆ। 에ਅਰਪੋਰਟ ਸਾਨੂੰ ਮਿਲਿਆ, ਤੁਹਾਨੂੰ ਪਤਾ ਕਿੰਨੇ ਤਰਲਿਆਂ ਦੇ ਨਾਲ 에ਅਰਪੋਰਟ ਫਲਾਈਟਾਂ ਚਲਾਉਣੀਆਂ ਪੈਂਦੀਆਂ ਜੀ। ਇੱਕ ਮੈਂਬਰ ਪਾਰਲੀਮੈਂਟ ਹੈ ਕਿ ਕਲਰਕ ਵਾਂਗੂ ਕੰਮ ਕਰਨਾ ਪੈਂਦਾ ਇਹਨਾਂ ਕੰਮਾਂ ਵਾਸਤੇ, ਫਿਰ ਜਾ ਕੇ ਫਲਾਈਟ ਚੱਲਦੀਆਂ ਨੇ। ਹਾਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਭਾਈ ਜੀ, ਤੁਹਾਨੂੰ ਤੁਹਾਡੇ ਇੱਕ ਧਿਆਨ 'ਚ ਲਿਆਉਣਾ ਚਾਹੁੰਦਾ ਆ। ਅੱਜ ਕੱਲ ਮੈਂ ਗਿਆ ਸੀ 에ਅਰਪੋਰਟ ਤੇ, ਬ੍ਰਿਟਿਸ਼ ਏਅਰਵੇਜ਼ ਦੀ ਚਾਰਟਰਡ ਫਲਾਈਟ ਜਾ ਰਹੀ ਹੈ ਤੁਹਾਡੇ ਲੰਡਨ ਦੇ, 21ਵੀਂ ਫਲਾਈਟ ਸੀ ਕੱਲ ਅੰਮ੍ਰਿਤਸਰ ਤੋਂ ਪੈਸੇਂਜਰ ਲੈ ਕੇ। ਮੈਂ ਕੱਲ ਬ੍ਰਿਟਿਸ਼ ਏਅਰਵੇਜ਼ ਵਾਲਿਆਂ ਦੇ ਨਾਲ ਤੁਹਾਡੇ ਬ੍ਰਿਟਿਸ਼ ਐਮਬੈਸੀ ਵਾਲਿਆਂ ਨੇ ਇਹ ਫਲਾਈਟ ਅਰੇਂਜ ਕੀਤੀ, ਸਾਰਾ ਪ੍ਰਬੰਧ ਉਹਨਾਂ ਦੇ ਜਿਹੜੇ ਇੱਥੇ ਆਏ ਕੁਲੀਗਸ ਜਾਂ ਉਹਨਾਂ ਦੇ ਜਿਹੜੇ EMPLOYEE ਸੀ। ਮੈਂ ਉਹਨਾਂ ਨੂੰ ਕਿਹਾ ਸੀ ਜਿੰਨੀ ਵਾਰੀ ਬ੍ਰਿਟਿਸ਼ ਏਅਰਵੇਜ਼ ਨਾਲ ਰਿਕੁਐਸਟ ਕੀਤੀ ਹੈ ਵੀ ਤੁਸੀਂ ਅੰਮ੍ਰਿਤਸਰ ਡਾਇਰੈਕਟ ਆਓ, ਉਹ ਤੇ ਕਦੀ ਆਉਣ ਨੂੰ ਤਿਆਰ ਨਹੀਂ। ਹੁਣ ਬ੍ਰਿਟਿਸ਼ ਏਅਰਵੇਜ਼ ਇਹ ਦੱਸੇ ਵੀ 21 ਫਲਾਈਟਾਂ ਕਿਸੇ ਹੋਰ ਸ਼ਹਿਰ ਚੋਂ ਵੀ ਚਲਾਈਆਂ ਜੇ ਹਿੰਦੁਸਤਾਨ ਦੇ, ਸਿਰਫ ਅੰਮ੍ਰਿਤਸਰ ਹੀ ਆ ਜੇ 5-6 ਤੁਹਾਡੀਆਂ ਹੋਰ ਚਲੇ ਜਾਣੀਆਂ ਨੇ। ਉਹਦੇ ਵਾਕਿਆ ਇਹ ਸਾਨੂੰ ਕੀ ਹਮੇਸ਼ਾ ਹੀ ਇਹਨਾਂ ਨੇ ਕਿਹਾ ਕਿ ਨਹੀਂ ਛੋਟਾ ਸ਼ਹਿਰ ਹੈ ਜੀ, ਇੱਥੇ ਕੈਪੈਸਿਟੀ ਨਹੀਂ ਹੈਗੀ, ਪੈਸੇਂਜਰ ਨਹੀਂ ਹੈਗੇ। ਮੈਂ ਦੱਸਿਆ ਅੱਜ ਤੁਸੀਂ ਦੱਸੋ ਹਿੰਦੁਸਤਾਨ ਦੇ ਵਿੱਚ ਜੀ ਸਭ ਤੋਂ ਵੱਧ ਫਲਾਈਟਸ ਕਿੱਥੋਂ ਲਈਆਂ ਆਉਂਦੇ ਅੰਮ੍ਰਿਤਸਰ ਤੋਂ ਚਾਰਟਰਡ ਹੈਗਾ। ਹੁਣ ਕਿਉਂ ਨਹੀਂ ਦਿੱਲੀੋਂ ਜਾ ਕੇ ਚਲਾ ਲੈਂਦੇ ਹੋ? ਹੁਣ ਅਹਿਮਦਾਬਾਦ ਤੋਂ ਚਲਾਓ। ਸਹੀ ਗੱਲ ਹੈ। ਧਰਾਤਲ ਦੀ ਸਥਿਤੀ ਵੀ ਬੜੀ ਕਲੀਅਰ ਹੋਈ ਆ। ਜਿਹੜੀਆਂ ਵੈਨਕੂਵਰ ਦੀਆਂ ਫਲਾਈਟਸ ਹੋਈਆਂ ਨੇ ਉਹ ਵੀ ਅੰਮ੍ਰਿਤਸਰ ਤੋਂ ਹੀ ਜਾ ਰਹੀਆਂ ਨੇ ਹੁਣ ਸਾਰੀਆਂ। ਇਹ 100% ਉਹਦੇ ਚ ਪੰਜਾਬੀ ਜੀ ਕਿਤੇ ਨਾ ਕਿਤੇ, ਕਿਉਂਕਿ ਫਲਾਈਟਾਂ ਦੀ ਗੱਲ ਅਸੀਂ ਆਏ ਦਿਨ ਜਿਹੜੇ ਪ੍ਰੋਗਰਾਮਾਂ 'ਚ ਕਰਦੇ ਰਹਿੰਦੇ ਆ ਕਿ ਜਿੰਨੇ ਵੀ NRIs ਬਾਹਰ ਵਸਦੇ ਨੇ ਉਹ ਚਾਹੁੰਦੇ ਨੇ ਕਿ ਸਿੱਧੇ ਅੰਮ੍ਰਿਤਸਰ ਜਾਇਆ ਜਾਵੇ। ਪਰ ਕਿਤੇ ਨਾ ਕਿਤੇ ਜਿਹੜੀਆਂ ਸਮੱਸਿਆਵਾਂ ਇਹ ਆ ਜਾਂਦੀਆਂ ਨੇ ਕਿ ਫਲਾਈਟਾਂ ਡਾਇਰੈਕਟ ਹੁੰਦੀਆਂ ਹੀ ਨਹੀਂ ਹੈਗੀਆਂ। ਔਰ ਬੜਾ ਇੱਕ ਆਪਾਂ ਕਹਿੰਦੇ ਕਿ ਅਨਨੈਚੁਰਲ ਜਿਹਾ ਵੇ ਹੈਗਾ, ਕਿਉਂਕਿ ਦਿੱਲੀ ਪਰਲੇ ਬੰਨੇ ਪੈਂਦਾ ਹੈਗਾ। ਜੇ ਅਸੀਂ UK ਦੀ ਗੱਲ ਕਰੀਏ, ਜਦੋਂ ਬਰਮਿੰਘਮ ਤੋਂ ਜਾਂ ਲੰਡਨ ਤੋਂ ਜਦੋਂ ਫਲਾਈਟ ਜਾਣੀ ਹੁੰਦੀ ਆ ਤੇ ਪਹਿਲਾਂ ਉਹ ਦਿੱਲੀ ਫਲਾਈਟ ਜਾਂਦੀ ਹੈ, ਦਿੱਲੀ ਤੋਂ ਮੁੜ ਕੇ ਅੰਮ੍ਰਿਤਸਰ ਆਉਂਦੀ ਆ, ਤੇ ਕਿਤੇ ਵੀ ਇਹ ਨੈਚੁਰਲ ਵੀ ਨਹੀਂ ਹੈਗਾ ਜਿਹੜਾ ਰਸਤਾ ਹੈਗਾ। ਮੈਂ ਨਾ ਜੀ ਤੁਹਾਨੂੰ ਦੱਸਣ ਇਹੀ ਗੱਲ ਚਾਹੁੰਦਾ ਵੀ ਅੱਜ ਜਦੋਂ ਸਾਡੇ ਤੇ ਪਹਿਲੇ ਜ਼ਖਮ ਸਾਡੇ ਤੇ ਇਹਨਾਂ ਨੇ ਦਿੱਤੇ ਜੀ, ਬਹੁਤ ਦਿੱਤਾ ਕੁਛ ਨਹੀਂਗਾ। ਅੱਜ ਜਦੋਂ ਲਾਹੌਰ ਨੂੰ ਤੇ ਅੰਮ੍ਰਿਤਸਰ ਨੂੰ ਕੰਪੇਅਰ ਕਰੋ ਤੁਸੀਂ, ਜਦੋਂ ਯਾਦ ਹੋਇਆ ਸੀ ਦੇਸ਼, ਲਾਹੌਰ ਦੀ ਆਬਾਦੀ 6 ਲੱਖ ਸੀ, ਆਪਣੀ 4 ਲੱਖ ਸੀ। ਅੱਜ ਸਾਡੀ 25 ਆ। ਲਾਹੌਰ ਦੀ ਆਬਾਦੀ 1 ਕਰੋੜ 10-12 ਲੱਖ ਹੈ ਤੇ ਇਨਫਰਾਸਟ੍ਰਕਚਰ ਵਾਈਜ਼ ਉਹ ਏਸ਼ੀਆ ਦਾ 10 ਸ਼ਹਿਰਾਂ 'ਚ ਆਉਂਦਾ ਪਹਿਲੇ। ਆਪ ਹਿਸਾਬ ਲਾ ਲਓ ਵੀ ਸਾਡੇ ਨਾਲ ਕਦੋਂ ਦੀਆਂ ਜ਼ਿਆਦਤੀਆਂ ਹੋ ਰਹੀਆਂ। ਪਰ ਮੈਂ ਕੀ ਗੱਲ ਕਹੂੰਗਾ ਫਿਰ ਹੁਣ ਜੀ, ਦੇਖੋ ਫਲਾਈਟਸ ਵੀ ਸਾਨੂੰ, ਚਲੋ ਪ੍ਰਮਾਤਮਾ ਦੀ ਕਿਰਪਾ ਦੇ ਨਾਲ, ਮੈਂ ਕਦੀ ਵੀ ਪੋਜ਼ਿਟਿਵ ਹਮੇਸ਼ਾ ਰਾਜਨੀਤੀ ਕੀਤੀ ਹੈ ਵੀ ਕਦੀ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਅਸੀਂ ਕਰਦੇ। ਪਰ ਇਹ ਵੀ ਤੱਕ ਮਤਲਬ ਜਿੱਦਾਂ ਜਦੋਂ ਜਹਿਦ ਦੇ ਨਾਲ ਮਿਲਦੀਆਂ ਨੇ, ਤੁਹਾਨੂੰ ਪਤਾ ਹੀ ਹੈ। ਜੇ ਅੱਜ ਐਕਸਪ੍ਰੈਸਵੇ ਆ ਗਿਆ, ਕਿਸੇ ਵੀ ਚੀਜ਼ ਦੀ ਤੁਹਾਨੂੰ ਤੋਟ ਨਹੀਂ ਰਹਿਣੀ ਹੈ। ਮੈਂ ਤੁਹਾਨੂੰ ਦੱਸਦਾ, ਅੱਜ ਤੁਸੀਂ ਮਾੜਾ ਜਿਹਾ ਸੋਚ ਕੇ ਦੇਖੋ ਵੀ ਜੇ ਇੱਥੇ ਏਮਸ ਹੁੰਦਾ, ਜੇ ਇੱਥੇ ਸੈਂਟਰਲ ਯੂਨੀਵਰਸਿਟੀ ਹੁੰਦੀ, ਇੱਕ ਵਰਲਡ ਯੂਨੀਵਰਸਿਟੀ ਵੀ ਡਾਕਟਰ ਮਨਮੋਹਨ ਸਿੰਘ ਹੁਣਾਂ ਦਿੱਤੀ ਸੀ, ਉਹ ਵੀ ਸਾਨੂੰ ਕੁਝ ਮਿਲਦਾ ਹੈ, ਕਿੱਥੇ ਰਹਿ ਗਈ, ਕਿਉਂ ਨਹੀਂ ਮਿਲੀ। ਜੇ ਇਹ ਚੀਜ਼ਾਂ, ਕ੍ਰਿਕਟ ਸਟੇਡੀਅਮ ਇੱਥੇ ਹੁੰਦਾ, ਸਾਰਕ ਨੇਸ਼ਨ ਹਸਪੀਟਲ ਇੱਥੇ ਹੁੰਦਾ, ਅੱਜ ਅੰਮ੍ਰਿਤਸਰ ਦੀ ਆਪ ਵੇਖੋ ਵੀ ਕੀ ਹਾਲ, ਕਿਹੋ ਜਿਹਾ ਅੰਮ੍ਰਿਤਸਰ ਹੁੰਦਾ ਤੁਹਾਡੇ ਲੰਡਨ ਨੂੰ ਜਾਂ ਨਿਊਯਾਰਕ ਦੇ ਨਾਲ ਨਾ ਖੜਦਾ। ਬਿਲਕੁਲ ਜਾਂ ਲਾਹੌਰ ਦੇ ਨਾਲ ਕੰਪੈਰੀਜ਼ਨ ਨਾ ਲੋਕ ਕਰਦੇ। ਅੱਜ ਅਸੀਂ ਇੱਕ ਪਿੰਡ ਦੀ ਥਾਂ ਸਾਡੇ, ਜੇ ਗੁਰੂ ਨਗਰੀ ਨਾ ਹਰਿਮੰਦਰ ਸਾਹਿਬ ਨੂੰ ਤੁਸੀਂ ਜਾਂ ਪਵਿੱਤਰ ਸਥਾਨ ਨੂੰ ਸਾਈਡ ਤੇ ਰੱਖ ਕੇ ਵੇਖੋ, ਸਾਡੀ ਤਾਂ ਪਿੰਡ ਤੋਂ ਮਾੜੀ ਹਾਲਤ ਹੋ ਜੀ। ਜੀ ਬਿਲਕੁਲ। ਤੁਸੀਂ ਲਾਹੌਰ ਦੀ ਜਿਹੜੀ ਬਹੁਤ ਵਧੀਆ ਆਪਾਂ ਇੱਕ ਐਗਜ਼ਾਮਪਲ ਦਿੱਤੀ ਹੈਗੀ ਆ, ਕਿਉਂਕਿ ਲਾਹੌਰ ਦੇ ਉੱਤੇ ਜਦੋਂ ਅਸੀਂ ਦੇਖਦੇ ਹੈਗੇ ਆ ਤੇ ਬਹੁਤ ਵੱਡਾ ਜਿਹੜਾ ਬਜਟ ਹੈ ਇਕੱਲੇ ਲਾਹੌਰ ਦੇ ਲਈ ਡੈਡੀਕੇਟਡ ਕੀਤਾ ਜਾਂਦਾ ਸਰਕਾਰ ਦੇ ਵੱਲੋਂ, ਤੇ ਉਹਦੇ ਤੇ ਜਿਹੜਾ ਇਨਫਰਾਸਟ੍ਰਕਚਰ ਦੀ ਮੇਰੇ ਖਿਆਲ ਨਾਲ ਬਹੁਤ ਜ਼ਿਆਦਾ ਜਿਹੜੀ ਲਾਹੌਰ ਜਿਹੜਾ ਅੱਜ ਦੀ ਡੇਟ ਦੇ ਵਿੱਚ ਅੱਗੇ ਜਾ ਚੁੱਕਾ ਹੋਇਆ। ਪਰ ਦੂਸਰੇ ਬੰਨੇ ਜਦੋਂ ਅਸੀਂ ਅੰਮ੍ਰਿਤਸਰ ਦੀ ਗੱਲ ਕਰਦੇ ਹਾਂ ਤੇ ਕਿਤੇ ਨਾ ਕਿਤੇ ਸਾਨੂੰ ਲੱਗਦਾ ਹੈਗਾ ਕਿ ਸਾਡੇ ਨਾਲ ਕੋਈ ਨਾ ਕੋਈ ਵਿਤਕਰਾ ਜਿਹੜਾ ਹੈ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਜ਼ਰੂਰ ਕੀਤਾ ਗਿਆ ਹੈ। ਪਰ ਤੁਹਾਡੇ ਵਰਗੇ ਜੇ ਆਪਾਂ ਕਹੀਏ ਕਿ ਮੈਂਬਰ ਆਫ ਪਾਰਲੀਮੈਂਟ ਜਦੋਂ ਉੱਥੇ ਹੈਗੇ ਨੇ ਤੇ ਜ਼ਰੂਰ ਲੋਕਾਂ ਨੂੰ ਵੀ ਜਿਹੜੀ ਆਪਣੀ ਇੱਕ ਆਵਾਜ਼ ਜਿਹੜੀ ਉੱਪਰ ਉਠਾਉਣੀ ਚਾਹੀਦੀ ਹੈਗੀ ਆ, ਤਾਂ ਕਿ ਜਿਹੜਾ ਇਹ ਵਿਤਕਰਾ ਹੈ ਇਹ ਜਲਦ ਤੋਂ ਜਲਦ ਬੰਦ ਹੋਵੇ। ਤੇ NRIs ਨੂੰ ਅਸੀਂ ਫਿਰ ਇੱਕ ਵਾਰੀ ਅਪੀਲ ਕਰਾਂਗੇ ਕਿ ਇਹਨਾਂ ਦੀ ਇਸ ਕੈਂਪੇਨ ਦਾ ਹਿੱਸਾ ਬਣੋ, ਕਿਉਂਕਿ ਗੱਲਬਾਤ ਜਿਹੜੀ ਆਪਣੀ ਚੱਲ ਰਹੀ ਹੈਗੀ ਆ ਅੰਮ੍ਰਿਤਸਰ ਐਕਸਪ੍ਰੈਸ ਹਾਈਵੇ, ਜੋ ਕਿ ਅੰਮ੍ਰਿਤਸਰ ਤੋਂ ਦਿੱਲੀ ਤੱਕ ਹੋਣਾ ਸੀ, ਬਾਅਦ ਦੇ ਵਿੱਚ ਦਿੱਲੀ ਅੰਮ੍ਰਿਤਸਰ ਦੇ ਨਾਲ ਜਿਹੜਾ ਹੈ ਖਟੜਾ ਆ ਜਾਂਦਾ ਹੈ, ਤੇ ਜਦੋਂ ਹੁਣ ਉਹਦੀ ਅਲਾਟਮੈਂਟ ਹੁੰਦੀ ਹੈ ਤੇ ਵਿੱਚੋਂ ਅੰਮ੍ਰਿਤਸਰ ਨੂੰ ਪਾਸੇ ਕੱਢ ਦਿੱਤਾ ਜਾਂਦਾ ਹੈ। ਇਹ ਐਕਸਪ੍ਰੈਸ ਸਿਰਫ ਦਿੱਲੀ ਤੇ ਖਟੜਾ ਤੱਕ ਹੀ ਰਹਿ ਜਾਂਦਾ ਹੈ।
ਸਾਡਾ ਕਿਸੇ ਦੇ ਧਾਰਮਿਕ ਆਪਾਂ ਕਹੀਏ ਕਿ ਸਥਾਨ ਦੇ ਨਾਲ ਕੋਈ ਵਿਤਕਰਾ ਨਹੀਂ ਹੈ, ਜਾਂ ਅਸੀਂ ਇਹ ਨਹੀਂ ਕੋਈ ਕਹਿਣਾ ਚਾਹੁੰਦੇ ਵੀ ਉਹਨਾਂ ਨੂੰ ਕਿਉਂ ਦਿੱਤਾ ਤੇ ਸਾਨੂੰ ਕਿਉਂ ਨਹੀਂ ਦਿੱਤਾ, ਪਰ ਜੋ ਗੱਲਬਾਤ ਪਹਿਲਾਂ ਹੋਈ ਸੀ, ਜੋ ਕਨਫਰਮੇਸ਼ਨ ਪਹਿਲਾਂ ਹੋਈ ਸੀ, ਉਸ ਨੂੰ ਚੇਂਜ ਕਿਉਂ ਕੀਤਾ ਗਿਆ, ਸਵਾਲ ਇਹ ਹੈਗਾ ਹੈ। ਤੇ ਕਿਉਂ ਅੰਮ੍ਰਿਤਸਰ ਨੂੰ ਸਾਈਡ ਤੇ ਕੱਢਿਆ ਗਿਆ? ਸਰਕਾਰਾਂ ਨੂੰ ਇਸ ਚੀਜ਼ ਤੇ ਜ਼ਰੂਰ ਕੋਈ ਨਾ ਕੋਈ ਆਪਾਂ ਕਹੀ ਕਿ ਲੈਣਾ ਚਾਹੀਦਾ, ਐਕਸ਼ਨ ਸਖਤ ਲੈਣਾ ਚਾਹੀਦਾ, ਔਰ ਖਾਸ ਤੌਰ ਤੇ ਜਿਹੜੀ ਇਨਕੁਆਰੀ ਜਿਹੜੀ ਆ ਉਹ ਵੀ ਜ਼ਰੂਰ ਹੋਣੀ ਚਾਹੀਦੀ, ਔਰ ਇਹਦੇ ਉੱਤੇ ਸੂਝਵਾਨ ਜਿਹੜੇ ਸਾਡੇ ਸਿੱਖ ਵਕੀਲ ਹੈਗੇ ਨੇ ਉਹ ਅੱਗੇ ਆਉਣੇ ਚਾਹੀਦੇ। ਕੋਈ ਨਾ ਕੋਈ ਪੈਨਲ ਬਣਨਾ ਚਾਹੀਦਾ ਜਿਹੜਾ ਇਸ ਗੱਲ ਦੀ ਦੇਖੇ, ਇਸ ਗੱਲ ਦੀ ਨਿਸ਼ਾਨਦੇਹੀ ਕਰੇ ਕਿ ਕਿੰਨੇ ਧੱਕੇ ਅੰਮ੍ਰਿਤਸਰ ਦੇ ਨਾਲ ਹੋਏ ਨੇ, ਔਰ ਇਹਨਾਂ ਦੇ ਪਿੱਛੇ ਕੀ ਸਾਜ਼ਿਸ਼ ਕੀ ਹੈਗੀ ਆ, ਕਿਉਂ ਨਹੀਂ ਅੰਮ੍ਰਿਤਸਰ ਨੂੰ ਇੰਨਾ ਡਿਵੈਲਪ ਹੋਣ ਦਿੱਤਾ ਜਾਂਦਾ, ਕੀ ਕੋਈ ਪਿੱਛੇ ਸਾਜ਼ਿਸ਼ਾਂ ਕੰਮ ਕਰ ਰਹੀਆਂ ਨੇ ਕਿ ਅੰਮ੍ਰਿਤਸਰ ਨੂੰ ਜਿਹੜਾ ਹੈ ਸਾਈਡ ਤੇ ਰਹਿਣ ਦਿਓ? ਕਿਉਂਕਿ ਹੁਣੇ ਜੇ ਆਪਾਂ ਫਲਾਈਟਾਂ ਦੀ ਗੱਲ ਕਰਕੇ ਹਟੇ ਹਾਂ ਕਿ ਫਲਾਈਟਾਂ ਸਿੱਧੀਆਂ ਜਿਹੜੀਆਂ ਹੁਣ ਕਰੋਨਾ ਵਾਇਰਸ ਦੇ ਕਰਕੇ ਜਿਹੜੀਆਂ ਸਿੱਧੀਆਂ ਫਲਾਈਟਾਂ ਅੰਮ੍ਰਿਤਸਰ ਤੋਂ ਇੰਨੀਆਂ ਫਲਾਈਟਾਂ ਆ ਰਹੀਆਂ ਨੇ, ਮਤਲਬ ਲੋਕ ਉੱਥੇ ਆਉਣਾ ਚਾਹੁੰਦੇ ਨੇ ਪਰ ਫਿਰ ਵੀ ਉਹਨਾਂ ਨੂੰ ਜਿਹੜਾ ਹੈ ਵਾਇਆ ਦਿੱਲੀ ਲਿਆਇਆ ਜਾਂਦਾ ਹੈ। ਕਿਤੇ ਨਾ ਕਿਤੇ ਜਿਹੜਾ ਹੈ ਇਹ ਸਵਾਲੀਆ ਚਿੰਨ੍ਹ ਜਿਹੜਾ ਹੈ ਸਰਕਾਰਾਂ ਦੀਆਂ ਕਾਰਗੁਜ਼ਾਰੀਆਂ ਤੇ ਲੱਗਦਾ ਹੈਗਾ। ਤੇ ਗੁਰਜੀਤ ਸਿੰਘ ਜੀ, ਤੁਹਾਡੇ ਵੱਲ ਮੈਂ ਇੱਕ ਵਾਰੀ ਫਿਰ ਦੁਬਾਰਾ ਆਉਣਾ, ਤੇ ਕੀ ਕਿਤੇ ਨਾ ਕਿਤੇ ਸੈਂਟਰ ਦੀ ਸਰਕਾਰ ਹੋਰ ਤੇ ਆਪਾਂ ਕੀ ਸਟੇਟ ਦੀ ਸਰਕਾਰ ਹੋਰ, ਇਹ ਹੋਣ ਦੇ ਕਾਰਨ ਵੀ ਇਹਦਾ ਵੀ ਕੋਈ ਕਾਰਨ ਹੋ ਸਕਦਾ ਹੈ ਜਾਂ ਨਹੀਂ? ਨਹੀਂ ਜੀ, ਨਹੀਂ, ਇਹਦੇ 'ਚ ਇਹਦਾ ਨਹੀਂ ਕੋਈ ਕਾਰਨ ਹੈਗਾ। ਪ੍ਰੋਜੈਕਟ ਤੇ ਅਨਾਉਂਸ ਹੋਏ ਪਈ ਜਿਹੜੇ ਕੰਮ ਤੇ ਚੱਲਦੇ ਰਹਿੰਦੇ ਸਰਕਾਰਾਂ 'ਚ, ਸਰਕਾਰ ਬਦਲ ਜੇ ਭਾਵੇਂ ਕੁਝ ਹੋ ਜੇ। ਹਾਂ, ਪਰ ਇਹ ਹੋਇਆ ਕਿਉਂ ਆ? ਇਹਦੇ ਵਿੱਚ ਬਿਆਨ ਜਾਰੀ ਕਰਨਾ ਚਾਹੀਦਾ ਸਟੇਟ ਗਵਰਨਮੈਂਟ ਨੂੰ ਵੀ ਔਰ ਸੈਂਟਰ ਗਵਰਨਮੈਂਟ ਨੂੰ ਵੀ ਕੀ ਮਜਬੂਰੀ ਆਈ ਆ। ਬੀਬੀ ਹਰਸਿਮਰਤ ਕੌਰ ਬਾਦਲ ਨੇ, ਇਹ ਸੈਂਟਰ 'ਚ ਵਜ਼ੀਰ ਨੇ, ਇਹਨਾਂ ਦਾ ਬਿਆਨ ਇਹਦੀ ਉਹੀ ਆਈ ਜਾਂਦਾ ਜੋ ਪਿਛਲੇ ਪੱਟੀ ਪੜਾਈ ਹੈ ਕਿ ਅੰਮ੍ਰਿਤਸਰ ਦਾ ਹਿੱਸਾ ਵੇਚਿਆ ਜੀ, ਅੰਮ੍ਰਿਤਸਰ ਦੀ ਜਿਹੜੀ ਪੁਰਾਣੀ ਸੜਕ ਆ ਉਹਦੇ ਰਾਹੀਂ ਜਾ ਕੇ ਉਹਨੂੰ ਵੱਡਿਆ ਕਰ ਦਿੱਤਾ ਜਾਊਗਾ, ਫਿਰ ਜਿਹੜੀ ਗੁਰਦਾਸਪੁਰ ਨੂੰ ਨਵੀਂ ਸੜਕ ਬਣੀ ਉਹਦੇ ਰਾਹੀਂ ਅੱਗੇ ਗੁਰਦਾਸਪੁਰ ਫਿਰ ਉਸ ਹਾਈਵੇ 'ਚ ਰਲ ਜਾਾਂਗੇ। ਪਰ ਕਿਉਂ? ਇਹਦੇ ਨਾ ਹੀ ਸਾਡੇ ਵੱਲੋਂ ਬਣਿਆ ਜੀ ਜੀ, ਇਹਦੇ ਦਰਿਆ ਟੱਪਣਾ, ਇਹਨੇ ਬਿਆਸ ਤੇ ਗੋਦਵਾਲਾ ਕੋ ਦਰਿਆ ਟੱਪਣਾ, ਫਿਰ ਜਿਹੜੇ ਅੰਮ੍ਰਿਤਸਰ ਦੀ ਧਰਤੀ ਨੂੰ ਛੂਹਦੇ ਹੋਏ ਉਧਰ ਨੂੰ ਜਾਣਾ। ਬੀਬਾ ਜੀ, ਇਹ ਤੇ ਤੁਹਾਨੂੰ ਤਾਂ ਸੋਚਣਾ ਚਾਹੀਦਾ। ਤੁਸੀਂ ਤੇ ਹਰ ਮਹੀਨੇ ਹਰਿਮੰਦਰ ਸਾਹਿਬ ਆਉਂਦੇ ਜੇ ਜੀ, ਬਿਲਕੁਲ ਬਿਲਕੁਲ, ਹਰ 11 ਦਿਨ ਮੱਥਾ ਟੇਕਦੇ ਜੇ, ਤੇ ਕਿੱਥੇ ਆਪਾਂ ਸਟੈਂਡ ਕਰਨ ਰਹੇ ਆ? ਯੂਨੀਵਰਸਿਟੀ ਤੁਸੀਂ ਲੈ ਗਏ ਧੱਕੇ ਨਾਲ ਸਾਡੇ ਕੋਲ ਬੀਬਾ ਜੀ, ਏਮਜ਼ ਤੁਸੀਂ ਲੈ ਗਏ ਧੱਕੇ ਨਾਲ ਸਾਡੇ ਕੋਲ। ਅੱਜ ਤੁਹਾਡਾ ਕਿਸੇ ਲੀਡਰ ਦਾ ਨਾ ਅੰਮ੍ਰਿਤਸਰ ਦਾ ਬਿਆਨ ਆਇਆ, ਨਾ ਤੁਹਾਡਾ ਸਟੇਟ ਦੇ ਲੀਡਰ ਦਾ ਬਿਆਨ ਆਇਆ, ਇਵਨ ਕਿ ਤੁਸੀਂ ਇਹਦੇ ਪੱਖ 'ਚ ਖਲੋਣ ਡਏ ਜੀ। ਜੀ ਜੀ ਜੀ, ਬਿਲਕੁਲ। ਔਰ ਤੁਹਾਡੀ ਇਸ ਦੇ ਬਾਰੇ ਜੇ ਆਪਾਂ ਕਿ ਸੈਂਟਰ ਦੇ ਵਿੱਚ ਹੋਰ ਕਿਸੇ ਨਾਲ ਕੋਈ ਗੱਲਬਾਤ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ, ਸਿਵਾਏ ਜੇ ਤੁਸੀਂ ਹਰਸਿਮਰਤ ਕੌਰ ਬਾਦਲ ਉਹਨਾਂ ਦਾ ਨਾਮ ਲਿਆ ਹੈਗਾ, ਹੋਰ ਕਿਸੇ ਨਾਲ ਤੁਸੀਂ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ? ਦੇਖੋ ਜੀ, ਮੈਂ ਲਗਾਤਾਰ ਟੱਚ 'ਚ ਆ। ਮੇਰਾ ਦੇਖੋ ਇਸ ਵੇਲੇ ਗੱਲਬਾਤ ਦਾ ਵੀ ਤਰੀਕਾ ਜ਼ਿਆਦਾ ਈਮੇਲ ਹੀ ਕਰਨੀਆਂ ਪੈਂਦੀਆਂ ਨੇ ਔਰ ਫੋਨ ਤੇ ਤਕਰੀਬਨ ਗੱਲਬਾਤ ਹੁੰਦੀ ਰਹਿੰਦੀ ਹੈ, ਪਰ ਅਜੇ ਤੱਕ ਸਾਰਥਿਕ ਨਤੀਜੇ ਤੇ ਨਹੀਂ ਪਹੁੰਚੇ। ਹੁਣ ਸ਼ਵੇਤ ਮਲਿਕ ਹੋਣਾ ਪ੍ਰੈਸ ਕਾਨਫਰੰਸ ਪਰਸੋਂ ਕੀਤੀ ਸੀ ਜੀ, ਨੀਲ ਜੋਸ਼ੀ ਐਕਸ ਮਿਨਿਸਟਰ ਨੇ, ਕਿ ਇਹ ਜਿਹੜਾ ਇਹਨੂੰ ਰਿਵਿਊ ਕਰ ਰਹੇ ਨੇ ਦੁਬਾਰਾ ਤੋਂ ਜੀ ਜੀ। ਤੇ ਮੈਂ ਸੇਮ ਡੇ ਜਿਹੜੀ ਈਮੇਲ ਨਿਤਿਨ ਗਡਕਰੀ ਜੀ ਨੂੰ ਬੇਨਤੀ ਕਰਤੀ ਸੀ ਵੀ ਕਿਰਪਾ ਕਰਕੇ ਜੇ ਕਰ ਰਹੇ ਜੇ ਤੇ ਪਹਿਲੋਂ ਜਿਹੜੇ ਤੁਸੀਂ ਆਰਡਰ ਕੀਤੇ ਆ ਜ਼ਮੀਨ ਅਕਵਾਇਰ ਕਰਨ ਦੇ, ਪਹਿਲੇ ਤੁਹਾਨੂੰ ਕੈਂਸਲ ਕਰੋ, ਉਹਦੇ ਚਿੱਠੀ ਕੱਢੋ, ਭੇਜ ਕੇ ਭਾਈ ਨੂੰ ਸਟਾਪ ਕਰੋ। ਤੇ ਜੇ ਆਪਾਂ ਉਹ ਸਟਾਪ ਨਹੀਂ ਕਰਦੇ, ਇੱਧਰ ਇਹ ਪ੍ਰੈਸ ਕਾਨਫਰੰਸ ਕਰੀ ਜਾਂਦੇ ਕਿ ਰਿਵਿਊ ਕਰਾਂਗੇ, ਤੇ ਫਿਰ ਕਿਵੇਂ ਕਰਾਂਗੇ ਰਿਵਿਊ ਇਹਦਾ? ਜੀ 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 ਜੀ। ਸੋ ਅੱਜ ਮੈਂ ਹਰਿਮੰਦਰ ਸਾਹਿਬ ਨੂੰ ਪਿਆਰ ਕਰਨ ਵਾਲੇ ਹਰ ਦੇਸ਼ ਦੇ ਕੋਨੇ 'ਚ ਵੱਸਦੇ, ਹਰ ਦੁਨੀਆ ਦੇ ਕੋਨੇ 'ਚ ਵੱਸਦੇ ਵੀਰਾਂ ਨੂੰ ਇੱਕ ਹੀ ਬੇਨਤੀ ਕਰੋ ਵੀ ਸਾਥ ਦਿਓ। ਜੇ ਚਾਹੁੰਦੇ ਜੇ ਵੀ ਗੁਰੂ ਨਗਰੀ ਪੂਰੀ ਤਰ੍ਹਾਂ ਡਿਵੈਲਪ ਹੋਵੇ, ਜੇ ਚਾਹੁੰਦੇ ਜੇ ਵੀ ਗਾਂ ਇਹਦੇ ਨਾਲ ਕੋਈ ਧੱਕਾ ਨਾ ਕਰੇ, ਜੇ ਤੁਸੀਂ ਚਾਹੁੰਦੇ ਜੇ ਵੀ ਚਾਹੇ ਅੰਮ੍ਰਿਤਸਰ ਏਅਰਪੋਰਟ ਤੋਂ ਚੜ ਜਾਓ, ਚਾਹੇ ਦਿੱਲੀੋਂ ਚੜ ਜਾਓ, ਤੁਹਾਨੂੰ ਮਹਿਸੂਸ ਹੀ ਨਾ ਹੋਵੇ, ਤੇ ਫਿਰ ਝਗੜੇ ਹੋ ਕੇ ਅੱਜ ਤੁਹਾਡਾ ਖੜਨਾ ਬੰਨਣਾ। ਜਿੰਨੇ ਲੀਡਰ ਤੁਹਾਡੇ ਕੋਲ ਉਹਨਾਂ ਨੂੰ ਕਹੋ ਕਿ ਅੱਜ ਖਲੋ, ਕਿਉਂਕਿ ਇਹ ਮਤਲਬ ਜਿਸ ਤਰੀਕੇ ਦੀ ਲਹਿਰ ਇੱਥੋਂ ਇਲੈਕਟਡ ਪਰਸਨਲ ਨੂੰ ਬਣਨੀ ਚਾਹੀਦੀ, ਉਸ ਤਰੀਕੇ ਦੀ ਬਣੀ ਨਹੀਂ ਗੀ। ਮੈਂ ਤੁਹਾਨੂੰ ਸਿੱਧੀ ਗੱਲ ਦੱਸਦੇ ਆ, ਜਿਹੜੇ ਚੁਣੇ ਨੁਮਾਇੰਦੇ ਨੇ ਜੀ ਜੀ। ਔਰ ਮੈਨੂੰ ਦੇ ਚ ਸਪੋਰਟ ਜਿਹੜੀ ਆ ਜਸਬੀਰ ਸਿੰਘ ਗਿੱਲ ਟਿੰਪੇ ਹੋਣਾ, ਉਹਨਾਂ ਨੇ ਪ੍ਰੈਸ ਕਾਨਫਰੰਸ ਮੇਰੇ ਨਾਲ ਆ ਕੇ ਕੀਤੀ, ਮਨੀਸ਼ ਤਿਵਾੜੀ ਹੋਣਾ ਨੇ ਮੈਨੂੰ ਵਰਬਲੀ ਸਪੋਰਟ ਦਿੱਤੀ, ਡਾਕਟਰ ਅਮਰ ਸਿੰਘ ਹੋਣਾ ਵਰਬਲੀ ਸਪੋਰਟ ਦਿੱਤੀ, ਪਰ ਹੋਰ ਮੈਨੂੰ ਕਿਤੇ ਅਜੇ ਵਰਬਲੀ ਸਪੋਰਟ ਦਾ ਨਹੀਂ ਆਇਆ ਕੁਝ ਵੀ ਇਲਮ ਪੀ ਅਸੀਂ ਜਾਣਕਾਰੀ ਨਹੀਂ ਹਾਸਲ ਹੋਈ ਕਿ ਕੋਈ ਬੰਦੇ ਇਹਦੇ ਨਾਲ ਕਰਨਾ ਚਾਹਤੇ ਜਾਂ ਕੋਈ ਅਖਬਾਰ 'ਚ ਹੀ ਬਿਆਨ ਦਿੱਤਾ ਜੀ। ਇਹ ਗੱਲ ਲੋਕਾਂ ਨੂੰ ਦੱਸ ਦਿਓ ਵੀ ਅੱਜ ਦੁਨੀਆ ਤੁਹਾਨੂੰ ਦੇਖ ਰਹੀ ਆ। ਇਹ ਮਤ ਸੋਚਿਓ ਕਿ ਤੁਸੀਂ ਆਰਾਮ ਨਾਲ ਬੈਠੇ ਹੋ, ਪਬਲਿਕ ਨੂੰ ਪਤਾ ਨਹੀਂਗਾ। ਇਸ ਤਰੀਕੇ ਦੀ ਲਹਿਰ ਬਣਾ ਦਿਓ ਕਿ ਇਹ ਲੋਕ ਇਹ ਆਉਣ ਵਾਲੇ ਸਮੇਂ 'ਚ ਪੀੜ੍ਹੀਆਂ ਯਾਦ ਕਰਨ ਵੀ ਇੱਕ ਧੱਕਾ ਹੋਣ ਲੱਗਾ ਸੀ, ਉਹ ਦੁਬਾਰਾ ਨਹੀਂ ਹੋਊਗਾ। ਬਿਲਕੁਲ ਬਿਲਕੁਲ, ਕਿਉਂਕਿ ਪੁਰਾਣੇ
ਜੇ ਪਿਛਲੇ ਪ੍ਰੋਜੈਕਟਸ ਦੇ ਵਿੱਚ ਹੀ ਜੇ ਆਪਾਂ ਕਹੀਏ ਕਿ ਲੋਕ ਉੱਠੇ ਹੁੰਦੇ, ਲੋਕ ਲਹਿਰ ਬਣੀ ਹੁੰਦੀ, ਤੇ ਕਿਤੇ ਨਾ ਕਿਤੇ ਉਹ ਧੱਕੇ ਨਹੀਂ ਸੀ ਹੋਣੇ, ਚਾਹੇ ਉਹ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਵਾਲੀ ਗੱਲ ਹੋਵੇ ਜਾਂ ਬਹੁਤ ਸਾਰੇ ਜਿਹੜੇ ਪ੍ਰੋਜੈਕਟਸ ਤੁਸੀਂ ਵੀ ਜਿਹੜੇ ਹੁਣੇ ਦੱਸ ਕੇ ਗਏ ਹੋ ਕਿ ਕਿਸ ਤਰੀਕੇ ਦੇ ਨਾਲ ਅੰਮ੍ਰਿਤਸਰ ਨੂੰ ਅਲਾਟ ਹੋਏ ਨੇ, ਪਰ ਅੰਮ੍ਰਿਤਸਰ ਨੂੰ ਦਿੱਤੇ ਨਹੀਂ ਗਏ। ਤੇ ਫਲਾਈਟਾਂ ਵਾਲੀ ਗੱਲ ਆਪਾਂ ਸਮੇਂ-ਸਮੇਂ ਤੇ ਕਰਦੇ ਰਹਿੰਦੇ ਕਿ ਅੰਮ੍ਰਿਤਸਰ ਨੂੰ ਸਿੱਧੀਆਂ ਫਲਾਈਟਾਂ ਨਹੀਂ ਲਾਈਆਂ ਜਾਂਦੀਆਂ, ਜੇ ਲਾਈਆਂ ਵੀ ਜਾਂਦੀਆਂ ਨੇ ਤੇ ਕੋਈ ਇੱਕ ਅੱਧਾ ਬਹੁਤ ਜ਼ਿਆਦਾ ਜ਼ੋਰ ਪਾ ਕੇ, ਤੁਸੀਂ ਉੱਥੇ ਮੈਂਬਰ ਆਫ ਪਾਰਲੀਮੈਂਟ ਹੈਗੇ ਜੇ, ਤੁਸੀਂ ਬਹੁਤ ਜ਼ੋਰ ਪਾਇਆ, ਇੱਥੇ ਸਾਡੇ ਤਨਮਨਜੀਤ ਸਿੰਘ ਜੀ ਢੇਸੀ ਯੂਕੇ ਦੇ ਵਿੱਚ ਹੈਗੇ ਨੇ, ਉਹਨਾਂ ਵੱਲੋਂ ਬਹੁਤ ਜ਼ਿਆਦਾ ਜਿਹੜਾ ਜ਼ੋਰ ਪਾਇਆ ਗਿਆ। ਤੇ ਅਸੀਂ ਕਹੀਏ ਕਿ ਐਜ਼ ਏ ਸਿੱਖ ਹੋਣ ਦੇ ਨਾਤੇ ਅਸੀਂ ਚਾਹੁੰਦੇ ਹਾਂ ਕਿ ਅੰਮ੍ਰਿਤਸਰ ਸ਼ਹਿਰ ਗੁਰੂ ਕੀ ਨਗਰੀ ਉਹਨੂੰ ਆਪਾਂ ਕਹਿੰਦੇ ਹੈਗੇ ਆ, ਤੇ ਉਸ ਦੇ ਵਿੱਚ ਸਾਡਾ ਯੋਗਦਾਨ ਪਵੇ, ਔਰ ਇਸ ਦੇ ਵਿੱਚ ਪਾਰਟੀਬਾਜ਼ੀ ਤੋਂ ਸਾਈਡ ਤੇ ਹਟ ਕੇ ਜਿਹੜਾ ਕੰਮ ਹੈ ਉਹ ਕਰਨ ਦੀ ਲੋੜ ਹੈਗੀ ਆ, ਕਿਉਂਕਿ ਜੇ ਪਾਰਟੀਬਾਜ਼ੀ ਹੋਵੇਗੀ ਤੇ ਕਿਤੇ ਨਾ ਕਿਤੇ ਅਸੀਂ ਆਪਣੇ ਗੁਰੂ ਦੇ ਨਾਲ ਕਿਤੇ ਨਾ ਕਿਤੇ ਗੁਰੂ ਤੋਂ ਬੇਮੁਖ ਹੋ ਰਹੇ ਹਾਂ। ਸਾਨੂੰ ਇਹ ਚੀਜ਼ਾਂ ਸੋਚਣ ਦੀ ਜਿਹੜੀ ਲੋੜ ਹੈਗੀ ਆ। ਤੇ ਅਖੀਰ ਤੇ ਤੁਸੀਂ ਕੀ ਕਹਿਣਾ ਚਾਹੋਗੇ ਆਪਣਾ ਗੁਰਜੀਤ ਸਿੰਘ ਜੀ? ਦੇਖੋ ਜਗਜੀਤ ਸਿੰਘ ਜੀ, ਦਾ ਤੁਸੀਂ ਕਿਹਾ ਨਾ ਪਾਰਟੀ ਬਾਈ ਦੇ ਉੱਤੇ ਉੱਠ ਕੇ, ਮੈਂ ਤੇ ਡੇ 1 ਤੋਂ ਯਾਰ ਬੰਦੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਜੀ ਕਿ ਤੁਸੀਂ ਅੱਗੇ ਲੱਗੋ, ਪਿੱਛੇ ਲੱਗਾਂਗੇ। ਮੇਰੀ ਹਰਦੀਪਪੁਰੀ ਜੀ ਹੁਣਾਂ ਨਾਲ ਗੱਲ ਹੋਈ, ਚਾਹੇ ਇਲੈਕਸ਼ਨ ਇੱਥੇ ਲੜੇ ਸੀ, ਤੇ ਮੇਰਾ ਬਹੁਤ ਵਧੀਆ ਉਹਨਾਂ ਨਾਲ ਪਿਓ ਪੁੱਤਰੀ ਰਿਸ਼ਤਾ ਆ। ਮੈਂ ਉਹਨਾਂ ਨੂੰ ਰਿਕੁਐਸਟ ਕੀਤੀ, ਮੈਂ ਕਿਹਾ ਬੇਨਤੀ ਕੀਤੀ ਕਿ ਤੁਸੀਂ ਤਗੜੇ ਹੋ ਕੇ ਅੱਗੇ ਲੱਗੋ। ਫਿਰ ਉਹਨਾਂ ਨੇ ਗੱਲ ਸਮਝੀ। ਦੇਖੋ ਸਾਜ਼ਿਸ਼ਕਾਰ ਕਿੰਨਾ ਸ਼ੈਤਾਨ ਆ, ਉਹਨਾਂ ਨੂੰ ਕੀ ਕਹਿ ਰਿਹਾ ਵੀ ਅੰਮ੍ਰਿਤਸਰ ਵਾਲੇ ਰੌਲਾ ਪਾ ਰਹੇ ਨੇ ਕਿ ਸ਼ਹਿਰ ਦੇ ਵਿੱਚੋਂ ਦੀ ਹੋ ਕੇ ਜਾਵੇ, ਸ਼ਹਿਰ ਚ ਨਹੀਂ ਜਾ ਸਕਦਾ। ਅਸੀਂ ਤੇ ਕਹਿ ਹੀ ਨਹੀਂ ਸ਼ਹਿਰ ਦੇ ਵਿੱਚ ਦੀ ਜਾਵੇ, ਅਸੀਂ ਕਹਿ ਰਹੇ ਟਾਂਗਰੇ ਲਾਗੋ ਦੀ ਕੱਢਦੇ 25 ਕਿਲੋਮੀਟਰ ਦੂਰ ਆ, ਦਰਿਆ ਟਪਾ ਦਿਓ ਬਿਆਸ। ਤੁਸੀਂ ਕਹਿੰਦੇ ਬਿਆਸ ਦਰਿਆ ਨਹੀਂ ਟਪਾਉਣਾ, ਅਸੀਂ ਕਹਿੰਦੇ ਬਿਆਸ ਦਰਿਆ ਟਪਾਓ ਜੀ। ਗੋਇੰਦਵਾਲ ਸਾਹਿਬ ਤੇ ਲੱਗੋ, ਗੋਇੰਦਵਾਲ ਸਾਹਿਬ ਤੇ ਲੱਗੋ, ਇਹ ਕਾਦੀਆਂ ਲਾਗੋ ਜਾ ਕੇ ਟਪਾਉਂਦੇ ਆ, ਉਹਦਾ ਅੰਮ੍ਰਿਤਸਰ ਨੂੰ ਕੀ ਫਾਇਦਾ ਜੀ? ਬਿਲਕੁਲ ਬਿਲਕੁਲ ਬਿਲਕੁਲ। ਉਹਨਾਂ ਨੂੰ ਫਿਰ ਪੱਟੀ ਬਣਾਤੀ, ਫਿਰ ਉਹਨਾਂ ਨੂੰ ਕਲੀਅਰ ਕੀਤਾ, ਫਿਰ ਉਹਨਾਂ ਨੂੰ ਗੱਲ ਸਮਝ ਲੱਗੀ। ਮੈਂ ਕਿਹਾ ਜੀ ਇਹਨੂੰ ਗੱਲ ਨੂੰ ਭਾਵਨਾ ਨੂੰ ਸਮਝੋ, ਇਹਦੀ ਇਹ ਚੀਜ਼ਾਂ ਨੂੰ ਬੜੇ ਤਰੀਕੇ ਦੇ ਨਾਲ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਆ। ਕਿਰਪਾ ਕਰਕੇ ਤਗੜੇ ਹੋ ਕੇ ਸਟੈਂਡ ਲਓ। ਚਲੋ ਖੈਰ ਉਹਨਾਂ ਨੇ ਵੀ ਇਹਦਾ ਸਟੈਂਡ ਲਿਆ ਵਾ ਜੋ ਮੇਰੇ ਨੌਲੇਜ ਆਇਆ। ਬਾਕੀ ਤਕਰੀਬਨ ਇਹ ਨਹੀਂ ਕਹਿ ਸਕਦੇ। ਦੇਖੋ ਬਹੁਤ ਲੋਕ ਪਿਆਰ ਕਰਨ ਵਾਲੇ, ਹੋ ਸਕਦਾ ਪਰਦੇ ਦੇ ਪਿੱਛੇ ਵੀ ਕੋਈ ਸਪੋਰਟ ਕਰ ਰਿਹਾ ਹੋਵੇ, ਕੋਈ ਫਰੰਟ ਤੇ ਕਰ ਰਿਹਾ, ਪਰ ਮੈਂ ਇੱਕ ਗੱਲ ਕਹੂੰਗਾ, ਅੱਜ ਸਾਰੀ ਦੁਨੀਆ ਦੇਖਣ ਦੀ ਅੱਜ ਵੇਲੇ ਇਸ ਵੇਲੇ ਫਰੰਟ ਤੇ ਆ ਕੇ ਲੜਾਈ ਲੜਨ ਦੀ ਲੋੜ ਆ, ਇਸ ਹਾਈਵੇ ਵਾਸਤੇ, ਇਸ ਗੁਰੂ ਨਗਰੀ ਵਾਸਤੇ, ਇਸ ਵਾਟਰ ਬੈਡ ਦੇ ਲੋਕਾਂ ਵਾਸਤੇ। ਚਾਹੇ ਮੁਗਲਾਂ ਦੇ ਸਮੇਂ ਦੀ ਗੱਲ ਕਰ ਲਓ, ਚਾਹੇ ਉਸ ਤੋਂ ਬਾਅਦ ਦੀ ਗੱਲ ਕਰ ਲਓ, ਚਾਹੇ ਕਾਲੇ ਦੌਰ ਦੀ ਗੱਲ ਕਰ ਲਓ, ਜਿਹੜਾ ਪਿਛਲੇ ਸਮੇਂ 'ਚ ਇਸ ਖਿੱਤੇ ਨੇ ਹੰਢਾਇਆ। ਇੰਡਸਟਰੀ ਸਾਰੀ ਤਬਾਹ ਹੋ ਗਈ, ਰਾਈਸ ਦੀ ਇੰਡਸਟਰੀ ਚਲੇਗੀ, ਨੈਟਸ ਦੀ ਇੰਡਸਟਰੀ ਚਲੇਗੀ, ਵੱਡੀਆਂ ਫੈਕਟਰੀਆਂ ਬੰਦ ਹੋ ਗਈਆਂ, ਓਸੀਐਮ ਮੋਸਵਾਲ ਸਾਰੀ ਉੱਜੜ ਕੇ ਚਲੇਗੀ, ਪੱਖਿਆਂ ਦੇ ਕਾਰੋਬਾਰ ਚਲੇ ਗਿਆ, ਨਟ ਪੁਲ ਦਾ ਚਲੇ ਗਿਆ, ਚਾਹ ਦਾ ਬੜਾ ਵੱਡਾ ਪੱਤੀ ਦਾ ਕਾਰੋਬਾਰ ਸੀ, ਹੋਰ ਵੀ ਨੇਕਾ ਕਾਰੋਬਾਰ ਸੀ ਜਿਹੜੇ ਸਭ ਉੱਜੜ ਗਏ ਨੇ। ਤੇ ਕਿਰਪਾ ਕਰਕੇ ਮੇਰੀ ਬੇਨਤੀ ਹੱਥ ਜੋੜ ਕੇ ਵੀ ਸਾਰੇ ਤਗੜੇ ਹੋ ਕੇ ਸਾਥ ਦਿਓ ਗੁਰੂ ਨਗਰੀ ਦਾ। ਇਹ ਜੇ ਇੱਥੇ ਬੈਠੇ ਕੰਮ ਕਰ ਲਓ, ਮੇਰਾ ਸਮਝੋ ਪਰਮਾਤਮਾ ਦੀ ਦਰਾਂ 'ਚ ਹਾਜ਼ਰੀ ਲੱਗ ਗਈ। ਬਿਲਕੁਲ ਜੀ। ਜਗਜੀਤ ਸਿੰਘ ਜੀ, ਆਪਾਂ ਦਰਸ਼ਕਾਂ ਨੂੰ ਇੱਕ ਵਾਰੀ ਫੇਰ, ਸਾਡੇ ਨਾਲ ਬਹੁਤ ਸਾਰੇ ਦਰਸ਼ਕ ਜੁੜ ਚੁੱਕੇ ਨੇ, ਉਹਨਾਂ ਨੂੰ ਆਪਾਂ ਦੱਸਦੇ ਚੱਲੀਏ ਕਿ ਗੱਲਬਾਤ ਆਪਾਂ ਇੱਥੇ ਕਰ ਰਹੇ ਹੈਗੇ ਅੰਮ੍ਰਿਤਸਰ ਦੇ ਨਾਲ ਹੋਏ ਧੱਕੇ ਦੀ। ਤੇ ਹੁਣ ਮੇਰੇ ਨਾਲ ਮੇਰੇ ਸਹਿਯੋਗੀ ਅਮਨਪ੍ਰੀਤ ਸਿੰਘ ਜੀ, ਉਹ ਵੀ ਸਾਡੇ ਨਾਲ ਸਟੂਡੀਓ ਤੋਂ ਜੁੜ ਚੁੱਕੇ ਨੇ, ਤੇ ਉਹ ਵੀ ਜਿਹੜਾ ਹੈ ਗੁਰਜੀਤ ਸਿੰਘ ਔਜਲਾ, ਜੋ ਕਿ ਮੈਂਬਰ ਆਫ ਪਾਰਲੀਮੈਂਟ ਨੇ ਅੰਮ੍ਰਿਤਸਰ ਤੋਂ, ਇਸ ਕੈਂਪੇਨ ਨੂੰ ਲੀਡ ਕਰ ਰਹੇ ਨੇ। ਇਹਨਾਂ ਵੱਲੋਂ ਜਿਹੜੀ ਗੱਲਬਾਤ ਜਿਹੜੀ ਸਾਹਮਣੇ ਆਈ ਹੈਗੀ, ਪਹਿਲੀ ਵਾਰ ਪਤਾ ਲੱਗਿਆ ਕਿ ਕਿਸ ਤਰੀਕੇ ਦੇ ਨਾਲ ਪ੍ਰੋਜੈਕਟ ਲਾਂਚ ਕੀ ਹੋਇਆ ਸੀ ਤੇ ਹੁਣ ਪ੍ਰੋਜੈਕਟ ਨੂੰ ਕਿਹੜੇ ਬੰਨੇ ਲੈ ਕੇ ਜਾਇਆ ਜਾ ਰਿਹਾ ਹੈਗਾ। ਹਾਂਜੀ ਅਮਨਪ੍ਰੀਤ, ਕੀ ਕਹਿਣਾ ਚਾਹੋਗੇ ਤੁਸੀਂ? ਜੀ ਮੇਰਾ ਇਹ ਸਵਾਲ ਹੈਗਾ ਜੀ ਕਿ ਅੱਜ ਦੇ ਸਮੇਂ ਦੇ ਵਿੱਚ ਅਸੀਂ ਗੱਲ ਹੁਣ ਕਰੀਏ ਕਿ ਭਾਵੇਂ ਹੀ ਇਸ ਐਕਸਪ੍ਰੈਸ-ਵੇ ਦੇ ਨਾਲ ਰੋਜ਼ਗਾਰ ਜੁੜਦਾ ਸੀ ਜਾਂ ਵਪਾਰ ਜਿਸ ਤਰੀਕੇ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਵਧਣਾ ਸੀ, ਅੱਜ ਅਸੀਂ ਮੰਨਣ ਦੀ ਕੋਸ਼ਿਸ਼ ਕਰੀਏ ਕਿ ਹੁਣ ਦੇ ਮੈਂਬਰ ਪਾਰਲੀਮੈਂਟ ਕਾਂਗਰਸ ਦੇ, ਪਿਛਲੇ ਮੈਂਬਰ ਪਾਰਲੀਮੈਂਟ ਕੈਪਟਨ ਸਾਹਿਬ ਉਹ ਵੀ ਕਾਂਗਰਸ ਤੋਂ, ਹੁਣ ਇਸ ਵੇਲੇ ਕਾਂਗਰਸ ਪਾਰਟੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਉਹ ਵੀ ਇਸ ਵੇਲੇ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਸਨ। ਤਾਂ ਪਿੱਛੇ ਤੁਹਾਨੂੰ ਜਿਸ ਵੇਲੇ ਤੁਸੀਂ ਆਪਣੀ ਕੁਰਸੀ ਸੰਭਾਲੀ, ਉਸ ਵੇਲੇ ਤੁਹਾਨੂੰ ਕਿਹਨਾਂ ਹਾਲਾਤਾਂ ਦੇ ਵਿੱਚ ਅੰਮ੍ਰਿਤਸਰ ਮਿਲਿਆ ਸੀ ਕਿ ਕੁਝ ਸਾਲਾਂ ਦੇ ਵਿੱਚ ਕੈਪਟਨ ਸਾਹਿਬ ਉਸ ਤਰੀਕੇ ਦੇ ਨਾਲ ਛੱਡ ਕੇ ਗਏ ਸੀ ਕਿ ਹਾਂ ਇੱਕ ਤਰੀਕੇ ਦੀ ਦਿੱਖ ਕੇਂਦਰ ਨੂੰ ਵੀ ਕਿਤੇ ਨਾ ਕਿਤੇ ਦੇਖਦੀ ਕਿ ਹਾਂ ਸਾਡਾ ਅੰਮ੍ਰਿਤਸਰ, ਜਿੱਥੋਂ ਅਸੀਂ ਵੀ ਆਪਣਾ ਇੱਕ ਵੱਡਾ ਆਗੂ ਅਰੁਣ ਜੇਟਲੀ ਉਤਾਰਨ ਦੀ ਕੋਸ਼ਿਸ਼ ਕੀਤੀ ਸੀ, ਭਾਵੇਂ ਉਹ ਨਾ ਜਿੱਤ ਸਕਿਆ ਹੋਏ, ਲੇਕਿਨ ਫਿਰ ਵੀ ਅੰਮ੍ਰਿਤਸਰ ਨੂੰ ਉਸ ਤਰੀਕੇ ਦਾ ਦਰਜਾ ਨਹੀਂ ਮਿਲ ਪਾਇਆ। ਦੇਖੋ ਅਮਰਪ੍ਰੀਤ ਜੀ, ਗੱਲ ਇਹ ਆ, ਇਹ ਜਿਹੜੇ ਕੰਮ ਹੁੰਦੇ ਆ ਇਹ 2 ਸਾਲ ਦੇ ਕੰਮ ਨਹੀਂਗੇ, ਇਹ ਦਿਹਾਕਿਆਂ ਦੇ ਕੰਮ ਨੇ ਜੀ। ਕਰੀਬ 3 ਵਾਰੀ ਸਿੱਧੂ ਜੀ ਇੱਥੋਂ ਚੁਣ ਕੇ ਗਏ ਨੇ, ਠੀਕ ਹੈ ਜੀ। 2 ਸਾਲ ਕੈਪਟਨ ਸਾਹਿਬ ਇੱਥੇ ਮੈਂਬਰ ਪਾਰਲੀਮੈਂਟ ਰਹੇ ਨੇ, 2 ਸਾਲ। ਉਦੋਂ ਕਿਹੜੇ ਹਾਲਾਤਾਂ 'ਚੋਂ ਇੱਥੇ ਆਏ ਆ, ਸਭਨਾਂ ਨੂੰ ਪਤਾ, ਉਹ ਤੇ ਆਉਂਦੇ ਨਹੀਂ ਸੀ ਕਿ ਮੈਂ ਇਸ ਰਾਜਨੀਤੀ 'ਚ ਨੇ ਆਉਣਾ, ਮੇਰਾ ਪੰਜਾਬ ਫੋਕਸ ਹੈ। ਉਸ ਤੋਂ ਬਾਅਦ 17 'ਚ ਮੈਨੂੰ ਮਿਲੀ ਹੈ, ਮੈਂ ਇੱਕ ਆਮ ਜ਼ਿਲ੍ਹਾ ਪ੍ਰਧਾਨ ਸੀ, ਜ਼ਿਲ੍ਹਾ ਪ੍ਰਧਾਨ ਨੂੰ ਮੌਕਾ ਮਿਲਿਆ ਔਰ ਪਾਰਟੀ ਨੇ ਵਿਸ਼ਵਾਸ ਕੀਤਾ, ਲੋਕਾਂ ਨੇ ਵਿਸ਼ਵਾਸ ਕੀਤਾ, ਭੱਜ
ਤੁਸੀਂ 2 ਸਾਲ ਦੇ ਵਿੱਚ ਮੇਰੀ ਫੇਸਬੁੱਕ ਤੇ ਜਾ ਕੇ ਚੈੱਕ ਕਰ ਸਕਦੇ ਜੀ, ਕੋਈ ਕਮੀ ਛੱਡੀ ਆਪਾਂ ਕਿਸੇ ਦਾ। 2 ਸਾਲ 'ਚ ਤੁਸੀਂ ਸੋਸ਼ਲ ਮੀਡੀਆ ਚੈੱਕ ਕਰ ਲਓ, ਔਰ ਕੋਈ ਥਾਂ ਦੱਸੋ ਵੀ ਜਿੱਥੇ ਮੈਂ ਪ੍ਰੈਜ਼ੈਂਟ ਨਹੀਂ ਗਾ ਅੰਮ੍ਰਿਤਸਰ ਦੇ ਹੱਕ ਵਾਸਤੇ ਖੜਾ। ਔਰ ਉਹਦਾ ਨਤੀਜੇ ਕੀ ਹੁੰਦੇ ਆ ਅਮਰਪ੍ਰੀਤ ਜੀ? ਵੇਖੋ, ਚੁੱਪ ਕਰਕੇ ਬੈਠੇ ਰਹੀਏ ਉਹਦਾ ਵੀ ਕੋਈ ਹੱਲ ਨਹੀਂਗਾ, ਕਿਉਂਕਿ ਚੁਣਦੇ ਇਹਨਾਂ ਕੰਮਾਂ ਵਾਸਤੇ ਹੀ ਹੈ ਸਾਨੂੰ, ਕਿ ਅਸੀਂ ਆਵਾਜ਼ ਬੁਲੰਦ ਕਰੀਏ। ਕਿਉਂਕਿ ਮੇਰੇ ਕੋਲ ਕੋਈ ਮਤਲਬ ਮੇਰੇ ਕੋਲ ਅਥਾਰਟੀ ਨਹੀਂ ਹੈਗੀ ਕਿ ਮੈਂ ਲਿਖ ਕੇ, ਮੇਰੇ ਸਾਈਨਿੰਗ ਅਥਾਰਟੀਆਂ, ਮੇਰੇ ਆਖਿਆ ਇਹਨੇ ਪਾਸ ਹੋ ਜਾਣਾ, ਮੇਰੇ ਆਖਿਆ ਪੈਸੇ ਹੋ ਜਾਣੇ ਆ, ਮੇਰੇ ਆਖਿਆ ਟੈਂਡਰਿੰਗ ਹੋ ਜਾਣੀ ਆ, ਮੈਂ ਜੇ ਇਹਦੀ ਡਾਇਰੈਕਸ਼ਨ ਤੇ ਗਲਤ ਹੋ ਗਈ ਉਹ ਤੇ ਮੇਰਾ ਕੰਮ ਹੈ ਰੌਲਾ ਪਾਉਣਾ ਤੇ ਲਿਖਣਾ ਤੇ ਸੰਬੰਧਿਤ ਡਿਪਾਰਟਮੈਂਟ ਦਾ ਟੱਚ ਚਾਉਣਾ ਤੇ ਲੋਕਾਂ ਨੂੰ ਅਗਾਹ ਕਰਨਾ ਵੀ ਆਹ ਤੁਹਾਡੇ ਨਾਲ ਹੋਣ ਲੱਗਾ ਹੈ। ਤੇ ਇਹ ਵੀ ਤੁਸੀਂ ਵੇਖੋ ਕਿ ਭਾਈ ਸਾਹਿਬ ਜਦੋਂ ਪਹਿਲੀ ਵਾਰੀ ਗਏ ਨੇ ਜਿਹੜੇ ਪ੍ਰੋਜੈਕਟ ਇੱਥੋਂ, ਉਦੋਂ ਕਦੀ ਆਵਾਜ਼ ਨਹੀਂ ਸੀ ਉੱਠੀ ਅੰਮ੍ਰਿਤਸਰ ਤੋਂ। ਇਹ ਤਾਂ ਉਦੋਂ ਦੇ ਮੈਂਬਰ ਪਾਰਲੀਮੈਂਟ ਦੱਸ ਸਕਦੇ ਨਾ ਵੀ ਕਿਉਂ ਨਹੀਂ ਬੋਲੇ ਹੋ। ਜੀ ਸਾਨੂੰ ਤੇ ਅੱਜ ਪਤਾ ਲੱਗਾ ਉਤਰਾ ਸਾਹਿਬ ਕਿ ਮਹਾਰਾਸ਼ਟਰ ਦੇ ਵਿੱਚ ਸ਼ਿਰਡੀ ਵਾਲੇ ਇਲਾਕੇ ਦੇ ਵਿੱਚ ਜਿੱਥੇ ਹਾਈਵੇ ਦਾ ਪਲਾਨ ਬਣਨਾ ਹੋਵੇ, ਯੂਪੀ ਦੇ ਵਿੱਚ ਹਰਿਦਵਾਰ ਨੂੰ ਜੋ ਉੱਥੇ ਦੀ ਹੈਰੀਟੇਜ ਸਿਟੀ ਆ ਉੱਥੇ ਦਾ ਹਾਈਵੇ ਦਾ ਪਲਾਨ ਬਣਦਾ ਹੋਵੇ, ਅਹਿਮਦਾਬਾਦ ਗੁਜਰਾਤ ਦੀ ਆਪਣੀ ਗੱਲ ਕਰ ਲਈਏ ਬੀਜੇਪੀ ਦੇ ਗੜ੍ਹ ਦੀ, ਉੱਥੋਂ ਦੇ ਕੋਈ ਪਲਾਨ ਅਜਿਹੇ ਸ਼ਿਫਟ ਨਹੀਂ ਹੁੰਦੇ ਕਿ ਜਿਨ੍ਹਾਂ ਦੇ ਨਾਲ ਲੋਕਾਂ ਦੇ ਮਨ ਦੇ ਵਿੱਚ ਆਏ ਕਿ ਹਾਈ ਕੇਂਦਰ ਸਰਕਾਰ ਸਾਡੇ ਨਾਲ ਅਜਿਹਾ ਵਿਤਕਰਾ ਕਿਉਂ ਕਰ ਰਹੀ ਹੈ। ਹੋ ਰਿਹਾ ਤਾਂ ਵਿਤਕਰਾ ਪੰਜਾਬ ਦੇ ਨਾਲ ਹੀ ਹੋ ਰਿਹਾ, ਭਾਵੇਂ ਸੱਤਾ ਦੇ ਵਿੱਚ ਕੇਂਦਰ ਹੋਏ, ਭਾਵੇਂ ਹੋਏ ਕਾਂਗਰਸ। ਅਮਰਪ੍ਰੀਤ ਜੀ, ਜਿਹੜਾ ਤੁਹਾਡਾ ਪਲੇਟਫਾਰਮ ਹੈ ਤੁਸੀਂ ਕੋਈ ਵੀ ਗੱਲ ਕਰ ਸਕਦੇ, ਮੇਰਾ ਜਿਹੜਾ ਪਲੇਟਫਾਰਮ ਹੈ ਮੈਂ ਇੱਕ ਉਸ ਪਾਰਟ ਦਾ ਹਿੱਸਾ ਆ ਜਿਹੜਾ ਪਾਰਲੀਮੈਂਟ ਹੈ। ਮੈਂ ਕੋਈ ਵੀ ਇਹੋ ਜਿਹੀ ਗੱਲ ਨਹੀਂ ਕਰਨੀ ਚਾਹੁੰਦਾ ਕਿ ਉਹਨਾਂ ਨੂੰ ਇਹ ਸੋਚੋ ਵੀ ਸਾਡੇ ਨਾਲ ਕੋਈ ਗਲਤ ਗੱਲ ਕਰ ਰਹੇ। ਮੈਂ ਤੇ ਇੱਕ ਗੱਲ ਇਹ ਨਾ ਵੀ ਅੱਜ ਸਮਾਂ ਆ ਇਹ ਗਲਤੀ ਸੁਧਾਰਨ ਦਾ। ਬਿਲਕੁਲ ਸਮਝਦੀ ਆ ਕਿ ਆਪਾਂ ਤੁਹਾਨੂੰ ਬੜੀ ਗੇਮ ਚ ਨਹੀਂ ਪੈਂਦੇ, ਗੱਲਾਂ ਤੇ ਬਹੁਤ ਕਰ ਸਕਦੇ ਆ, ਗੱਲਾਂ ਬਹੁਤ ਪਰ ਇਸ ਗਲਤ ਡਾਇਰੈਕਸ਼ਨ ਨਹੀਂ ਦੇਣਾ ਚਾਹੁੰਦਾ। ਮੈਂ ਤੇ ਇੱਕ ਹੀ ਬੇਨਤੀ ਕਰਦਾ ਕਿ ਗਲਤੀ ਹੁੰਦਾ ਬਿਊਰੋਕਰੇਟ ਤੇ ਰਹੀ ਹੈ। ਪੋਲੀਟੀਕਲ ਬੰਦਾ ਸਿਰਫ ਕਹਿ ਸਕਦਾ ਇਦਾਂ ਕਰ ਦੋ ਉਦਾਂ ਕਰ ਦੋ, ਸਾਈਨਿੰਗ ਅਥਾਰਟੀ ਬਿਊਰੋਕਰੇਟ ਹੁੰਦਾ ਹੈ ਜੀ। ਮੈਂ ਤੇ ਇੱਕ ਹੀ ਬੇਨਤੀ ਕਰਦਾ, ਉਹਨੂੰ ਪਤਾ ਆ, ਉਹ ਇਸ ਗੱਲ ਨੂੰ ਸਾਰੇ ਨੂੰ ਭੁੱਲ ਕੇ ਪੋਲੀਟੀਕਲ ਬੰਦੇ ਵੀ ਇਸ ਪਲੇਟਫਾਰਮ ਤੇ ਆ ਜਾਣ, ਚਲੋ ਛੱਡੋ ਯਾਰ ਹੋ ਗਿਆ, ਆਪਾਂ ਵੀ ਕਹਾਂਗੇ ਚਲੋ ਛੱਡੋ। ਮੈਂ ਦਾਅਵੇ ਨਾਲ ਕਹਿੰਦਾ ਅੱਜ ਤੋਂ ਬਾਅਦ ਜੇ ਇਹ ਠੀਕ ਕਰ ਦੇਣ ਤੇ ਮੇਰੇ ਕੋਲ ਕੋਈ ਵੀ ਗੱਲ ਕਿਸੇ ਪ੍ਰਤੀ ਸੁਣ ਲੋਗੇ ਤੇ ਮੈਨੂੰ ਜਿੱਥੇ ਮਰਜ਼ੀ ਬਿਠਾ ਦਿਓ, ਮੈਂ ਕਹੂੰਗਾ ਨਹੀਂ। ਕੈਪਟਨ ਅਮਰਿੰਦਰ ਸਿੰਘ ਨਾਲ ਤੁਹਾਡੀ ਗੱਲ ਹੋਈ ਹੋਈ ਇਸ ਮੁੱਦੇ ਦੇ ਉੱਤੇ, ਉਹਨਾਂ ਦਾ ਕੀ ਪੱਖ ਸੀਗਾ? ਉਹਨਾਂ ਨੇ ਵੀ ਕਿਹਾ, ਮੇਰੀ ਨੌਲੇਜ ਆਇਆ, ਮੈਂ ਇਹਦੀ ਮਤਲਬ ਇਹਦੀ ਇਨਕੁਆਇਰੀ ਕਹਿ ਲਓ ਜਾਂ ਇਹਦੀ ਮੈਂ ਦੇਖ ਰੇਖ ਦੀ ਮੈਂ ਕਰਵਾ ਰਿਹਾ ਹਾਂ ਕਿ ਕਿਉਂ ਹੋਇਆ ਹੈ ਜੀ। ਜੇਕਰ ਸੈਂਟਰ ਤੱਕ ਅਸੀਂ ਗੱਲ ਪਹੁੰਚਾਉਂਦੇ ਵੀ ਆ ਤੇ ਅਗਰ ਸੈਂਟਰ ਨੂੰ ਅਸੀਂ ਕਨਵਿੰਸ ਵੀ ਕਰ ਲੈਂਦੇ ਆ ਤਾਂ ਵੀ ਕਿੰਨਾ ਸਮਾਂ ਲੱਗੇਗਾ ਇਸ ਪ੍ਰੋਜੈਕਟ ਨੂੰ ਅਸੀਂ ਲੀਹਾਂ ਦੇ ਉੱਤੇ ਲਗਾ ਸਕੀ? ਚਲੋ ਕੋਸ਼ਿਸ਼ਾਂ ਤਾਂ ਕਰ ਸਕਦੇ ਆ, ਸਭ ਕੁਝ ਰੈਡੀ ਆ, ਪੈਸੇ ਰੈਡੀ ਨੇ, ਟੈਂਡਰਿੰਗ ਹੋਣ ਵਾਲੀ ਹੈ, ਜ਼ਮੀਨ ਪਾ ਰਿਹਾ। ਉਹ ਸਿਰਫ ਮਹੀਨੇ ਇੱਕ ਦੀ ਗੱਲ ਹੈ, 1 ਮਹੀਨੇ ਚ ਰਿਵਿਊ ਹੋ ਸਕਦਾ, ਕੰਮ ਕੁਝ ਵੀ ਨਹੀਂਗਾ। ਇਹਦੀ ਕੋਈ ਅੜਚਨ ਨਹੀਂ ਹੈਗੀ। ਮੈਂ ਦੇਖੋ ਜੇ ਕੋਈ ਹੋਰ ਗੱਲ ਹੁੰਦੀ ਅਸੀਂ ਮੂਵਮੈਂਟ ਹੋਰ ਤਰੀਕੇ ਨਾਲ ਚਲਾ ਸਕਦੇ ਹਾਂ। ਹੁਣ ਕੋਵਿਡ-19 ਦੀ ਪ੍ਰੋਬਲਮ ਹੈ, ਕਰੋਨਾ ਵਾਇਰਸ ਕਿੰਨੀ ਹਾਲਾਤ ਮਾੜੇ ਬਣੇ ਪਏ ਆ। ਲੰਡਨ ਦੇ ਤੁਸੀਂ ਦੇਖੋ, ਪੰਜਾਬ ਦੇ ਦੇਖੋ, ਇੰਡੀਆ ਦੇ ਦੇਖੋ, ਅਜੇ ਅਸੀਂ ਤੇ ਫਿਰ ਬੜੇ ਕੰਟਰੋਲ ਚ ਆ। ਬਾਹਰ ਦੇਖੋ ਕਿੰਨਾ ਮਹਾਮਾਰੀ ਹੈ। ਉਹ ਦੇਖੋ ਕਈ ਲੋਕਾਂ ਦਾ ਇਹ ਮੰਨਣਾ ਸੀ ਕਿ ਤੁਹਾਨੂੰ ਇਸ ਸਮੇਂ ਆ ਗੱਲ ਨਹੀਂ ਕਰਨੀ ਚਾਹੀਦੀ। ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਦੇਖੋ ਇਸ ਸਮੇਂ ਗੱਲ ਨਾ ਕਰਦੇ, ਇਹਦੇ ਤੇ ਜ਼ਮੀਨਾਂ ਕੋਈ ਰੋ ਚੱਲੀ ਅਸੀਂ ਕਦੋਂ ਕਰਨੀ ਸੀ। ਅਸੀਂ ਤੇ ਸਿਰਫ ਉਹ ਇਹਦੇ ਪਰਛਾਵੇਂ ਦੇ ਹੇਠੀ ਕੱਢ ਕੇ ਲਿਜਾਣਾ ਚਾਹੁੰਦੇ ਵੀ ਪਤਾ ਨਾ ਲੱਗੇ ਜੀ ਜੀ। ਨੈਸ਼ਨਲ ਹਾਈਵੇ ਦੇ ਵਿੱਚ ਜੋ ਇਨਵੈਸਟਮੈਂਟ ਕੇਂਦਰ ਸਰਕਾਰ ਕਰਦੀ ਹੈ, ਉੱਥੇ ਇੱਕ ਛੋਟੀ ਇਨਵੈਸਟਮੈਂਟ ਸਟੇਟ ਦੀ ਵੀ ਬਣਦੀ ਹੋਏਗੀ। ਇਹਦੇ ਚ ਨਹੀਂ ਜੀ ਹੈਗੀ 100% ਸਰਕਾਰ ਦਾ ਸਪਾਂਸਰ। ਹਾਂਜੀ ਬਿਲਕੁਲ, ਤਾਂ ਹੀ ਤਾਂ ਮੈਂ ਕਹਿ ਰਿਹਾ ਉਹਨਾਂ ਦੀ ਮਰਜ਼ੀ ਤੋਂ ਬਗੈਰ ਇਹ ਉਹਨੇ ਕੀ ਕਰ ਸਕਦੇ ਸਟੇਟ ਵਾਲੇ। ਜੇ ਕਰਦੇ ਆ ਤੇ ਸਾਹਮਣੇ ਦੱਸਣ, ਆਪਾਂ ਗੱਲ ਕਰਾਂਗੇ। ਤੇ ਗੁਰਜੀਤ ਸਿੰਘ ਜੀ, ਇੱਥੇ ਇੱਕ ਸਵਾਲ ਤੁਹਾਡੇ ਕੋਲੋਂ ਹੋਰ ਜਾਨਣਾ ਚਾਹਾਂਗਾ ਕਿ ਮੀਡੀਆ ਵੱਲੋਂ ਕਿੰਨਾ ਕੁ ਤੁਹਾਨੂੰ ਸਹਿਯੋਗ ਮਿਲ ਰਿਹਾ ਹੈਗਾ? ਕੀ ਮੀਡੀਆ ਇਸ ਮੁੱਦੇ ਨੂੰ ਅੱਗੇ ਫਰੰਟ ਲਾਈਨ ਤੇ ਲੈ ਕੇ ਆ ਰਿਹਾ ਹੈਗਾ ਜਾਂ ਕਿਸ ਤਰ੍ਹਾਂ, ਕਿੰਨਾ ਕੁ ਸਹਿਯੋਗ ਮਿਲ ਰਿਹਾ ਹੈਗਾ? ਪੰਜਾਬ ਦਾ ਮੀਡੀਆ ਤੇ ਨਹੀਂ ਜੇ ਹਿੰਦੁਸਤਾਨ ਦਾ ਇਸ ਲੈਵਲ ਤੇ ਇਹਨੂੰ ਚੱਕ ਰਿਹਾ। ਹਾਂ, ਪ੍ਰਿੰਟ ਮੀਡੀਆ ਨੇ ਕੁਝ ਨਿਊਜ਼ ਜ਼ਰੂਰ ਦਿੱਤੀਆਂ ਨੇ, ਜੇ ਲੱਗਦੀਆਂ ਨੇ ਕਈ ਵਾਰੀ ਲੋਕਲ ਅੰਮ੍ਰਿਤਸਰ ਐਡੀਸ਼ਨ ਚਲਾ ਦਿੰਦੇ ਆ। ਹਾਂ, ਇੰਟਰਨੈਸ਼ਨਲ ਮੀਡੀਆ ਇਹਨੂੰ ਜ਼ਰੂਰ ਵਧੀਆ ਤਰੀਕੇ ਨਾਲ ਪ੍ਰੈਜ਼ੈਂਟ ਕਰ ਰਿਹਾ, ਪਰ ਜਿਸ ਤਰੀਕੇ ਨਾਲ ਅੰਮ੍ਰਿਤਸਰ ਦੇ ਮੀਡੀਆ ਨੂੰ ਜਾਂ ਇਲੈਕਟ੍ਰੋਨਿਕ ਮੀਡੀਆ ਇੰਡੀਆ ਦੇ ਨੂੰ ਕਰਨਾ ਚਾਹੀਦਾ ਉਹ ਤਰੀਕੇ ਨਾਲ ਨਹੀਂ ਹੋ ਰਿਹਾ। ਜੀ ਬਿਲਕੁਲ ਜੀ। ਔਰ ਅਸੀਂ ਮੀਡੀਆ ਹਾਊਸਿਸ ਨੂੰ ਵੀ ਬੇਨਤੀ ਇਹ ਕਰਾਂਗੇ ਕਿ ਬਹੁਤ ਸਾਰੇ ਜਿਹੜੇ ਈਵਨ ਕਿ ਚਾਹੇ ਉਹ ਵੈਬ ਚੈਨਲ ਸੀ ਕਿਉਂ ਨਾ ਹੋਣ, ਉਹ ਵੀ ਜਿਹੜੇ ਹੈਗੇ ਆ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਐਕਟਿਵ ਹੈ, ਕਿਉਂਕਿ ਕਿਤੇ ਨਾ ਕਿਤੇ ਗੱਲ ਤੇ ਤਾਂ ਹੀ ਬਣੇਗੀ ਜੇ ਲੋਕ ਲਹਿਰ ਬਣੇਗੀ। ਜਿਵੇਂ ਕਿ ਦੱਸਿਆ ਇਹਨਾਂ ਗੁਰਜੀਤ ਸਿੰਘ ਹੋਣਾ ਨੇ ਕਿ ਇੰਨਾ ਪ੍ਰੋਜੈਕਟ ਨੂੰ ਜਿਹੜਾ ਹੁੰਗਾਰਾ ਮਿਲਣਾ ਚਾਹੀਦਾ ਸੀ ਉਹਨਾਂ ਨਹੀਂ ਮਿਲਿਆ ਹੈਗਾ। ਤੇ ਅਸੀਂ ਅਕਾਲ ਚੈਨਲ ਦੇ ਇਸ ਪਲੇਟਫਾਰਮ ਤੋਂ ਅਸੀਂ ਇਹ ਕਹਿ ਰਹੇ ਹਾਂ ਕਿ ਜੋ ਵੀ ਇਹਦੀ ਅਪਡੇਟ ਹੋਵੇ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਅੰਮ੍ਰਿਤਸਰ ਨੂੰ ਜਿਹੜਾ ਹੈ ਸਿੱਧਾ ਐਕਸਪ੍ਰੈਸ ਹਾਈਵੇ ਮਿਲੇ। ਤੁਹਾਡੇ ਲਈ ਅਕਾਲ ਚੈਨਲ ਦੇ ਜਿਹੜੇ ਹੈਗੇ ਦਰਵਾਜ਼ੇ ਸਦਾ ਦੇ ਲਈ ਖੁੱਲ੍ਹੇ ਹੈਗੇ। ਤੁਸੀਂ ਕੋਈ ਵੀ ਅਪਡੇਟ
ਹੋਵੇ ਤੁਸੀਂ ਜ਼ਰੂਰ ਸਾਡੇ ਇਸ ਪਲੇਟਫਾਰਮ ਤੇ ਆ ਕੇ ਦੱਸ ਸਕਦੇ ਹੋ। ਸਾਡੇ ਨਾਲ ਦੁਨੀਆ ਭਰ ਦੇ ਵਿੱਚੋਂ ਜਿਹੜੇ ਦਰਸ਼ਕ ਜੁੜੇ ਰਹਿੰਦੇ ਨੇ, ਤੇ ਇੱਕ ਵਾਰੀ ਫਿਰ ਅਸੀਂ ਤੁਹਾਨੂੰ ਦੱਸ ਚਲੀਏ ਕਿ ਸਾਨੂੰ ਜਿਹੜੀ ਗੱਲਬਾਤ ਜਿਹੜੀ ਹੈ ਕੁਲਵੰਤ ਸਿੰਘ ਧਾਲੀਵਾਲ ਵਰਲਡ ਕੈਂਸਰ ਕੇਅਰ, ਉਹ ਵੀ ਇਸ ਪ੍ਰੋਜੈਕਟ ਦੇ ਵਿੱਚ ਜਿਹੜਾ ਉਹ ਕਹਿੰਦੇ ਨੇ ਕਿ ਉਹ ਵੀ ਇਸ ਦੇ ਨਾਲ ਹੀ ਹੈਗੇ ਨੇ, ਉਹ ਵੀ ਤੁਹਾਡਾ ਜਿਹੜਾ ਇੱਕ ਤਰ੍ਹਾਂ ਦਾ ਬ੍ਰਾਂਡ ਐਂਬੈਸਡਰ ਬਣਨ ਦੇ ਲਈ ਤਿਆਰ ਹੈਗੇ ਨੇ। ਅਸੀਂ ਉਹ ਵੀ ਜਿਹੜਾ ਆਪਣਾ ਇਸ ਦੇ ਵਿੱਚ ਪੂਰਾ ਯੋਗਦਾਨ ਪਾਉਣਗੇ। ਤੇ ਕੀ ਕਹੋਗੇ ਤੁਸੀਂ ਅਖੀਰ ਦੇ ਵਿੱਚ? ਮੈਂ ਇਹੀ ਕਹੂੰਗਾ ਸਾਰੀ ਸੰਗਤ ਨੂੰ ਕਿ ਅੱਜ ਲੋੜ ਆ ਖੜਨ ਦੀ। ਬਸ ਮੇਰੀ ਗੱਲ ਉੱਥੇ ਹੀ ਫਿਰ ਆਉਂਦੀ ਹੈ ਵੀ ਇਸ ਮਹਾਮਾਰੀ ਕਰੋਨਾ ਵਾਇਰਸ ਦੇ ਵਿੱਚ ਤੁਸੀਂ ਲਾਕਡਾਊਨ 'ਚ ਜੇ ਇਹਦੇ ਵੀ ਧਿਆਨ ਰੱਖਣੇ ਨੇ, ਪਰ ਆਪਾਂ ਇੱਕ ਸੋਸ਼ਲ ਮੀਡੀਆ ਤੇ ਔਰ ਤੁਹਾਡੇ ਬਹੁਤ ਲਿੰਕਸ ਬੰਦੇ ਨੇ, ਮੈਨੂੰ ਪਤਾ ਆ, ਮੈਂ ਤੁਹਾਨੂੰ ਦੱਸ ਦਿਆਂ, ਬੰਦਾ ਕਈ ਵਾਰੀ ਮਹਿਸੂਸ ਕਰਦਾ ਵੀ ਇਹਨੂੰ ਪਤਾ ਨਹੀਂਗਾ, ਬੜੇ ਬੜੇ ਸੁਪਰ ਰੁਸਤਮ ਹੈਗੇ ਆ ਕਿ ਜਿਹੜੇ ਨਰਿੰਦਰ ਮੋਦੀ ਦੇ ਲਿੰਕ 'ਚ ਵੀ ਨੇ ਸਿੱਧੇ, ਜਿਹੜੇ ਨਿਤਿਨ ਗਡਕਰੀ ਜੀ ਦੇ ਵੀ ਨੇ, ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਲਿੰਕ 'ਚ ਨੇ, ਤੇ ਜਿਹੜੇ ਪੰਜਾਬ ਦੇ ਰਾਜਨੀਤਿਕ ਬੰਦਿਆਂ ਦੇ ਸਾਰੀਆਂ ਪਾਰਟੀਆਂ ਦੇ ਲਿੰਕ 'ਚ, ਤੇ ਬੜੇ ਵੱਡੇ ਉਹਨਾਂ ਦੇ ਸਹਿਯੋਗੀ ਸੱਜਣ ਨੇ ਉਹਨਾਂ ਦੇ। ਮੈਂ ਉਹਨਾਂ ਨੂੰ ਬੇਨਤੀ ਕਰੂ, ਪਹਿਲੀ ਗੱਲ ਤੇ ਵੀ ਤੁਸੀਂ ਤਗੜੇ ਹੋ ਕੇ ਤਗੜੇ ਹੋ ਕੇ ਅੱਲਾ ਮਾਰੋ, ਸਾਰਿਆਂ ਨੂੰ ਫੇਰੋ ਵੀ ਤੁਸੀਂ ਹਮੇਸ਼ਾ ਹੀ ਜਿੱਤਣ ਤੋਂ ਬਾਅਦ ਤੇ ਜਿੱਤਣ ਤੋਂ ਪਹਿਲਾਂ ਨਤਮਸਤਕ ਹੁੰਦੇ ਜੀ। ਸਰਕਾਰ ਬੰਦ ਤੋਂ ਪਹਿਲਾਂ, ਸਰਕਾਰ ਬੰਦ ਤੋਂ ਬਾਅਦ ਉੱਥੇ ਜਾਂਦੇ ਨੇ। ਤੇ ਹੁਣ ਲੋੜ ਹੈ ਉੱਥੇ ਦੇ ਲੋਕਾਂ ਨੂੰ, ਉੱਥੋਂ ਦੇ ਧਾਰਮਿਕ ਸਥਾਨਾਂ ਨੂੰ, ਕਿ ਉਹ ਵੇਖਣਾ ਚਾਹੁੰਦੇ ਨੇ ਵੀ ਤੁਸੀਂ ਕਿੱਥੇ ਖੜਦੇ, ਤੇ ਲੋੜ ਹੈ ਤੁਹਾਨੂੰ ਉੱਥੇ ਖੜੇ ਹੋਣ ਦੀ। ਬਿਲਕੁਲ ਜੀ। ਮੈਂ ਕੁਲਵੰਤ ਧਾਲੀਵਾਲ ਕਹਿਣਾ ਚਾਹੋਗੇ? ਮੈਂ ਕੁਲਵੰਤ ਧਾਲੀਵਾਲ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹੈ, ਜਿਨ੍ਹਾਂ ਨੇ ਕੈਂਸਰ ਜੜੋਂ ਪੁੱਟਣ ਵਾਸਤੇ ਬੜਾ ਵੱਡਾ ਜਿਹੜਾ ਪਲੇਟਫਾਰਮ ਹੈ ਪੰਜਾਬ ਦੇ ਵਿੱਚ ਤਿਆਰ ਕੀਤਾ, ਹਰ ਜਗ੍ਹਾ ਕੈਂਪ ਕੀਤੇ ਨੇ, ਔਰ ਬੜੀ ਫਰਾਖ ਦੇ ਨਾਲ, ਬੜੇ ਮਤਲਬ ਸਪਸ਼ਟ ਅਲਫਾਜ਼ ਦੇ ਵਿੱਚ ਆਪਣੀ ਗੱਲ ਅੱਗੇ ਰੱਖਦੇ ਨੇ। ਮੈਨੂੰ ਧੰਨਵਾਦ ਹੈ। ਮੈਂ ਵੀ ਉਹਨਾਂ ਨੂੰ ਤੱਕ ਅਪਰੋਚ ਕੀਤੀ ਸੀ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਮੇਰੇ ਪਹਿਲੋਂ ਧਿਆਨ ਚ ਆ ਗਿਆ, ਮੈਂ ਵੀ ਲੱਗਾ ਆ। ਮੈਂ ਧੰਨਵਾਦ ਕਰਦਾ। ਔਰ ਐਸਪੀ ਬਰਾਏ ਹੁਣੀ ਨੇ, ਉਹ ਵੀ ਚੰਗੀ ਤਰ੍ਹਾਂ ਲੱਗੇ ਨੇ, ਸਰਬੱਤ ਦਾ ਭਲਾ ਵਾਲੇ, ਕਿਉਂਕਿ ਉਹ ਵੀ ਵਧੀਆ ਕੰਮ ਕਰ ਰਹੇ ਨੇ। ਤੇ ਮੈਂ ਧਾਰੀਵਾਲ ਸਾਹਿਬ ਨੂੰ ਇਹੀ ਕਹੂੰਗਾ ਕਿ ਤੁਹਾਡੀ ਫੈਨ ਫੋਲੋਇੰਗ ਬਹੁਤ ਆ, ਤਕੜੇ ਹੋ ਕੇ ਲੋਕਾਂ ਨੂੰ ਇੱਕ ਲੋਕ ਲਹਿਰ ਬਣਾਓ। ਤੇ ਮੇਰਾ ਖਿਆਲ ਹੈ ਵੀ ਕੋਈ ਏਡੀ ਵੱਡੀ ਚੀਜ਼ ਨਹੀਂ ਹੈਗੀ, ਤੇ ਬਹੁਤੀ ਗੱਲ ਉਹ ਸੰਗਤ ਇਹਨਾਂ ਨੂੰ ਮੈਂ ਆਫਰ ਕਰ ਦਿਓ ਵੀ ਜੇ ਬਹੁਤੀ ਗੱਲ ਹੈ ਤੇ ਅਸੀਂ 35-40 ਕਿਲੋਮੀਟਰ ਦੇ ਪੈਸੇ ਤੁਹਾਨੂੰ ਆਪ ਦੇ ਦਿੰਦੇ ਆ, ਤੇ ਲੈ ਲਓ, ਸਾਡੇ ਕੋਲ ਦੇ ਲੈ ਆਓਗੇ, ਆਫਰ ਕਰ ਦਿਓ, ਕੁਝ ਨਹੀਂ ਹੁੰਦਾ। ਇਹਨਾਂ ਨੂੰ ਵੀ ਸਮਝ ਲੱਗ ਜੇ ਵੀ ਇਹ ਇਸ ਜਿਹੜੇ ਨੇ ਇਦਾਂ ਦੇ ਨਹੀਂ ਵੀ ਤੁਸੀਂ ਸਾਈਡ ਦੀ ਲੰਘ ਜਾਓਗੇ, ਕਰ ਦਿਓ ਤੁਸੀਂ ਇਹ ਤਗੜੇ ਹੋ ਕੇ ਇਸ ਗੱਲ ਦੀ। ਬਿਲਕੁਲ ਜੀ। ਤੇ ਅਸੀਂ ਧੰਨਵਾਦ ਕਰਦੇ ਹਾਂ। ਸਾਡੇ ਨਾਲ ਅਮਨਪ੍ਰੀਤ ਵੀ ਜੁੜ ਚੁੱਕੇ ਸੀ, ਗੁਰਜੀਤ ਸਿੰਘ ਜੀ ਔਜਲਾ ਜੁੜ ਚੁੱਕੇ ਸੀ। ਤੇ ਦਰਸ਼ਕਾਂ ਨੂੰ ਦੱਸ ਜਲੇ ਕਿ ਗੱਲਬਾਤ ਚੱਲ ਰਹੀ ਸੀ ਅੰਮ੍ਰਿਤਸਰ ਤੋਂ ਜਿਹੜਾ ਹੈ ਦਿੱਲੀ ਐਕਸਪ੍ਰੈਸ ਹਾਈਵੇ ਹੋਣਾ ਸੀ, ਬਾਅਦ ਦੇ ਵਿੱਚ ਖੱਟੜਾ ਵਿੱਚ ਐਡ ਕੀਤਾ ਗਿਆ, ਤੇ ਹੁਣ ਉਹ ਸਿਰਫ ਦਿੱਲੀ ਤੇ ਖੱਟੜਾ ਹੀ ਰਹਿ ਗਿਆ, ਤੇ ਅੰਮ੍ਰਿਤਸਰ ਨੂੰ ਵਿੱਚੋਂ ਸਾਈਡ ਤੇ ਕੱਢ ਦਿੱਤਾ ਗਿਆ। ਔਰ ਇਸ ਕੈਂਪੇਨ ਨੂੰ ਜਿਹੜਾ ਲੀਡ ਕਰ ਰਹੇ ਨੇ ਅੰਮ੍ਰਿਤਸਰ ਤੋਂ ਮੈਂਬਰ ਆਫ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ। ਤੇ ਅਸੀਂ ਜ਼ਰੂਰ ਬੇਨਤੀ ਕਰਾਂਗੇ, ਸਾਰੇ ਦਰਸ਼ਕਾਂ ਨੂੰ ਹੀ ਬੇਨਤੀ ਕਰਾਂਗੇ ਕਿ ਤੁਸੀਂ ਇਸ ਕੈਂਪੇਨ ਦਾ ਹਿੱਸਾ ਬਣੋ, ਤਾਂ ਕਿ ਅੰਮ੍ਰਿਤਸਰ ਦੇ ਨਾਲ ਇੱਕ ਹੋਰ ਧੱਕਾ ਹੋਣ ਤੋਂ ਰੋਕਿਆ ਜਾ ਸਕੇ। ਜਿਹੜਾ ਵੀ ਕੋਈ ਆਪਾਂ ਕਹੀਏ ਕਿ ਚਾਹੇ ਉਹ ਕੋਈ ਪਾਰਲੀਮੈਂਟੇਰੀਅਨ ਹੋਵੇ, ਕੋਈ ਵੀ ਆਪਾਂ ਕਹੀਏ ਕਿ ਇਨਸਾਨ ਜਿਹੜਾ ਕੋਈ ਚੰਗਾ ਕੰਮ ਕਰਦਾ ਹੈ, ਉਸ ਦੇ ਨਾਲ ਜ਼ਰੂਰ ਉਸ ਦੇ ਨਾਲ ਜੁੜਨਾ ਵੀ ਚਾਹੀਦਾ ਹੈਗਾ ਹੈ। ਤੇ ਅਸੀਂ ਧੰਨਵਾਦ ਕਰਦੇ ਹਾਂ ਇੱਕ ਵਾਰੀ ਫੇਰ ਤੋਂ ਗੁਰਜੀਤ ਸਿੰਘ ਹੋਣਾ ਦਾ, ਤੇ ਤੁਸੀਂ ਇਸੇ ਤਰੀਕੇ ਦੇ ਨਾਲ ਅਕਾਲ ਚੈਨਲ ਦੇ ਨਾਲ ਜੁੜੇ ਰਹੇ ਹੋ। ਤੇ ਅਖੀਰ ਦੇ ਵਿੱਚ ਸਾਰਿਆਂ ਦਾ ਧੰਨਵਾਦ ਤੇ ਫਤਿਹ ਦੀ ਸਾਂਝ ਪਾਉਂਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ